बीजेपी वाले कहते ਅਸੀਂ ਮੈਡੀਕਲ ਕਾਲਜ ਬਣਾਵਾਂਗੇ ਉਹ ਕਰਾਂਗੇ ਤੁਸੀਂ ਪਹਿਲਾਂ ਕਿਉਂ ਨਹੀਂ ਬਣਾਇਆ। ਸਵਾਲ ਹੈ ਕਾਂਗਰਸ ਪਾਰਟੀ ਨੂੰ ਇਹ ਕਹਿੰਦੇ ਸੀ ਜਾਤੀਵਾਦ ਦੀ ਰਾਜਨੀਤੀ ਨਹੀਂ ਕਰਦੇ। ਸੁਨੀਲ ਜਾਖੜ ਨੂੰ 42 ਵੋਟ ਪਈਆਂ ਹਿੰਦੂ ਚਿਹਰਾ ਹੋਣ ਦੇ ਕਾਰਨ ਉਹਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ। ਵਿਚਾਰਾਂ ਦੀ ਗੱਲ ਰਹਿਣ ਦਿਓ, ਉੱਥੇ ਬੈਠੋ ਉੱਥੇ ਬੈਠੋ। ਇੱਥੇ ਤੱਕ ਗੱਲ ਕਰੀਏ ਡਿਵੈਲਪਮੈਂਟ ਦੀ, ਡਿਵੈਲਪਮੈਂਟ ਜਿਹੜੀ ਹੈ ਹਰ ਪੱਖੋਂ, ਚਾਹੇ ਸਕੂਲਾਂ ਨੂੰ ਅਪਗ੍ਰੇਡ ਕਰਨ ਦੀ ਹੈ, ਚਾਹੇ ਸ਼ਹਿਰ ਦੀ ਡਿਵੈਲਪਮੈਂਟ ਹੈ ਤੇ ਚਾਹੇ ਪਿੰਡਾਂ ਦੀ ਡਿਵੈਲਪਮੈਂਟ ਹੈ, ਬਿਨਾਂ ਕਿਸੇ ਭੇਦਭਾਵ ਦੇ ਹਰ ਵਾਰਡ ਦੇ ਵਿੱਚ ਅਸੀਂ ਡਿਵੈਲਪਮੈਂਟ ਕਰਾਂਗੇ। ਚੱਲ ਰਹੀ ਵਿਕਾਸ ਦੀ, ਇਹ ਕਹਿੰਦੇ ਨੇ ਵਿਕਾਸ ਬਸਤੀ ਹਜ਼ੂਰ ਸਿੰਘ ਵਾਰਡ ਨੰਬਰ 2 ਉੱਥੇ ਅੱਧੀਆਂ ਗਲੀਆਂ ਹੱਲੇ ਵੀ ਡਿਵੈਲਪ ਨਹੀਂ ਹੋਈਆਂ, ਅੱਜ ਤੋਂ 25 ਸਾਲ ਪਹਿਲਾਂ ਦੀਆਂ ਹੋਈਆਂ। ਇਹਨਾਂ ਨੇ ਪਹਿਲੀ ਗੱਲ ਕੋਈ ਦਿੱਤਾ ਨਹੀਂ, ਦਿੱਤਾ ਤਾਂ ਫੋਟੋ ਖਿਚਾਈ ਉਸ ਗਰੀਬ ਨੂੰ ਹੋਰ ਇਹਨਾਂ ਨੇ ਜਲੀਲ ਕੀਤਾ। ਇਹ ਕਾਂਗਰਸ ਦਾ ਕੰਮ ਹੈ, ਹਮੇਸ਼ਾ ਹੀ ਕਰਦੇ ਆਏ ਨੇ, ਕੋਈ ਨਵੀਂ ਗੱਲ ਨਹੀਂ ਜੀ ਇਹਨਾਂ ਵਾਸਤੇ। ਭਾਵੇਂ ਬੀਜੇਪੀ ਹੋਵੇ, ਭਾਵੇਂ ਅਕਾਲੀ ਹੋਵੇ ਤੇ ਭਾਵੇਂ ਕਾਂਗਰਸੀ ਹੋਵੇ, ਇਹਨਾਂ ਨੇ ਅੱਜ ਤੱਕ ਬਸ ਪੰਜਾਬ ਨੂੰ 7ਵੇਂ 17ਵੇਂ ਨੰਬਰ ਤੇ ਲੈ ਆਂਦਾ ਹੈ। ਭ੍ਰਿਸ਼ਟਾਚਾਰ ਉਹਨਾਂ ਨੇ ਖਤਮ ਕੀਤਾ ਹੁੰਦਾ, ਲੋਕਾਂ ਉੱਤੇ ਵਾਕਈ ਇਨਵੈਸਟ ਕੀਤਾ ਹੁੰਦਾ ਤਾਂ ਜਿਹੜੇ ਸਾਰੇ ਵਰਗ ਅੱਜ ਧਰਨਿਆਂ ਤੇ ਬੈਠੇ ਨੇ ਉਹ ਧਰਨਿਆਂ ਤੇ ਬੈਠਣ ਵਾਸਤੇ ਮਜਬੂਰ ਨਾ ਹੁੰਦੇ। 11 ਦਿਨ 36,000 ਮੁਲਾਜ਼ਮ ਜਿਹੜੇ ਪੱਕੇ ਕਰਕੇ ਨੋਟੀਫਿਕੇਸ਼ਨ ਕਰਕੇ ਕੈਬਨਿਟ ਨੇ ਅਪਰੂਵ ਕਰਤਾ। ਸਾਹਿਬ ਜਿਹੜੇ ਪੰਜਾਬ ਦੇ ਜਿਹੜੇ ਬੀਜੇਪੀ ਵੱਲੋਂ ਅਪਾਇੰਟ ਕੀਤੇ ਗਏ ਹੈ, ਬੀਜੇਪੀ ਦੇ ਉਹ ਨੁਮਾਇੰਦੇ ਹੈ, ਉਹਨਾਂ ਨੇ ਉਸ ਫਾਈਲ ਨੂੰ ਉੱਪਰ ਸਾਈਨ ਨਹੀਂ ਕੀਤਾ। ਤੁਸੀਂ ਬੀਜੇਪੀ ਜ਼ਿੰਮੇਵਾਰ ਕਹਿੰਦੇ ਹੋ, ਪਰ ਬੋਰਡ ਤਾਂ ਪਾਰਟੀ ਵੱਲੋਂ ਲਾਏ ਗਏ, ਬੋਰਡ ਲਾਏ ਗਏ, ਜੇ ਪੱਕੇ ਨਹੀਂ ਹੋਏ ਤਾਂ ਬੋਰਡ ਕਾਹਦੇ? ਪਰ ਸਵਾਲ ਤੁਹਾਡੇ ਤੇ ਵੀ ਆ, ਤੁਹਾਡੀ ਪਾਰਟੀ ਤੇ ਵੀ ਆ। 2-2 ਕਰੋੜ ਦੀ ਨੌਕਰੀ ਦੀ ਗੱਲ ਕਰਦੇ ਸੀ ਕਿ ਸਾਰੀ ਨੌਕਰੀ ਸੈਂਟਰ ਸਰਕਾਰ ਦੀ ਮੋਦੀ ਸਾਹਿਬ ਨੂੰ ਦਿੱਤੀ ਹੈ। ਇੱਕ ਅੰਕੜਾ ਦਿਓ ਜੀ ਮੈਨੂੰ, ਸਿਰਫ ਇੱਕ ਅੰਕੜਾ ਦਿਓ। ਇਸ ਤਰ੍ਹਾਂ ਅੰਕੜਾ ਦੀ ਗੱਲ ਇਹ ਭਾਈ ਸਾਹਿਬ ਤਾਂ ਕਹਿੰਦੇ ਮੋਦੀ ਸਾਹਿਬ ਨੇ ਬਹੁਤ ਕੰਮ ਕੀਤਾ। ਮੈਂ ਤਾਂ ਕਹਿੰਦਾ ਜੋ ਕਹਿੰਦਾ ਸੀ ਆਈਤੀ ਮੋਦੀ ਸਾਹਿਬ ਨੇ ਉਹ ਕੀਤਾ ਹੀ ਨਹੀਂ। ਇਹ ਨਾ ਤਾਂ ਉਹ ਕਾਂਗਰਸ ਹੈ ਜਿਹੜੀ ਲਾਲ ਬਹਾਦਰ ਸ਼ਾਸਤਰੀ ਵਾਲੀ, ਤੇ ਨਾ ਉਹ ਅਕਾਲੀ ਦੇ ਜਿਹੜੇ ਖੜਕ ਸਿੰਘ ਵੇਲੇ ਦੇ ਜੀ। ਇਹ ਸਾਰੇ ਖਿਡਾਰੀ ਪੈਦਾ ਹੋਏ ਨੇ ਅੱਜ। ਗੱਲ ਇਹ ਹੈ, ਕਹਿੰਦੇ ਬੀਬੀਆਂ ਵਾਸਤੇ 1000 ਰੁਪਏ ਦਾ ਐਲਾਨ ਪੰਜਾਬ 'ਚ ਕਰਤਾ ਹੈ। ਦਿੱਲੀ 'ਚ ਸਰਕਾਰ ਹੈ, ਦਿੱਲੀ 'ਚ ਕਈ ਵਾਰੀ ਮੌਕਾ ਮਿਲ ਗਿਆ, ਬੀਬੀਆਂ ਨੂੰ ਉੱਥੇ ਕਿਉਂ ਨਹੀਂ ਮਿਲਦਾ 1000 ਰੁਪਇਆ? ਕੇਜਰੀਵਾਲ ਨੂੰ ਇਹ ਪੁੱਛਣਾ ਚਾਹਨਾ ਸਾਨੂੰ, ਜਿਨ੍ਹਾਂ ਨੇ ਇਹ ਆਪਣੇ ਪੰਜਾਬ ਦੇ ਵਿੱਚ ਲਗਭਗ 65-70 ਸੀਟਾਂ ਜਿਹੜੀਆਂ 3-3 ਕਰੋੜ 2-2 ਕਰੋੜ ਰੁਪਇਆ ਦੇ ਕੇ ਉੱਤੋਂ ਕਹਿੰਦੇ ਅਸੀਂ ਭ੍ਰਿਸ਼ਟਾਚਾਰ ਕਰਪਸ਼ਨ ਖਤਮ ਕਰਾਂਗੇ। ਕਰੋਨਾ ਕਾਲ ਵਿੱਚ ਰਵਿੰਦਰ ਕੁਮਾਰ ਨੇ ਲੋਕਾਂ ਦੀ ਮਦਦ ਕੀ ਕੀਤੀ, ਉਹ ਤਾਂ ਨੋਟ ਇਕੱਠੇ ਕਰਦਾ ਰਿਹਾ, 2-2000 ਦਾ ਕੂਪਨ ਵੇਚਿਆ ਹੈ। ਹਰ ਵਾਰ ਦੇ ਵਿੱਚ ਕਿਸਾਨਾਂ ਦੀ ਗੱਲ ਹੁੰਦੀ ਹੈ, ਜਰਨਲ ਵਰਗ ਵੀ ਬੈਠਾ ਸਾਰਾ ਜਰਨਲ ਵਰਗ ਬੈਠਾ ਹੈ, BC ਵਰਗ ਵੀ ਬੈਠਾ ਹੈ, SC ਵਰਗ ਵੀ ਬੈਠਾ ਹੈ। ਉਹਨਾਂ ਨੂੰ ਕੀ ਦਿਓਗੇ ਜਾਂ ਕਿਸਾਨਾਂ ਨੂੰ ਸਾਰਾ ਕੁਝ ਦਿਓਗੇ? ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ। ਮੈਂ ਹਾਂ ਸੁਰਖਾਬ, ਸਿਆਸਤ ਦੇ ਖਿਡਾਰੀ ਪ੍ਰੋਗਰਾਮਸ ਲੈ ਕੇ ਹਾਜ਼ਰ ਹਾਂ। ਇਸ ਵਕਤ ਅਸੀਂ ਫਾਜ਼ਿਲਕਾ ਦੇ ਵਿੱਚ ਹਾਂ ਤੇ ਇੱਥੇ ਸਿਆਸੀ ਸ਼ਤਰੰਜ ਦੀ ਗੱਲ ਕਰ ਲਈਏ, ਵਿਛੀ ਹੋਈ ਹੈ, ਬਰਸਾਤ ਦੀ ਵਿਛ ਚੁੱਕੀ ਹੈ ਤੇ ਉੱਥੇ ਖਿਡਾਰੀ ਨੇ ਜੋ ਸਾਡੇ ਵਿੱਚ ਆ ਚੁੱਕੇ ਨੇ। ਫਾਜ਼ਿਲਕਾ ਦੇ ਹਰ ਪਾਰਟੀ ਨਾਲ ਸੰਬੰਧਿਤ ਮੋਹਤਬਾਰ ਸ਼ਖਸੀਅਤਾਂ, ਮੈਂਬਰ ਜਾਂ ਵਰਕਰ, ਅਹੁਦੇਦਾਰ ਇੱਥੇ ਨੇ। ਸਿੱਧੇ ਸਵਾਲ ਇਹਨਾਂ ਨੂੰ ਕੀਤੇ ਜਾਣਗੇ, ਸਿੱਧੇ ਸਵਾਲ ਇਹਨਾਂ ਤੋਂ ਜਵਾਬ ਇਹਨਾਂ ਤੋਂ ਲਏ ਜਾਣਗੇ ਕਿ ਫਾਜ਼ਿਲਕਾ ਦੀ ਡਿਵੈਲਪਮੈਂਟ ਦੇ ਵਿੱਚ ਅਜੇ ਤੱਕ ਕੋਤਾਹੀਆਂ ਵਰਤੀਆਂ ਕਿਉਂ ਗਈਆਂ, ਤੇ ਜੇ ਸਰਕਾਰ ਦੀ ਗੱਲ ਕੀਤੀ ਜਾਂਦੀ ਹੈ ਤਾਂ ਅੱਜ ਦੀ ਸਰਕਾਰ ਨੂੰ ਕਿਵੇਂ ਦੇਖਦੇ ਨੇ। ਸਭ ਤੋਂ ਪਹਿਲਾਂ ਮੈਂ ਇੰਟਰੋਡਿਊਸ ਕਰਵਾ ਦੇਵਾਂ ਆਮ ਆਦਮੀ ਪਾਰਟੀ ਤੋਂ ਪੂਜਾ ਲੁਥਰਾ ਜੀ ਨੇ, ਜੋ MC ਨੇ। ਸੰਯੁਕਤ ਸਮਾਜ ਮੋਰਚਾ ਵੱਲੋਂ ਜੋ ਸਿਆਸੀ ਪਾਰਟੀ ਬਣਾਈ ਗਈ, ਜੋ ਮੋਰਚਾ ਬਣਾਇਆ ਗਿਆ, ਹਰਬੰਸ ਸਿੰਘ ਕਿਸਾਨ ਆਗੂ ਨੇ। ਭਾਜਪਾ ਤੋਂ ਤਜਿੰਦਰ ਸਿੰਘ ਸਟੇਟ ਬਾਡੀ ਮੈਂਬਰ ਨੇ। ਅਕਾਲੀ ਬਸਪਾ ਤੋਂ ਨਵੀਨ ਕੌਸ਼ਲ ਜੀ ਡਿਸਟ੍ਰਿਕਟ ਸੋਸ਼ਲ ਮੀਡੀਆ ਇੰਚਾਰਜ ਨੇ, ਤੇ ਕਾਂਗਰਸ ਦੇ ਸੁਰਿੰਦਰ ਸਚਦੇਵਾ ਜੀ ਨੇ ਨਗਰ ਕੌਂਸਲ ਪ੍ਰਧਾਨ ਨੇ। ਸੋ ਇਹ ਸਾਰੇ ਸਿਆਸਤ ਦੇ ਉਹ ਖਿਡਾਰੀ ਨੇ ਜਿਨ੍ਹਾਂ ਦੇ ਜ਼ਰੀਏ ਫਾਜ਼ਿਲਕਾ ਦੀ ਸਿਆਸਤ ਚੱਲਦੀ ਹੈ, ਜੋ ਦਾਅਵਾ ਕਰਦੇ ਨੇ ਕਿ ਅਸੀਂ ਫਾਜ਼ਿਲਕਾ ਦੇ ਵਿੱਚ ਐਤਕੀ ਸਰਕਾਰ ਬਣਾਵਾਂਗੇ, ਫਾਜ਼ਿਲਕਾ ਨੂੰ ਡਿਵੈਲਪਮੈਂਟ ਤੱਕ ਜਿਹੜੇ ਕਿ ਮੁੱਦੇ ਰਹਿ ਗਏ ਨੇ ਉਹ ਲੈ ਕੇ ਜਾਵਾਂਗੇ। ਪਰ ਮੁੱਦਿਆਂ ਦੀ ਗੱਲ ਅੱਜ ਸਪੋਕਸਮੈਨ ਟੀਵੀ ਤੇ ਹੋਵੇਗੀ, ਮੁੱਦਿਆਂ ਦੀ ਗੱਲ ਹੋਵੇਗੀ, ਸਿੱਧੇ ਸਵਾਲ ਹੋਣਗੇ, ਸਿੱਧੇ ਜਵਾਬ ਇਹਨਾਂ ਲੀਡਰਾਂ ਤੋਂ ਲਏ ਜਾਣਗੇ ਕਿ ਅੱਜ ਤੱਕ ਜੇ ਲੋਕ, ਫਾਜ਼ਿਲਕਾ ਦੇ ਲੋਕ, ਇਸ ਸਰਹੱਦੀ ਖੇਤਰ ਦੇ ਲੋਕ ਵਾਂਝੇ ਨੇ ਸਹੂਲਤਾਂ ਤੋਂ, ਤਾਂ ਕਿਉਂ ਵਾਂਝੇ ਨੇ? ਅਕਾਲੀ ਦਲ ਦੀ ਸਰਕਾਰ ਰਹੀ, ਕਾਂਗਰਸ ਦੀ ਸਰਕਾਰ ਰਹੀ ਹੈ, ਤਾਂ ਕਿੱਥੇ ਉਹ ਕਮੀਆਂ ਰਹਿ ਗਈਆਂ ਕਿ ਲੋਕਾਂ ਨੇ ਚੁਣ ਕੇ, ਲੋਕਾਂ ਨੇ ਫਤਵਾ ਦੇ ਕੇ ਸਰਕਾਰਾਂ ਬਣਾਈਆਂ, MLA ਬਣਾਏ, ਪਰ ਵਿਧਾਨ ਸਭਾ ਦੇ ਵਿੱਚ ਆਵਾਜ਼ ਚੁੱਕੀ ਨਹੀਂ ਗਈ, ਜਾਂ ਖਾਮੀਆਂ ਰਹਿ ਗਈਆਂ ਤੇ ਕਿਉਂ ਰਹਿ ਗਈਆਂ, ਤੇ ਜਿਹੜੇ ਕੰਮ ਹੋਏ ਨੇ ਉਹ ਕਿਸ ਹੱਦ ਤੱਕ ਹੋਏ ਨੇ? ਸੋ ਸਭ ਤੋਂ ਪਹਿਲਾਂ ਇਸ ਵਕਤ ਕਾਂਗਰਸ ਤੋਂ ਹੀ ਗੱਲ ਕਰਦੇ ਹਾਂ, ਕਿਉਂਕਿ ਮੌਜੂਦਾ ਸਰਕਾਰ ਹੈ, ਮੌਕਾ ਦਿੱਤਾ ਗਿਆ ਲੋਕਾਂ ਵੱਲੋਂ। ਫਾਜ਼ਿਲਕਾ ਦੇ ਵਿੱਚ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ। ਸੁਰਿੰਦਰ ਜੀ, ਕਿਸ ਪੱਧਰ ਦੀ ਡਿਵੈਲਪਮੈਂਟ ਹੋਈ ਆ? ਦੋਸ਼ ਇਹ ਲੱਗਦਾ ਹੈ ਕਿ ਤੁਹਾਡੇ ਵਿਧਾਇਕ ਵੋਟਾਂ ਲੈ ਕੇ ਬਾਅਦ ਚੋਂ ਵੜੇ ਹੀ ਨਹੀਂ। ਇਹ ਦੇਖੋ, ਇਹ ਜਿਹੜਾ ਦੋਸ਼ ਹੈ ਇਹ ਵਿਰੋਧੀਆਂ ਨੇ ਲਗਾਉਣੇ ਹੁੰਦੇ ਆ। ਬੜੇ ਨਹੀਂ ਜਿੱਥੇ ਗੱਲ ਕਰਦੇ ਆ। ਮੈਂ ਤਾਂ ਕਹਿੰਦਾ ਇਹ ਉਹ ਸ਼ਖਸੀਅਤ ਹੈ ਜਿਹੜਾ ਕਰੋਨਾ ਦੇ ਦਿਨਾਂ ਦੇ ਵਿੱਚ ਵੀ ਪਬਲਿਕ ਦੇ ਵਿੱਚ ਵਿਚਰਦਾ ਰਿਹਾ। ਇੱਕ ਦਿਨ ਵੀ ਉਹ ਘਰ ਨਹੀਂ ਬੈਠਿਆ।
ਮੈਂ ਸਵਾਲ ਪੁੱਛਣਾ ਚਾਹੁੰਦਾ ਹਾਂ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਇਸ ਹਲਕੇ ਦੀ ਪਾਰਲੀਮੈਂਟ ਦੇ ਵਿੱਚ ਨੁਮਾਇੰਦਗੀ ਕਰਦੇ ਆ, ਸਰਦਾਰ ਸੁਰਜੀਤ ਕੁਮਾਰ ਜੈਨੀ ਜੀ ਜਿਹੜੇ ਰਿਪਰੈਜ਼ੈਂਟ ਕਰ ਰਹੇ ਆ ਬੀਜੇਪੀ ਨੂੰ, ਜਾਂ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਹੈ, ਇਹ ਉਹਨਾਂ ਦਿਨਾਂ ਦੇ ਵਿੱਚ ਵੀ ਕਿਤੇ ਨਜ਼ਰ ਨਹੀਂ ਆਏ ਜਦੋਂ ਹੱਥ ਨੂੰ ਹੱਥ ਖਾਂਦਾ ਸੀ। ਸਰਦਾਰ ਦਵਿੰਦਰ ਸਿੰਘ ਵਾਏ ਇੱਕ ਅਜਿਹੀ ਸ਼ਖਸੀਅਤ ਸੀ ਜਿਹੜਾ ਲੋਕਾਂ ਦੇ ਘਰ ਘਰ ਜਾ ਕੇ ਵਿਚਰਿਆ, ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਸਾਂਝਾ ਹੋਇਆ। ਜਿੱਥੋਂ ਤੱਕ ਗੱਲ ਕਰੀਏ ਡਿਵੈਲਪਮੈਂਟ ਦੀ, ਡਿਵੈਲਪਮੈਂਟ ਜਿਹੜੀ ਹੈ ਹਰ ਪੱਖੋਂ, ਚਾਹੇ ਸਕੂਲਾਂ ਨੂੰ ਅਪਗ੍ਰੇਡ ਕਰਨ ਦੀ ਹੈ, ਚਾਹੇ ਸ਼ਹਿਰ ਦੀ ਡਿਵੈਲਪਮੈਂਟ ਹੈ, ਤੇ ਚਾਹੇ ਪਿੰਡਾਂ ਦੀ ਡਿਵੈਲਪਮੈਂਟ ਹੈ, ਬਿਨਾਂ ਕਿਸੇ ਭੇਦਭਾਵ ਦੇ ਹਰ ਵਾਰਡ ਦੇ ਵਿੱਚ ਅਸੀਂ ਡਿਵੈਲਪਮੈਂਟ ਕਰਾਈਏ। ਨਵੀਨ ਜੀ ਕੀ ਕਹਿਣਾ ਚਾਹੁੰਦੇ ਹੋ? ਕਹਿੰਦੇ ਸਰਦਾਰ ਸੁਖਬੀਰ ਸਿੰਘ ਬਾਦਲ ਨਹੀਂ ਆਏ, ਐਮਪੀ ਨੇ, ਹਾਲਾਂਕਿ ਉਹ ਜਦੋਂ ਲੋਕਾਂ ਨੂੰ ਲੋੜ ਸੀ ਉਦੋਂ ਲੋਕਾਂ ਤੱਕ ਪਹੁੰਚੇ ਹੀ ਨਹੀਂ। ਖੁਦ ਵਿਚਰਦਾ ਰਿਹਾ ਕਰੋਨਾ ਕਾਲ ਵਿੱਚ ਜੀ, ਪ੍ਰੂਫ ਮੇਰੇ ਕੋਲ ਨੇ। ਇਹ ਤਾਂ ਝੂਠੀ ਗੱਲ ਹੈ ਵੀ ਅਸੀਂ ਕਰੋਨਾ ਕਾਲ ਵਿੱਚ ਆਏ ਨਹੀਂ, ਅਸੀਂ ਡੋਰ ਟੂ ਡੋਰ ਜਾਂਦੇ ਰਹੇ ਹਾਂ, ਲੋਕਾਂ ਨੂੰ ਰਾਸ਼ਨ 575 ਥੈਲੀਆਂ ਰਾਸ਼ਨ ਦੀਆਂ ਅਸੀਂ 2-3 ਦਿਨਾਂ 'ਚ ਦਿੰਦੇ ਰਹੇ ਹਾਂ ਲੋਕਾਂ। ਗੱਲ ਰਹੀ ਵਿਕਾਸ ਦੀ, ਇਹ ਕਹਿੰਦੇ ਨੇ ਵਿਕਾਸ, ਬਸਤੀ ਹਜ਼ੂਰ ਸਿੰਘ ਵਾਰਡ ਨੰਬਰ 2 ਉੱਥੇ ਅੱਧੀਆਂ ਗਲੀਆਂ ਹੱਲੇ ਵੀ ਡਿਵੈਲਪ ਨਹੀਂ ਹੋਈਆਂ, ਅੱਜ ਤੋਂ 25 ਸਾਲ ਪਹਿਲਾਂ ਦੀਆਂ ਹੋਈਆਂ, ਉਸ ਤੋਂ ਬਾਅਦ ਉੱਥੇ ਕਾਰਿਆ ਹੀ ਨਹੀਂ ਹੋਇਆ। ਦੂਜੀ ਗੱਲ, ਸ਼ਹਿਰ 'ਚ ਗੰਦ ਦੇ ਢੇਰ ਅਸੀਂ ਆਪ ਕਹਿ ਕੇ ਲੋਕਾਂ ਕੋਲ ਚੁਕਵਾਣੇ ਆ ਜੀ, ਤੇ ਇਹ ਕਹਿੰਦੇ ਡਿਵੈਲਪਮੈਂਟ ਹੋਈ ਹੈ। ਕਾਹਦੀ ਡਿਵੈਲਪਮੈਂਟ ਹੋਈ? ਕੋਈ ਡਿਵੈਲਪਮੈਂਟ ਨਹੀਂ। ਹਾਂਜੀ ਤੇਂਦਰ ਜੀ ਕੀ ਕਹਿਣਾ ਚਾਹੁੰਦੇ ਹੋ? ਤੁਹਾਡੇ ਵੀ ਤਾਂ ਵਿਧਾਇਕ ਰਹਿ ਚੁੱਕੇ ਨੇ, ਮੰਤਰੀ ਸੀ, ਹਾਲਾਂਕਿ ਤੁਹਾਡੇ ਭਾਈਵਾਲ ਨੇ ਇਹ। ਬੋਲੇ ਜੀ ਸਚਦੇਵਾ ਜੀ ਨੇ ਸ਼ੁਰੂਆਤ ਹੀ ਝੂਠ ਤੋਂ ਕੀਤੀ ਹੈ, ਮੈਂ ਇਹਨਾਂ ਨੂੰ ਕੀ ਕਹਾਂ ਜੀ। ਇਹ ਕਹਿੰਦੇ ਨੇ ਜੀ ਘੁਬਾਇਆ ਜੀ ਨੇ ਆ ਕੇ ਕਰੋਨਾ ਕਾਲ 'ਚ ਇਹ ਕੀਤਾ, ਉਹ ਕੀਤਾ। ਜਿੰਨਾ ਕੰਮ ਕਰੋਨਾ ਕਾਲ ਵਿੱਚ ਸੁਰਜੀਤ ਕੁਮਾਰ ਜੈਨੀ ਨੇ ਅਸੀਂ ਘਰ ਘਰ ਜਾ ਕੇ ਅਸੀਂ ਕਿਸੇ ਨੂੰ ਵਿਖਾਇਆ ਨਹੀਂ, ਅਸੀਂ ਕਿਸੇ ਦੀ ਇਨਸਲਟ ਨਹੀਂ ਕੀਤੀ, ਕਿਸੇ ਨੂੰ ਕੋਈ ਆਟਾ ਦੇ ਕੇ, ਕੋਈ ਸਬਜ਼ੀ ਦੇ ਕੇ, ਕੋਈ ਦਾਲ ਦੇ ਕੇ, ਵੀ ਅਸੀਂ ਉਹਦੀ ਗਰੀਬੀ ਲੋਕਾਂ ਨੂੰ ਸ਼ੋਅ ਕਰੀਏ। ਇਹ ਇਹਨਾਂ ਨੇ ਤਾਂ ਪਹਿਲੀ ਗੱਲ ਕੋਈ ਦਿੱਤਾ ਨਹੀਂ, ਦਿੱਤਾ ਤਾਂ ਫੋਟੋ ਖਿਚਾਈ ਉਸ ਗਰੀਬ ਨੂੰ, ਹੋਰ ਇਹਨਾਂ ਨੇ ਜਲੀਲ ਕੀਤਾ। ਇਹ ਕਾਂਗਰਸ ਦਾ ਕੰਮ ਹੈ, ਹਮੇਸ਼ਾ ਹੀ ਕਰਦੇ ਆਏ ਨੇ, ਕੋਈ ਨਵੀਂ ਗੱਲ ਨਹੀਂ ਜੀ ਇਹਨਾਂ ਵਾਸਤੇ। ਤੁਸੀਂ ਕਹਿ ਰਹੇ ਹੋ ਵੀ ਇਹਨਾਂ ਨੇ ਜੇ ਕੀਤਾ ਆਸਾਨ ਕੀਤਾ ਹੈ, ਹਾਂਜੀ ਕੀ ਪ੍ਰਾਪਤੀਆਂ ਨੇ? ਜੇ ਮੋਰਚੇ ਤੋਂ ਇਲਾਵਾ ਕੋਈ ਹੋਰ ਗੱਲ ਕਰੀਏ ਤਾਂ ਮੋਰਚੇ ਤੋਂ ਇਲਾਵਾ ਤਾਂ ਮੈਨੂੰ ਪ੍ਰਾਪਤੀ ਦਿਸਦੀ ਕੋਈ ਨਹੀਂ। ਆਪਸ ਵਿੱਚ ਹੀ ਦੱਸਦੇ ਪਏ ਨੇ ਵੀ ਉਹਨੇ ਉਹ ਨਹੀਂ ਕੀਤਾ, ਉਹਨੇ ਉਹ ਨਹੀਂ ਕੀਤਾ, ਸਾਨੂੰ ਦੱਸਣ ਦੀ ਤਾਂ ਲੋੜ ਨਹੀਂ। ਜੋ ਡਿਵੈਲਪਮੈਂਟ ਹੋਈ ਸਾਹਮਣੇ, ਜੇ ਕੋਈ ਸੜਕ ਬਣੀ ਤਾਂ 6 ਮਹੀਨੇ ਦੇ ਅੰਦਰ ਪੱਟੀ ਜਾਂਦੀ। ਅਸੀਂ ਕਿਸੇ ਬਿਊਰੋ ਨੂੰ ਦਰਖਾਸਤ ਦਿੰਦੇ ਹਾਂ ਵੀ ਇਹਦੀ ਛਾਣਬੀਣ ਕਰੋ ਤਾਂ ਪੁੱਛਦਾ ਕੋਈ ਨਹੀਂ। ਸਰਕਾਰਾਂ ਉੱਤੇ ਹਿੱਸੇ ਲੈਂਦੀਆਂ ਨੇ, ਮਿਨਿਸਟਰ ਤੱਕ ਹਿੱਸੇ ਜਾਂਦੇ ਨੇ, ਭਾਵੇਂ ਬੀਜੇਪੀ ਹੋਵੇ, ਭਾਵੇਂ ਅਕਾਲੀ ਹੋਵੇ, ਤੇ ਭਾਵੇਂ ਕਾਂਗਰਸੀ ਹੋਵੇ। ਇਹਨਾਂ ਨੇ ਅੱਜ ਤੱਕ ਬਸ ਪੰਜਾਬ ਨੂੰ 17ਵੇਂ ਨੰਬਰ ਤੇ ਲੈ ਜਾਂਦਾ ਹੈ, ਤੇ ਇੰਡੀਆ ਨੂੰ ਕਹਿੰਦੇ ਨੇ ਅਸੀਂ ਬਣਾਵਾਂਗੇ ਵਿਸ਼ਵ ਗੁਰੂ। ਪਤਾ ਨਹੀਂ ਕਿਸ ਤਰ੍ਹਾਂ ਬਣਾਉਣਗੇ। ਭੁੱਖਮਰੀ 80 ਕਰੋੜ ਦੁਨੀਆ ਹੋ ਗਈ ਏ, ਬੇਰੁਜ਼ਗਾਰੀ ਬੇਹੱਦ ਹੋ ਗਈ ਏ, ਤੇ 80 ਕਰੋੜ ਤੁਸੀਂ ਇੱਥੇ ਚੌਂਕ 'ਚ ਵੇਖ ਲਓ, 500 ਬੰਦਾ ਖੜਾ, ਕਿਸੇ ਨੂੰ ਕੰਮ ਨਹੀਂ ਮਿਲਦਾ ਪਿਆ। ਉਸ ਪਰਲੇ ਚੌਂਕ 'ਚ ਚਲੇ ਜਾਓ, ਉੱਥੇ 500 ਲੇਬਰ ਦਾ ਬੰਦਾ ਖੜਾ ਹੈ, ਕਿਸੇ ਨੂੰ ਕੰਮ ਨਹੀਂ ਮਿਲਦਾ ਪਿਆ। ਇਹ ਕਰੋਨਾ ਦੀ ਇਹਨਾਂ ਗੱਲ ਛੇੜੀ ਏ, ਤੇ ਮੈਂ ਤਾਂ ਕਰੋਨਾ ਹੁਣ ਕੱਲੀ ਥਾਲੀ ਵਜਾਉਣ ਨਾਲ ਜਾਂ ਤਾਲੀ ਵਜਾਉਣ ਨਾਲ ਤਾਂ ਜਾਣੀ ਨਹੀਂ ਸੀ। ਕਰੋਨਾ ਤਾਂ ਕਿਸੇ ਹਿਸਾਬ ਨਾਲ ਦਵਾਈ ਨਾਲ ਹੀ ਜਾਣੀ ਸੀ। ਦਵਾਈ ਡਾਕਟਰ ਪਰ ਕਿਸਾਨਾਂ ਨੇ ਤਾਂ ਕਰੋਨਾ ਮੰਨਿਆ ਹੀ ਨਹੀਂ ਨਾ। ਜੇਕਰ ਤੁਸੀਂ ਕਹਿੰਦੇ ਕਰੋਨਾ ਕਿਸੇ ਤਰੀਕੇ, ਜੇ ਤੁਸੀਂ ਅੱਜ ਕਰੋਨਾ ਮੰਨ ਰਹੇ ਹੋ, ਤੁਸੀਂ ਕਹਿ ਰਹੇ ਹੋ ਕਰੋਨਾ ਕਿਸੇ ਤਰੀਕੇ ਨਾਲ ਜਾਣਾ ਸੀ, ਦਿੱਲੀ ਬੈਠੇ ਕਿਸਾਨਾਂ ਨੇ ਮੰਨਿਆ ਵੀ ਕਿਉਂ ਨਹੀਂ? ਕਿਸਾਨਾਂ ਨੇ ਤਾਂ ਸਾਬਤ ਕਰ ਦਿੱਤਾ। ਉੱਥੇ ਨਾ ਕੋਈ ਉਹਨਾਂ ਨੇ ਡਿਸਟੈਂਸ ਰੱਖਿਆ, ਨਾ ਕੋਈ ਮਾਸਕ ਪਹਿਨਿਆ, ਫਿਰ ਵੀ ਇੱਕ ਬੰਦਾ ਨਹੀਂ ਉੱਥੇ ਕਰੋਨਾ ਨਾਲ ਮਾਰਿਆ ਗਿਆ। ਜੀ ਸਾਬਤ ਕਰਤਾ। ਮੈਂ ਆਉਣਾ ਤੇਂਦਰ ਜੀ, ਪਹਿਲਾਂ ਮੈਂ ਤੋਂ ਜਿਹੜੇ ਲੋਕ ਇਹਨਾਂ ਨੇ ਬਜਟ ਬਣਾਏ ਕਰੋੜਾਂ ਰੁਪਈਆ, ਅਰਬਾਂ ਰੁਪਈਆ ਦੀ, ਵੀ ਇੰਨੇ ਕਰੋੜ ਲਾਤਾ ਇੰਜੈਕਸ਼ਨ, ਤੇ ਉਹ ਅਸੀਂ ਤਾਂ ਉੱਥੇ ਸਾਬਤ ਕਰਤਾ ਵੀ ਕਰੋਨਾ ਨਹੀਂ ਹੈਗੀ। ਪੂਜਾ ਜੀ ਭ੍ਰਿਸ਼ਟਾਚਾਰੀ ਦੀ ਗੱਲ ਕਰਦੇ ਨੇ, ਤੁਹਾਡੀ ਪਾਰਟੀ, ਤੁਹਾਡੇ ਸੁਪਰੀਮੋ, ਤੁਹਾਡੇ ਜੋ ਮੁੱਖ ਮੰਤਰੀ ਚਿਹਰਾ, ਉਹ ਕਹਿੰਦੇ ਨੇ ਵੀ ਭ੍ਰਿਸ਼ਟਾਚਾਰੀ ਨੂੰ ਖਤਮ ਕਰਕੇ ਅਸੀਂ ਇੰਨਾ ਕੁ ਪੈਸਾ ਇਕੱਠਾ ਕਰ ਲਾਂਗੇ, ਜਿਹੜੇ ਅਸੀਂ ਐਲਾਨ ਕੀਤੇ ਆ ਨਾ ਉਹ ਆਰਥਿਕ ਬੋਝ ਨਹੀਂ। 3 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਆ, ਕਰਜ਼ਾ ਲਾਉਣ ਦੀ ਕੀ ਵਿਉਂਤਬੰਦੀ ਹੈ? ਇਹਨੂੰ ਛੱਡ ਦਿਓ ਜੀ, ਮੇਰਾ ਕੰਮ ਹੈ। ਦੇਖੋ ਸਰ, ਜਿਹੜੇ ਕੀ ਭ੍ਰਿਸ਼ਟਾਚਾਰ ਦੀ ਗੱਲ ਏ, ਤਾਂ ਇਹ ਜਿਹੜੀਆਂ ਸਰਕਾਰਾਂ ਨੇ, ਭਾਵੇਂ ਉਹ ਅਕਾਲੀ ਏ, ਭਾਵੇਂ ਉਹ ਬੀਜੇਪੀ ਨੇ, ਤੇ ਭਾਵੇਂ ਉਹ ਕਾਂਗਰਸ ਨੇ, ਉਹ ਅੱਜ ਤੱਕ ਸਿਰਫ ਇੱਕੋ ਹੀ ਮੁੱਦਾ ਚੱਕਦੇ ਨੇ ਕਿ ਅਸੀਂ ਵਿਕਾਸ ਕੀਤਾ ਹੈ। ਕੋਈ ਕਹਿ ਰਿਹਾ ਸੀ ਜ਼ਿਲ੍ਹਾ ਬਣਾਤਾ। ਮੈਂ ਇਹ ਕਹਿਣਾ ਚਾਹੁੰਦੀ ਹਾਂ ਵੀ ਅਗਰ ਇਹ ਭ੍ਰਿਸ਼ਟਾਚਾਰ ਨੂੰ ਖਤਮ ਕੀਤਾ ਹੁੰਦਾ, ਆਪਾਂ ਕਹਿੰਦੇ ਹਾਂ ਜੀ ਕਾਂਗਰਸ ਵੀ ਆ ਗਈ, 5 ਸਾਲ ਉਹਨਾਂ ਨੇ ਰਾਜ ਕਰ ਲਿਆ ਜੀ, ਠੀਕ ਹੈ। ਉਸ ਤੋਂ ਪਿੱਛੇ ਅਕਾਲੀਆਂ ਨੇ ਵੀ ਰਾਜ ਕੀਤਾ ਹੈ, ਤਾਂ ਅਕਾਲੀਆਂ ਤੇ ਬੀਜੇਪੀ ਤਾਂ ਵੈਸੇ ਹੀ ਗਠਬੰਧਨ ਸੀ। ਤਾਂ ਅਗਰ ਭ੍ਰਿਸ਼ਟਾਚਾਰ ਉਹਨਾਂ ਨੇ ਖਤਮ ਕੀਤਾ ਹੁੰਦਾ, ਲੋਕਾਂ ਉੱਤੇ ਵਾਕਈ ਇਨਵੈਸਟ ਕੀਤਾ ਹੁੰਦਾ, ਤਾਂ ਜਿਹੜੇ ਸਾਰੇ ਵਰਗ ਅੱਜ ਧਰਨਿਆਂ ਤੇ ਬੈਠੇ ਨੇ, ਉਹ ਧਰਨਿਆਂ ਤੇ ਬੈਠਣ ਵਾਸਤੇ ਮਜਬੂਰ ਨਾ ਹੁੰਦੇ। ਤਾਂ ਆਪ ਹੀ ਸੋਚ ਲਓ ਨਾ ਕਿ ਉਹ ਪੈਸਾ ਗਿਆ ਕਿੱਥੇ ਹੈ? ਉਹ ਸਰਕਾਰਾਂ ਦੀ, ਲੀਡਰਾਂ ਦੀ ਜੇਬਾਂ 'ਚ ਤਾਂ ਗਿਆ, ਹੋਰ ਕੀ ਗਿਆ? ਜੇ ਕਰੋਨਾ ਕਾਲ ਦੀ ਗੱਲ ਕਰਦੇ ਨੇ ਵੀ ਅਸੀਂ ਘਰ ਘਰ ਰਾਸ਼ਨ ਵੰਡਦੇ ਜੀ, ਨਹੀਂ ਤੁਸੀਂ ਇਹ ਦੋਸ਼ ਲਾਉਂਦੇ ਹੋ, ਹਰ ਇੱਕ ਲੀਡਰ ਇੱਕ ਦੂਜੇ ਦੇ ਦੋਸ਼ ਲਾਉਂਦਾ ਦੂਜੀ ਪਾਰਟੀ ਦੇ ਕਿ ਪੈਸਾ ਖਾ ਰਿਹਾ ਆ, ਪੈਸਾ ਖਾ ਰਿਹਾ। ਜੇ ਪੈਸਾ ਆਇਆ,
ਪੈਸਾ ਖਾਦਾ ਜਾ ਰਿਹਾ, ਮੈਂ ਸਾਰਿਆਂ ਲਈ ਇਹ ਸਵਾਲ ਹੈ, ਸਬੂਤ ਕਿੱਥੇ? ਜੇ ਪੈਸਾ ਖਾਦਾ ਗਿਆ ਉਸ ਚੀਜ਼ ਨੂੰ ਕੱਲਾ ਬਿਆਨਾਂ ਤੱਕ ਕਿਉਂ ਸਪਸ਼ਟ ਰੱਖਦੇ ਹੋ? ਉਸ ਚੀਜ਼ ਨੂੰ ਸਬੂਤ ਰਾਹੀਂ ਲੈ ਕੇ ਆਓ। ਨਵੀਨ ਜੀ, ਤੁਹਾਡੇ ਤੋਂ ਗੱਲ ਕਰ ਲੈਂਦੇ ਹਾਂ। ਤੁਸੀਂ ਵੀ ਪੂਰੇ ਦੋਸ਼ ਲਾ ਰਹੇ ਹੋ ਕਿ ਪੈਸਾ ਬਹੁਤ ਆਉਂਦਾ, ਅਸੀਂ ਪੈਸਾ ਲਿਆਵਾਂਗੇ। ਤੁਹਾਡੇ ਪ੍ਰਧਾਨ ਸਾਹਿਬ ਰੈਲੀ 'ਚ ਕਹਿੰਦੇ ਨਜ਼ਾਰੇ ਲਿਆ ਦਾਂਗੇ, ਇੱਕ ਵਾਰੀ ਸਰਕਾਰ ਬਣਾ ਦਿਓ। ਉਹ ਨਜ਼ਾਰੇ ਕੀ ਆ? ਉਹ ਪੈਸਾ ਕਿੱਥੇ ਹੈ? ਪੈਸਾ ਤਾਂ ਜਿਹੜਾ ਬਜਟ ਹਰ ਸਰਕਾਰ ਤਿਆਰ ਕਰਦੀ ਹੈ, ਆਦਾ ਸਿਸਟਮ ਆਦਾ ਰੈਵਨਿਊ ਇਕੱਠਾ ਕਰਦੀ ਹੈ, ਤਾਂ ਉਹੀ ਬਜਟ ਅਸੀਂ ਲੋਕਾਂ ਤੇ ਲਾਣਾ। ਪਰ 3 ਲੱਖ ਕਰੋੜ ਦਾ ਕਰਜ਼ਾ ਤਾਂ ਕਹਿੰਦੇ 10 ਸਾਲ ਸਰਕਾਰ ਅਕਾਲੀ ਦਲ ਦੀ ਰਹੀ ਤਾਂ ਚੜਿਆ। ਬਿਲਕੁਲ ਨਹੀਂ, ਝੂਠ ਹੈ ਜੀ। ਸਾਡੇ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀਗੀ, ਕੋਈ ਵਰਗ ਵੀ, ਪੂਜਾ ਜੀ ਕਹਿ ਰਹੇ ਸੀ ਧਰਨਿਆਂ ਤੇ ਬੈਠੇ, ਸਾਨੂੰ ਦੱਸ ਦਿਓ ਕੋਈ ਮੁਲਾਜ਼ਮ ਜਥੇਬੰਦੀ ਧਰਨੇ ਤੇ ਬੈਠੀ ਹੋਵੇ, ਕੋਈ ਵਰਗ ਧਰਨੇ ਤੇ ਬੈਠਾ ਹੋਵੇ। ਰਾਸ਼ਨ, ਆਟਾ, ਦਾਲ, ਸਾਰੀਆਂ ਸਕੀਮਾਂ ਚੱਲਦੀਆਂ ਰਹੀਆਂ ਸਾਡੀਆਂ, ਠੀਕ ਹੈ। ਕਾਂਗਰਸ ਸਰਕਾਰ ਵੇਲੇ ਦੱਸੋ ਵੀ ਕਿੱਥੇ ਨੇ ਨੌਕਰੀਆਂ? ਹੁਣ ਧਰਨੇ ਤੇ ਬੈਠੇ ਰਹੇ ਨੇ ਲੋਕ। 4.5 ਸਾਲ ਕੈਪਟਨ ਨੇ ਕੰਮ ਨਹੀਂ ਕੀਤਾ। 111 ਦਿਨਾਂ ਚੰਨੀ ਜੀ ਨੇ ਕਿਹਾ 32,000 ਮੁਲਾਜ਼ਮ ਪੱਕੇ ਕਰਤੇ, ਕਿੱਥੇ ਕਰਤੇ? ਭ੍ਰਸ਼ਟਾਚਾਰ ਤਾਂ ਚੰਨੀ ਜੀ ਦੇ ਭਤੀਜਾ ਹਨੀ ਨੇ ਪਕੜਿਆ 10,000 ਦਾ, 10 ਕਰੋੜ ਦਾ, ਤੇ ਉਹ ਭ੍ਰਸ਼ਟਾਚਾਰ ਸਬੂਤ ਹੀ ਹੈ ਸਾਰੇ। ਸਦੇਵਾ ਜੀ, ਤੁਹਾਡੇ ਤੋਂ ਜਵਾਬ ਲੈ ਲਈਏ ਇਸ ਚੀਜ਼ ਦਾ। ਉਹ ਸਵਾਲ ਬਹੁਤ ਤਕੜਾ ਉਹਨਾਂ ਨੇ ਕੀਤਾ ਆ। ਕਦੇ ਅਕਾਲੀ ਦਲ ਦੇ ਸਮੇਂ ਰੁਜ਼ਗਾਰ ਸੀ, ਕੋਈ ਧਰਨਿਆਂ ਤੇ ਨਹੀਂ ਸੀ। 4.5 ਸਾਲ ਕੈਪਟਨ ਸਾਹਿਬ ਰਹੇ ਨੇ, ਉਦੋਂ ਖਰਾਬ ਕੀਤਾ ਆ। ਲੋਕ ਧਰਨਿਆਂ ਤੇ ਰਹੇ ਨੇ ਤੇ ਭ੍ਰਿਸ਼ਟ ਚਰਨਜੀਤ ਚੰਨੀ ਦੇ ਜਿਹੜੇ ਰਿਸ਼ਤੇਦਾਰ ਨੇ ਉਹ ਵੀ ਨੇ। ਦੇਖੋ, ਜਾਂ ਤਾਂ ਕੌਸ਼ਲ ਜੀ ਟੀਵੀ ਨਹੀਂ ਦੇਖਦੇ, ਜਾਂ ਅਖਬਾਰ ਨਹੀਂ ਪੜ੍ਹਦੇ, ਜਾਂ ਇਹਨਾਂ ਦੀ ਯਾਦਾਸ਼ਤ ਕਮਜ਼ੋਰ ਹੈ ਵੀ ਪਿਛਲੇ 5 ਸਾਲ ਦਾ ਦੌਰ ਜਿਹੜਾ ਭੁੱਲ ਗਏ, ਜਦੋਂ ਅਕਾਲੀ ਬੀਜੇਪੀ ਦਾ ਰਾਜ ਸੀ, ਕਿੱਥੇ ਕਿੱਥੇ ਧਰਨੇ ਲੱਗੇ ਤੇ ਕਿਹੜੇ ਡਿਪਾਰਟਮੈਂਟ ਨੇ, ਕਿਹੜੇ ਸੰਗਠਨਾਂ ਨੇ, ਜਥੇਬੰਦੀਆਂ ਨੇ ਧਰਨੇ ਲਗਾਏ ਜੀ। ਤੇ ਜੇ ਮੈਂ ਹੁਣ ਨੌਕਰੀਆਂ ਦੀ ਗੱਲ ਕਰਾਂ, ਕਹਿੰਦੇ ਨੌਕਰੀਆਂ ਨਹੀਂ ਮਿਲੀਆਂ। 36,000 ਨੌਕਰੀਆਂ ਜਦੋਂ 111 ਦਿਨਾਂ ਦੀ ਸਰਕਾਰ ਦੇ ਵਿੱਚ ਚੰਨੀ ਸਾਹਿਬ ਨੇ ਕਮਾਨ ਸੰਭਾਲੀ, 111 ਦਿਨ 36,000 ਮੁਲਾਜ਼ਮ ਜਿਹੜੇ ਪੱਕੇ ਕਰਕੇ ਨੋਟੀਫਿਕੇਸ਼ਨ ਕਰਕੇ ਕੈਬਨਿਟ ਨੇ ਅਪਰੂਵ ਕਰਤਾ, ਤੇ ਉਹ ਨੌਕਰੀ ਲੱਗੀ ਕਿਉਂ ਨਹੀਂ? ਕਿਉਂਕਿ ਉਹ ਗਵਰਨਰ ਸਾਹਿਬ ਜਿਹੜੇ ਪੰਜਾਬ ਦੇ, ਜਿਹੜੇ ਬੀਜੇਪੀ ਵੱਲੋਂ ਅਪਾਇੰਟ ਕੀਤੇ ਗਏ ਹੈ, ਬੀਜੇਪੀ ਦੇ ਉਹ ਨੁਮਾਇੰਦੇ ਹੈ, ਉਹਨਾਂ ਨੇ ਉਸ ਫਾਈਲ ਨੂੰ ਉੱਪਰ ਸਾਈਨ ਨਹੀਂ ਕੀਤਾ। ਅਗਰ ਉਹ ਸਾਈਨ ਕਰ ਦਿੰਦੇ, ਅੱਜ 36,000 ਮੁਲਾਜ਼ਮ ਪੰਜਾਬ ਦੇ ਵਿੱਚ ਆਪਣਾ ਰੁਜ਼ਗਾਰ ਪ੍ਰਾਪਤ ਕਰ ਚੁੱਕੇ ਹੁੰਦੇ। ਔਰ ਅਗਰ ਉਹ ਰੁਜ਼ਗਾਰ ਉਹਨਾਂ ਨੂੰ ਨਹੀਂ ਮਿਲੇ, ਔਰ ਮੈਂ ਸਮਝਦਾ ਉਹਦੇ ਵਾਸਤੇ ਸਿਰਫ ਔਰ ਸਿਰਫ ਬੀਜੇਪੀ ਜ਼ਿੰਮੇਵਾਰ ਹੈ। ਤੁਸੀਂ ਬੀਜੇਪੀ ਜ਼ਿੰਮੇਵਾਰ ਕਹਿੰਦੇ ਹੋ, ਪਰ ਬੋਰਡ ਤਾਂ ਪਾਰਟੀ ਵੱਲੋਂ ਲਾਏ ਗਏ, ਜੇ ਪੱਕੇ ਨਹੀਂ ਹੋਏ ਤਾਂ ਬੋਰਡ ਕਾਹਦੇ ਜੀ? ਹਾਂ, ਕੀ ਕਹਿਣਾ ਚਾਹੀਦਾ? ਗੱਲ ਜੀ, ਇਹ 36,000 ਕਹਿੰਦੇ ਨੇ ਨੌਕਰੀਆਂ ਲਾਤੀਆਂ, ਕਿਉਂ ਜੀ? 36,000 ਕਹਿੰਦੇ ਨੇ ਜੀ ਜੀ ਜੀ। ਇਹਨਾਂ ਨੇ 36 ਨਹੀਂ ਲਾਈਆਂ ਤੇ ਲਾ ਦਿੱਤੀ 36। ਇਹਨਾਂ ਨੇ ਜਿੰਨਾ ਪੈਸਾ ਲਾਣਾ ਸੀ ਨਾ ਜੀ, ਜੇ ਕਿਸੇ ਨੂੰ ਨੌਕਰੀ ਦੇਣੀ ਸੀ, ਇਹਨਾਂ ਨੂੰ ਉਹਨਾਂ ਪੈਸਾ ਐਡਵਰਟਾਈਜ਼ਮੈਂਟ ਤੇ ਲਾ ਦਿੱਤਾ। ਪਰ ਸਵਾਲ ਤੁਹਾਡੇ ਤੇ ਵੀ ਆ, ਤੁਹਾਡੀ ਪਾਰਟੀ ਤੇ ਵੀ ਆ। 2-2 ਕਰੋੜ ਦੀ ਨੌਕਰੀ ਦੀ ਗੱਲ ਕਰਦੇ ਸੀ ਕਿ ਅਸੀਂ ਬਹੁਤ ਨੌਕਰੀਆਂ ਦਿੱਤੀਆਂ ਨੇ ਜੀ। ਅੰਕੜਾ ਦਿਓ ਇੱਕ। ਮੋਦੀ ਸਰਕਾਰ ਨੇ ਇੱਕ ਅੰਕੜਾ ਸਾਰੀ ਨੌਕਰੀ ਸੈਂਟਰ ਸਰਕਾਰ ਜੀ ਮੋਦੀ ਸਾਹਿਬ ਨੇ ਦਿੱਤੀ ਹੈ। ਇੱਕ ਅੰਕੜਾ ਦਿਓ ਜੀ ਮੈਨੂੰ, ਸਿਰਫ ਇੱਕ ਅੰਕੜਾ ਦਿਓ। ਕਿਸ ਤਰ੍ਹਾਂ ਦਾ ਅੰਕੜਾ ਤੁਸੀਂ ਚਾਹੁੰਦੇ? ਤੁਸੀਂ 2 ਕਰੋੜ ਦੀ ਗੱਲ ਕੀਤੀ ਸੀ, 2 ਕਰੋੜ ਦੀ ਗੱਲ ਕੀਤੀ ਸੀ ਮੋਦੀ ਸਰਕਾਰ ਨੇ। ਇੱਕ ਅੰਕੜਾ ਦੇ ਦਿਓ ਜੀ। ਤੁਸੀਂ ਮੈਨੂੰ ਇਹ ਗੱਲ ਦੱਸੋ, ਸਭ ਤੋਂ ਜਿਹੜਾ ਜ਼ਰੂਰੀ ਕੰਮ ਸੀ ਉਹ ਸੀ ਇੱਕ ਹੈਲਥ ਦਾ ਜੀ, ਜਿਹੜਾ ਕਿ ਮੋਦੀ ਸਾਹਿਬ ਨੇ ਘਰ ਕਾਰਡ ਬਣਾ ਕੇ 5-5 ਲੱਖ ਰੁਪਈਆ ਦੇ ਬਣਾਏ ਕਾਰਡ ਕਿ ਨਹੀਂ ਬਣਾਏ, ਔਰ ਲੋਕਾਂ ਨੇ ਆਦੇ ਆਪਰੇਟ ਵੀ ਕਰਾਏ, ਆਦੇ ਇਲਾਜ ਵੀ ਕਰਾਏ। ਇਹ ਕਿਹਦੀ ਦੇਣ ਸੀ? ਇਹ ਮੋਦੀ ਸਾਹਿਬ ਦੇਣ ਸੀ। ਹੁਣ ਤੁਸੀਂ ਵੇਖੋ, ਮੋਦੀ ਸਾਹਿਬ ਇੱਥੇ ਆ ਰਹੇ ਸੀ, ਔਰ ਮੋਦੀ ਸਾਹਿਬ ਨੇ ਆ ਕੇ ਸਾਰਾ ਕਿਸਾਨਾਂ ਦਾ ਕਰਜ਼ ਮਾਫ ਕਰਨਾ ਸੀ, ਉਹਨਾਂ ਦੇ ਮਨ ਦੀ ਇਹ ਗੱਲ ਸੀ। ਤੇ ਹੁਣ ਵੀ ਮੋਦੀ ਸਾਹਿਬ ਆਉਣਗੇ, ਹੁਣ ਵੀ ਕਿਸਾਨਾਂ ਵਾਸਤੇ ਬਹੁਤ ਕੁਝ ਦੇ ਕੇ ਜਾਣਗੇ, ਔਰ ਬਹੁਤ ਵੱਡੇ ਕੰਮ ਕਰਕੇ ਜਾਣਗੇ। ਲੋ ਆਪਾਂ ਕਿਸਾਨਾਂ ਤੋਂ ਪੁੱਛ ਲੈਂਦੇ ਆ, ਜਿਹੜੇ ਮੋਦੀ ਸਾਹਿਬ ਨੇ ਕੰਮ ਕਰਨੇ ਆ, ਕਰਜ਼ਾ ਮਾਫ ਕਰਨ ਦੀ ਗੱਲ ਕਰਦੇ ਆ। ਹਾਲਾਂਕਿ ਕੱਲ ਇੱਕ ਐਲਾਨ ਹੋਇਆ 5 ਏਕੜ ਤੱਕ ਦੇ ਕਿਸਾਨ ਉਹਨਾਂ ਦਾ ਕਰਜ਼ਾ ਮਾਫ ਕਰਾਂਗੇ, ਬੀਜੇਪੀ ਵੱਲੋਂ ਐਲਾਨ ਸੀ। ਵਿਸ਼ਵਾਸ ਆਉਂਦਾ? ਬਿਲਕੁਲ ਨਹੀਂ ਵਿਸ਼ਵਾਸ ਆਉਂਦਾ। ਇਹ ਭਾਈ ਸਾਹਿਬ ਤਾਂ ਕਹਿੰਦੇ ਮੋਦੀ ਸਾਹਿਬ ਨੇ ਬਹੁਤ ਕੰਮ ਕੀਤਾ। ਮੈਂ ਤਾਂ ਕਹਿੰਦਾ ਜੋ ਕਹਿੰਦਾ ਸੀ ਇੱਥੇ ਮੋਦੀ ਸਾਹਿਬ ਨੇ ਉਹ ਕੀਤਾ ਹੀ ਨਹੀਂ। ਜਿਵੇਂ ਕਿਸੇ ਦੀ ਘਰ ਵਾਲੀ ਮਰ ਗਈ ਸੀ ਤਾਂ ਥੱਲੇ ਨਹਿਰ 'ਚ ਡੁੱਬ ਗਈ, ਥੱਲੇ ਲੱਭਣ, ਉਹਨੇ ਕਿਹਾ ਉਤਲੇ ਬੰਨੇ ਲੱਭੋ ਯਾਰ, ਪੁੱਠੇ ਪਾਸੇ ਜਾਂਦੀ। ਜੋ ਮੋਦੀ ਕਹਿੰਦਾ ਸਮਾਰਟ ਸਿਟੀ ਬਣਾਵਾਂਗਾ, ਬੁਲਟ ਟ੍ਰੇਨ ਚਲਾਵਾਂਗਾ, 15 ਲੱਖ ਰੁਪਈਆ ਦਿਆਂਗਾ, 2 ਕਰੋੜ ਨੌਕਰੀ ਦਿਆਂਗਾ, ਅੱਜ ਤਾਈਂ ਕੱਖ ਨਹੀਂ ਦਿੱਤਾ। ਜਿਹੜਾ ਕਹਿੰਦਾ ਸੀ ਦੇਸ਼ ਭਗਤ ਆ, ਉਹ ਵੀ ਦੇਸ਼ ਭਗਤੀ ਵਾਲੀ ਗੱਲ ਵੀ ਨਹੀਂ ਮੈਨੂੰ ਦਿਸਦੀ, ਕਿਉਂਕਿ ਬੰਦੇ ਜਿਹੜੇ ਬਾਰਡਰ ਤੋਂ ਫੜੇ ਜਾਂਦੇ, ਮੋਸਟ ਅੱਤਵਾਦੀਆਂ ਤੋਂ ਫੜੇ ਜਾਂਦੇ ਨੇ, ਉਹਨਾਂ ਦੀ ਜ਼ਮਾਨਤਾਂ ਹੋ ਜਾਂਦੀਆਂ ਨੇ। ਸਾਰਾ ਕੰਮ ਮੈਨੂੰ ਤਾਂ ਲੱਗਦਾ ਮੋਦੀ ਸਾਹਿਬ ਵਰਗਾ ਝੂਠਾ PM ਅੱਜ ਤਾਈਂ ਨਹੀਂ ਆਇਆ। ਪੂਜਾ ਜੀ, ਕੀ ਕਹਿਣਾ ਚਾਹੁੰਦੇ ਹੋ? ਤੁਹਾਡੀ ਸਰਕਾਰ ਇਹ ਕਹਿੰਦੀ ਆ ਕਿ ਅਸੀਂ ਗਰੰਟੀਆਂ ਦੇਵਾਂਗੇ, ਤੁਹਾਡੀ ਸਰਕਾਰ ਕਹਿੰਦੀ ਆ ਹੈਲਥ ਲੈ ਕੇ ਪੰਜਾਬ 'ਚ ਮੁਹੱਲਾ ਕਲੀਨਿਕ ਖੋਲਾਂਗੇ। ਵਿਰੋਧੀ ਕਹਿੰਦੇ ਨੇ, ਇਹ ਸਾਰੇ ਤੁਹਾਡੇ ਵਿਰੋਧੀ ਨੇ, ਕਹਿੰਦੇ ਨੇ ਕਿ ਜਿਹੜੇ ਮੁਹੱਲਾ ਕਲੀਨਿਕ ਖੋਲੇ ਗਏ ਨੇ ਉਹ ਕਿਸੇ ਦੁਕਾਨ ਦੇ ਖੋਖੇ ਵਰਗੇ ਨੇ, ਡਾਕਟਰ ਉੱਥੇ ਮਿਲਦੇ ਨਹੀਂ, ਦਵਾਈਆਂ ਉੱਥੇ ਮਿਲਦੀਆਂ ਨੇ। ਦੇਖੋ ਸਰ, ਮੈਂ ਤਾਂ ਇਹੋ ਕਹਾਂਗੀ ਕਿ ਅਗਰ ਦਿੱਲੀ ਵਿੱਚ ਕੇਜਰੀਵਾਲ ਜੀ ਨੇ ਕੰਮ ਕੀਤੇ ਸੀ ਤਾਂ ਲੋਕਾਂ ਨੇ ਉਹਨਾਂ ਨੂੰ ਤੀਜੀ ਵਾਰ ਵੀ CM ਚੁਣਿਆ।
ਅਗਰ ਕਿਸੇ ਬੰਦੇ ਨੇ ਕੰਮ ਨਾ ਕੀਤੇ ਹੁੰਦਾ ਲੋਕੀ ਉਹਨਾਂ ਨੂੰ ਕਿਉਂ ਚੁਣਨ? ਇਹ ਉਹਨਾਂ ਦੀ ਉਪਲਬਧੀਆਂ ਨੇ ਕਿ ਉਹਨਾਂ ਨੇ ਹੈਲਥ ਵਾਸਤੇ, ਸਕੂਲਾਂ ਵਾਸਤੇ, ਐਜੂਕੇਸ਼ਨ ਵਾਸਤੇ ਕੰਮ ਕੀਤੇ ਨੇ। ਇਹ ਗੱਲ ਤਾਂ ਕਰਦੇ ਨੇ ਪੰਜਾਬ ਦੀ, ਗੱਲ ਕਰਦੇ ਨੇ ਦੇਸ਼ ਦੀ, ਤਾਂ ਫਾਜ਼ਿਲਕਾ ਦੇ ਮੁੱਦਿਆਂ ਤੇ ਵੀ ਆਓ ਨਾ। ਬਿਲਕੁਲ ਹੈਲਥ ਦੀ ਗੱਲ ਕਰ ਰਹੇ ਨੇ। ਅਸੀਂ ਕਹਿੰਦੇ ਨੇ ਜੀ ਹਸਪੀਟਲ ਬਣਾਤਾ, ਠੀਕ ਹੈ, ਹਸਪੀਟਲ ਵਿੱਚ ਡਾਕਟਰ ਕਿੱਥੇ ਨੇ, ਮਸ਼ੀਨਾਂ ਕਿੱਥੇ ਨੇ, ਲੋਕਾਂ ਨੂੰ ਰੈਫਰ ਕੀਤਾ ਜਾ ਰਿਹਾ ਫਰੀਦਕੋਟ। ਉਹ ਵਿਚਾਰੇ ਇੱਥੋਂ ਦੀ ਤਾਂ ਫਸਟ ਏਡ ਵਾਸਤੇ ਜਾਂਦੇ ਨੇ ਤੇ ਫਸਟ ਏਡ ਹੀ ਨਹੀਂ ਮਿਲਦੀ ਉਹਨਾਂ ਨੂੰ, ਸਿੱਧਾ ਉਹਨਾਂ ਨੂੰ ਫਰੀਦਕੋਟ ਰੈਫਰ ਕਰਦੇ ਤੇ ਜਿੱਥੇ ਵਿਚਾਰਾ ਵਾਪਸ ਹੀ ਨਹੀਂ ਆਉਂਦਾ, ਜ਼ਿੰਦਾ ਅੱਜ ਤੱਕ ਵਾਪਸ ਹੀ ਨਹੀਂ ਆਏ। ਯਾਨੀ ਕਿ ਰੈਫਰ ਹਸਪੀਟਲ ਬਣਾ ਦਿੱਤੇ ਗਏ ਨੇ। ਪਹਿਲਾਂ ਜਨਤਾ ਤੋਂ ਸਵਾਲ ਲਈਏ, ਫਾਜ਼ਿਲਕਾ ਦੇ ਮੁੱਦਿਆਂ ਦੀ ਗੱਲ ਜ਼ਰੂਰ ਕਰਾਂਗੇ ਕਿਉਂਕਿ ਫਾਜ਼ਿਲਕਾ ਦੇ ਵਿੱਚ ਬੈਠੇ ਆ। ਜਨਤਾ ਤੋਂ ਸਵਾਲ ਲਈਏ। ਇੱਕ ਮਿੰਟ ਜੀ ਕੀ ਕਹਿਣਾ ਚਾਹੁੰਦੇ ਹੋ? ਕੀ ਸਵਾਲ ਹੈ, ਕਿਹੜੀ ਪਾਰਟੀ ਨੂੰ? ਮੈਂ ਕਾਂਗਰਸ ਪਾਰਟੀ ਨੂੰ ਪੁੱਛਣਾ ਚਾਹੁੰਦਾ ਜੀ। ਸਚਦੇਵਾ ਕੋਲੋਂ ਸਵਾਲ ਹੈ ਜੀ। ਦਵਿੰਦਰ ਘੁਬਾਇਆ ਜੀ ਸਾਡੇ ਨਾਲ ਲੱਗਦੇ ਪਿੰਡ ਜਿਵੇਂ ਹੀਰਾਂ ਵਾਲੀ, ਖੂਹੀ ਖੇੜਾ ਤੇ ਕਬੂਲਸ਼ਾ ਪਿੰਡ 'ਚ ਸੇਮ ਨਾਲਾ ਟੁੱਟਿਆ ਸੀਗਾ। ਉਹ ਟੁੱਟਿਆ ਇਸ ਕਾਰਨ ਸੀਗਾ ਵੀ ਸਫਾਈ ਨਹੀਂ ਹੋਈ, ਤੇ ਉੱਥੇ ਜਾਂਦੇ ਆ, ਉਹਨਾਂ ਦੇ ਨਾਲ ਇੱਕ ਵਰਕਰ ਹੁੰਦਾ ਹੈ, ਜਿਹੜੇ ਕਿਸਾਨ ਦੀ ਫਸਲ ਡੁੱਬੀ ਹੁੰਦੀ ਹੈ, ਉਹ ਕਿਸਾਨ ਕੀ ਕਹਿੰਦਾ ਹੈ ਜੀ, ਤੁਸੀਂ ਜਿਹੜਾ ਮੁਆਵਜ਼ਾ ਦੇਣਾ ਚਾਹੁੰਦੇ ਹੋ ਉਹ ਸਾਨੂੰ ਬਹੁਤ ਘੱਟ ਹੈ, ਸਾਡੀ ਫਸਲ ਦਾ ਨੁਕਸਾਨ ਜ਼ਿਆਦਾ ਹੋਇਆ। ਨਾਲ ਖੜਾ ਵਰਕਰ ਕੀ ਕਹਿੰਦਾ, ਲੈਣਾ ਤਾਂ ਲੈ ਲੈ, ਨਹੀਂ ਤਾਂ ਇਹ ਤੋਂ ਹੀ ਜਾਊਗਾ। ਧੱਕੇਸ਼ਾਹੀ। ਦੂਜੀ ਗੱਲ, ਉਹ ਅੱਜ ਤੱਕ ਮੁਆਵਜ਼ਾ ਨਹੀਂ ਮਿਲਿਆ। ਕਿੰਨਾ ਚਿਰ ਹੋ ਗਿਆ ਐਲਾਨ ਹੋਏ ਨੂੰ? ਸਾਲ ਤੋਂ ਉੱਤੇ ਹੋ ਗਿਆ ਜੀ। ਸੇਮ ਨਾਲਾ ਜਦੋਂ ਬਰਸਾਤੀ ਦਿਨਾਂ 'ਚ ਸੇਮ ਨਾਲਾ ਟੁੱਟਿਆ ਸੀਗਾ, ਕਿਸੇ ਡਰੇਨ ਦੀ ਸਫਾਈ ਨਹੀਂ ਹੋਈ। ਕਿੰਨਾ ਮੁਆਵਜ਼ਾ ਸੀ ਅੰਦਾਜ਼ਾ ਯਾਦ ਆ ਕੁਛ? ਉਹਨਾਂ ਨੇ 8000 ਰੁਪਏ ਕਿਹਾ ਸੀਗਾ 1 ਏਕੜ ਦਾ। 1 ਏਕੜ ਦਾ, ਪਰ ਫਸਲ ਖੜੀ ਫਸਲ ਨੂੰ ਪਾਣੀ ਸਫਾਈ ਨਾ ਹੋਣ ਕਾਰਨ ਉਹ ਡੁੱਬ ਗਈ ਸੀਗੀ। ਜ਼ਿਆਦਾ ਨੁਕਸਾਨ ਹੋਇਆ ਸੀਗਾ 20-25 ਹਜ਼ਾਰ ਰੁਪਏ ਦਾ। ਚਲੋ ਆਪਾਂ ਮੌਕੇ ਦੀ ਸਰਕਾਰ ਦੇ ਨੁਮਾਇੰਦੇ ਨੇ ਜਵਾਬ ਲੈ ਲਈਏ। ਸੁਰਿੰਦਰ ਜੀ, ਜਵਾਬ ਜ਼ਰੂਰ ਚਾਹੀਦਾ ਹੈ। ਉਹਨਾਂ ਨੇ ਬੜਾ ਵੱਡਾ ਸਵਾਲ ਚੱਕਿਆ। ਕਿਸਾਨਾਂ ਦੀ ਗੱਲ ਤੁਸੀਂ ਕਰਦੇ ਹੋ ਤੇ ਕੀ ਜਵਾਬ ਹੈ? ਦੇਖੋ, ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਮੁਆਵਜ਼ੇ ਦੀ, ਨਹਿਰ ਦੀ ਵਿੱਚ ਸਫਾਈ ਨਾ ਹੋਣ ਕਰਕੇ ਬੰਨ ਟੁੱਟਿਆ। ਸਰਕਾਰ ਦੇ ਵੱਲੋਂ ਜਿਹੜੀ ਹੈ ਨਹਿਰਾਂ ਦੀ ਸਫਾਈ ਹਰ ਸਮੇਂ ਜੋ ਪ੍ਰੋਪਰ ਚੈਨਲ ਹੈ ਉਹਦੇ ਅਕੋਰਡਿੰਗ ਟਾਈਮ ਟੂ ਟਾਈਮ ਕਰਾਈ ਜਾਂਦੀ ਹੈ। ਠੀਕ ਹੈ। ਇਹ ਨਹੀਂ ਮੈਂ ਕਹਿੰਦਾ ਇਹਨਾਂ ਦੀ ਕੋਈ ਕੀ ਪ੍ਰੋਬਲਮ ਹੈ ਜਾਂ ਇਹ ਝੂਠ ਨਹੀਂ ਬੋਲਦੇ ਹੋਣਗੇ, ਕੁਛ ਨਾ ਕੁਛ ਤਾਂ ਪ੍ਰੋਬਲਮ ਇਹਨਾਂ ਨੂੰ ਆਈ ਹੋਏਗੀ ਤਾਂ ਇਹਨਾਂ ਨੇ ਪਬਲਿਕਲੀ ਮੁੱਦਾ ਉਠਾਇਆ ਹੈ। ਪਰ ਜੇ ਮੈਂ ਕਿਸਾਨੀ ਬਾਰੇ ਗੱਲ ਕਰਾਂ, ਸਰਦਾਰ ਦਵਿੰਦਰ ਸਿੰਘ ਘੁਬਾਇਆ ਜੀ ਦੀ, ਜੇ ਅੱਜ ਦਵਿੰਦਰ ਸਿੰਘ ਘੁਬਾਇਆ ਜੀ ਸਟੈਂਡ ਨਾ ਲੈਂਦੇ ਤਾਂ ਬੀਜੇਪੀ ਦੇ ਜਿਹੜੇ ਅੱਜ ਸਾਡੇ ਉਸ ਵਕਤ ਕਾਂਗਰਸ ਦੇ ਵਿੱਚ ਸੀਗੇ ਸਰਦਾਰ ਰਾਣਾ ਗੁਰਮੀਤ ਸੋਢੀ ਜੀ, ਉਹਨਾਂ ਨੇ ਇੱਕ ਫੈਕਟਰੀ, ਸ਼ਰਾਬ ਦੀ ਫੈਕਟਰੀ ਹੀਰਾਵਾਲੀ ਦੇ ਵਿੱਚ ਮਨਜ਼ੂਰ ਕਰਾਈ। ਔਰ ਸਿਰਫ ਦਵਿੰਦਰ ਘੁਬਾਇਆ ਜੀ ਸੀ ਜਿਹੜੇ ਕਿਸਾਨਾਂ ਦੇ ਹੱਕ ਵਿੱਚ ਖੜੇ ਹੋ ਕੇ, ਆਪਣੀ ਸਰਕਾਰ ਦੇ ਸਾਹਮਣੇ ਖੜੇ ਹੋ ਕੇ ਉਹਨਾਂ ਨੇ ਇਹਨਾਂ ਦੇ ਹੱਕਾਂ ਦੀ ਰਾਖੀ ਵਾਸਤੇ ਉਹ ਸ਼ਰਾਬ ਦੀ ਫੈਕਟਰੀ ਜਿਹੜੀ ਹੈ ਉਹ ਸਰਕਾਰ ਨੂੰ ਮਜਬੂਰ ਕਰ ਦਿੱਤਾ ਉਸ ਨੂੰ ਚੱਕਣ ਵਾਸਤੇ। ਅੱਜ ਉਹੀ ਸੋਢੀ ਸਾਹਿਬ ਬੀਜੇਪੀ ਦੇ ਵਿੱਚ ਸ਼ਾਮਲ ਹੋ ਕੇ ਫਿਰੋਜ਼ਪੁਰ ਦੀ ਸੀਟ ਤੋਂ ਚੋਣ ਲੜ ਰਹੇ ਹੈ। ਬੀਜੇਪੀ ਨੂੰ ਇਹ ਪੁੱਛਿਆ ਜਾਵੇ ਵੀ ਕੀ ਸਰਕਾਰ ਬਣਨ ਤੇ ਉੱਥੇ ਸ਼ਰਾਬ ਦੀ ਫੈਕਟਰੀ ਲਾਈ ਜਾਏਗੀ ਜਾਂ ਨਹੀਂ ਲਾਈ ਜਾਏਗੀ? ਨਹੀਂ, ਤੁਸੀਂ ਤਾਂ ਮੁੱਦਾ ਹੀ ਤੁਸੀਂ ਮੁੱਦਾ ਬਦਲਤਾ। ਮੇਰੀ ਗੱਲ ਸੁਣੋ, ਤੁਸੀਂ ਮੁੱਦਾ ਬਦਲਤਾ। ਉਹਨਾਂ ਨੇ ਕਿਹਾ 8000 ਰੁਪਏ ਦਾ ਮੁਆਵਜ਼ਾ ਦੇਣ ਦੀ ਗੱਲ ਕੀਤੀ, ਸਾਲ ਹੋ ਗਿਆ ਆਇਆ ਨਹੀਂ। ਮੈਂ ਉਹ ਗੱਲ ਉੱਥੇ ਹੀ ਲਿਆ ਰਿਹਾ ਵੀ ਉਹ ਤਾਂ ਇਹਨਾਂ ਦੀ ਇਹ ਗੱਲ ਜਿਹੜੀ ਹੈ, ਇਸੇ ਗੱਲ ਕੇ ਮੈਂ ਇਸ ਕਰਕੇ ਝੁਠਲਾਉਂਦਾ ਪਿਆ ਕਿ ਇੱਕ ਬੰਦਾ ਜਿਹੜਾ ਆਪਣੀ ਸਰਕਾਰ ਦੇ ਸਾਹਮਣੇ ਸ਼ਰਾਬ ਦੀ ਫੈਕਟਰੀ ਬੰਦ ਕਰਾਉਣ ਦੇ ਮੁੱਦੇ ਨੂੰ ਲੈ ਕੇ ਖੜਾ ਹੋ ਸਕਦਾ ਹੈ, ਉਹ 8000 ਰੁਪਇਆ ਕਿਸੇ ਦਾ ਮੁਆਵਜ਼ਾ ਰੋਕੇਗਾ? ਇਹ ਪੋਸੀਬਲ ਨਹੀਂ ਹੈ। ਸੋ ਮੁਆਵਜ਼ਾ ਨਹੀਂ ਰੋਕਿਆ ਗਿਆ, ਪਰ ਡਿਲੇ ਕਿਸੇ ਹੋਰ ਗੱਲ ਕਰਕੇ ਹੋ ਸਕਦਾ ਹੈ। ਜੀ ਸਰ, ਕੀ ਨਾਮ ਕੀ ਹੈ ਜੀ ਤੁਹਾਡਾ? ਸੁਖਵੰਤ ਸਿੰਘ ਜੀ। ਕੀ ਸਵਾਲ ਹੈ, ਕਿਹੜੀ ਪਾਰਟੀ ਨੂੰ ਸਵਾਲ ਕਰਨਾ ਚਾਹੁੰਦੇ ਹੋ? ਪਾਰਟੀ ਦੋਨਾਂ ਨੂੰ ਕਰਦੇ ਜੀ। ਕਿਹੜੀ ਦੋ? ਕਿਹੜੀ? ਇਹ ਅਕਾਲੀ ਦਲ, ਠੀਕ ਹੈ, ਬੀਜੇਪੀ, ਠੀਕ ਹੈ, ਕਾਂਗਰਸ, ਤਿੰਨਾਂ ਨੂੰ ਕਰਨਾ ਹੈ। ਠੀਕ ਹੈ ਜੀ, ਕੀ ਸਵਾਲ ਹੈ? ਸਰ, ਇਸ ਤਰ੍ਹਾਂ ਜੀ, ਸਾਡੇ ਬਾਰਡਰ ਤੇ ਤਕਰੀਬਨ 2007 ਵਿੱਚ ਜ਼ਮੀਨਾਂ ਪੱਕੀਆਂ ਕੀਤੀਆਂ ਸੀ ਸਰਕਾਰ ਨੇ। ਠੀਕ ਹੈ। ਜਿਹਦਾ ਆਪ ਸਾਡੇ ਨਾਲ ਰਜਿਸਟਰੀ ਹੈ, ਇੰਤਕਾਲ ਵੀ ਸੀ। ਠੀਕ ਹੈ। ਸਾਨੂੰ ਨਹੀਂ ਪਤਾ ਕਿੰਨੇ ਉੱਥੇ ਰਿਟ ਲਾਈ ਹੈ ਸੁਪਰੀਮ ਕੋਰਟ 'ਚ, ਤਿੰਨਾਂ ਪਾਰਟੀਆਂ ਨੂੰ, ਤੇ ਸਾਡੇ ਜ਼ਮੀਨਾਂ ਜੋ ਖਾਰਜ ਕਰਦੇ, ਕੱਚੇ ਕਰਦੇ, ਯਾਨੀ ਕਿ ਬੇਨਾਮੀ ਕਰਤੀ। ਹਾਂਜੀ, ਬੇਨਾਮੀ ਕਰਦੇ। ਠੀਕ ਹੈ। ਤੇ ਕਾਂਗਰਸ ਕਹਿੰਦੀ ਹੈ ਅਕਾਲੀਆਂ ਨੇ ਕਰਾਈ ਹੈ, ਤੇ ਅਕਾਲੀ ਕਹਿੰਦੇ ਕਦੋਂ ਹੋਈ ਹੈ? ਕਦੋਂ? ਕਿਹੜੇ 2007 ਚ ਹੋਈ ਜੀ। 2007 ਚ ਹੋਈ ਸੀ। 7 ਚ ਮਾਲਕੀ ਹੋਈ ਸੀ ਤੇ 11-12 ਚ ਕੱਚੀਆਂ ਹੋਈ ਸੀ। ਉਦੋਂ ਸਰਕਾਰ ਅਕਾਲੀਆਂ ਦੀ ਸੀ। ਆਪਾਂ ਅਕਾਲੀਆਂ ਤੋਂ ਬੀਜੇਪੀ ਦੋਨਾਂ ਦਾ ਜਵਾਬ ਲਵਾਂਗੇ, ਗੱਠਜੋੜ ਸੀ ਉਹਨਾਂ ਦਾ। ਜੀ, ਬੇਨਾਮੀਆਂ ਕਰਤੀਆਂ ਜ਼ਮੀਨਾਂ ਕਹਿੰਦੇ ਸਾਡੀਆਂ। ਜਿੰਨਾ ਅਕਾਲੀ ਸਰਕਾਰ ਵਿੱਚ ਬਾਰਡਰ ਨੂੰ ਸ਼੍ਰੋਮਣੀ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਸੁਪਰੀਮੋ ਬਾਦਲ ਸਾਹਿਬ ਨੇ ਦਿੱਤਾ ਹੈ, ਉਹ ਮੈਨੂੰ ਲੱਗਦਾ ਕਿਸੇ ਪਾਰਟੀ ਨੇ ਵੀ ਨਹੀਂ ਦਿੱਤਾ। ਇਹ ਸੁਪਰੀਮ ਕੋਰਟ ਦੀਆਂ ਹਦਾਇਤਾਂ ਹੋਣ ਅਨੁਸਾਰ ਕੋਈ ਕੱਚੀਆਂ ਮਸ਼ੀਨਾਂ ਜ਼ਮੀਨਾਂ ਕੱਟੀਆਂ ਗਈਆਂ ਨੇ, ਅਦਰਵਾਈਜ਼ ਕਿਸੇ ਦਾ ਕੋਈ ਉਹਦੇ 'ਚ ਰੋਲ ਨਹੀਂ ਹੈਗਾ। ਅਕਾਲੀ ਦਲ ਦਾ ਕੋਈ ਰੋਲ ਨਹੀਂ ਹੈਗਾ। 2007 ਤੋਂ ਪਹਿਲਾਂ ਦਾ ਹੀ ਮੁੱਦਾ ਹੈ।
ਤੁਸੀਂ ਕਹਿ ਰਹੇ ਹੋ ਪਹਿਲਾਂ ਦਾ ਮੁੱਦਾ, ਉਹ ਕਹਿੰਦੇ ਵੀ 11 ਦੇ ਵਿੱਚ ਦਾ ਮੁੱਦਾ ਉੱਠਿਆ। 11 ਦਾ ਉੱਠਿਆ ਜੀ ਮੁੱਦਾ? ਅੱਜ 7 ਪੱਕੀਆਂ ਕਰਾਈਆਂ ਸੀ। 7 ਚ ਪੱਕੀਆਂ ਕਰਾਈਆਂ ਸੀ, 11 ਚ ਤੋੜਤੀਆਂ ਸੀ। ਕਿੰਨਾ ਰਕਬਾ ਟੋਟਲ ਰਕਬਾ ਯਾਦ? ਹਾਂਜੀ, ਸੈਂਟਰ ਗਵਰਨਮੈਂਟ ਪੰਜਾਬ ਗਵਰਨਮੈਂਟ ਦਾ ਪੈਸੇ ਭਰੇ ਜੀ, 12000 ਭਰਿਆ ਸੀ, ਲਗਾਨ ਭਰਿਆ ਸਾਰਾ। 12000 ਕਿੰਨਾ ਪਰ ਏਕੜ ਕੇ? ਪਰ ਏਕੜ ਦਾ ਲਗਾਨ ਵੱਖਰਾ ਭਰਿਆ ਜੀ। ਠੀਕ ਹੈ। ਹਾਂਜੀ ਹਾਂਜੀ। ਫਿਰ ਵੀ ਤੁਹਾਡੇ ਨਾਮ ਤੇ ਨਹੀਂ ਆਈਆਂ? ਜੀ 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 ਜਰੂਰ, ਇਹ ਮੁੱਦੇ ਦੱਸਿਓ ਜਰੂਰ, ਮੁੱਦਾ ਕੀ ਹੈ? ਇਹ ਲੋਕਾਂ ਦੇ ਨਾਲ ਇੰਤਕਾਲ ਚੜੇ ਨੇ। ਤੇ ਬਾਦਲ ਸਾਹਿਬ ਦੀ ਗੱਲ ਕਰੀਏ ਤਾਂ ਉਹਨੇ ਇੱਕ ਆਪਣੇ ਰਿਸ਼ਤੇਦਾਰ ਨੂੰ ਬਚਾਉਣ ਦੀ ਖਾਤਰ ਪੂਰਾ ਪੰਜਾਬ ਉਜਾੜਦਾ ਹੈ। ਔਰ ਜਿਹੜੇ ਲੋਕਾਂ ਨੇ ਮਾਲਕੀ ਕਰਾਈਆਂ ਸੀ, ਇੰਤਕਾਲ ਚੜ ਗਏ, ਉਸ ਤੋਂ ਬਾਅਦ ਇੱਕ ਬੰਦੇ ਨੂੰ ਬਚਾਉਣ ਦੀ ਖਾਤਰ ਪੂਰਾ ਪੰਜਾਬ ਉਜਾੜਦਾ। ਕਿਉਂਕਿ ਸਰਕਾਰ ਨੇ ਜਿਹੜਾ ਕੋਈ ਵੀ ਕੇਸ ਕਰਦਾ, ਸਰਕਾਰ ਉਹਦੀ ਜ਼ਿੰਮੇਵਾਰ ਹੁੰਦੀ। ਇਹਨਾਂ ਨੇ ਉੱਥੇ ਆਪਣਾ ਕੋਈ ਵਕੀਲ ਨਹੀਂ ਖੜਾ ਕੀਤਾ। ਐਕਸ ਪਾਰਟੀ ਕੇਸ ਹੁੰਦੇ ਗਏ, ਹਾਈ ਕੋਰਟ ਵੀ ਐਕਸ ਪਾਰਟੀ ਹੋ ਗਿਆ, ਸੁਪਰੀਮ ਕੋਰਟ ਵੀ। ਜੀ ਜੀ ਜੀ, ਬੀਜੇਪੀ ਕੋਲੋਂ ਜਵਾਬ ਲੈ ਲਈਏ। ਤੁਹਾਡੀ ਗੱਠਜੋੜ ਸੀ ਉਦੋਂ, ਉਹ ਕਹਿੰਦੇ ਆਪ ਦਾ ਵਕੀਲ ਨਹੀਂ ਖੜਾ ਕੀਤਾ, ਤੁਹਾਡਾ ਤਾਂ ਹੋਲਡ ਰਹਿੰਦਾ ਨਾ, ਤੁਹਾਡੇ ਤਾਂ ਮੰਤਰੀ ਰਹੇ ਨੇ ਫਾਜ਼ਿਲਕਾ ਜੀ। ਸੁਣੋ ਵੀਰ ਜੀ, ਗੱਲ ਇਹ ਜੇ ਕਰਕੇ ਸਰਕਾਰ ਨੇ ਕਿਸਾਨਾਂ ਨੂੰ ਜ਼ਮੀਨਾਂ ਪੱਕੀਆਂ ਦੇਣੀਆਂ ਸੀ ਤਾਂ ਹੀ ਕਰਾਈਆਂ ਸੀ ਨਾ, ਤਾਂ ਹੀ ਕਰਾਈਆਂ ਸੀ ਨਾ। ਤੇ ਇਹ ਕਿਉਂ ਲੈਣਗੇ ਸਟੇ ਜੀ? ਕਿੰਨੇ ਸਟੇ ਲਿਆ ਹੈ? ਇਹ ਸੁਪਰੀਮ ਕੋਰਟ ਦੇ ਫੈਸਲੇ ਨੇ। ਜਦੋਂ ਇਹ ਫੈਸਲੇ ਹੋ ਜਾਣਗੇ, ਸੁਪਰੀਮ ਕਰੇਗੀ, ਉਹ ਤਾਂ ਸਭ ਕੁਝ ਸਹੀ ਹੋ ਜਾਏਗਾ ਜੀ। ਕਦੋਂ ਹੋਏਗਾ? ਜਿੰਨਾ ਸੁਣੋ, ਇਹ ਹੁਣ ਮੈਂ ਤਾਂ ਕਰਨਾ ਨਹੀਂ ਜੀ, ਇਹ ਤਾਂ ਸੁਪਰੀਮ ਕੋਰਟ ਨੇ ਕਰਨਾ ਜੀ। ਜਿੰਨਾ ਕੰਮ ਦੇਖੋ, ਉਹਦਾ ਸਾਡੀ ਸਾਂਝੀ ਸਰਕਾਰ ਸੀ ਜੀ, ਜਿੰਨਾ ਕੰਮ ਬਾਦਲ ਸਾਹਿਬ ਨੇ ਔਰ ਸਾਡੀ ਬੀਜੇਪੀ ਨੇ ਉਸ ਟਾਈਮ ਕਿਸਾਨਾਂ ਵਾਸਤੇ ਕੀਤਾ ਹੈ, ਇਹ ਕੋਈ ਸੋਚ ਨਹੀਂ ਸਕਦਾ ਜੀ, ਕੋਈ ਸੋਚ ਨਹੀਂ ਸਕਦਾ, ਕੋਈ ਸੋਚ ਨਹੀਂ ਸਕਦਾ। ਹਾਂਜੀ ਜੀ ਜੀ, ਆ ਗਿਆ ਸਦੇਵਾ ਜੀ, ਆ ਗਿਆ। ਬੜੇ ਖਿਡਾਰੀ ਨੇ, ਇਹ ਉਹ ਕੰਮ ਕਰਦੇ ਨੇ ਵੀ ਨੌਕਰੀ ਦੇਣੀ ਹੁੰਦੀ 5-7 ਜੀ, ਤੇ ਇਹ ਕਰੋੜਾਂ ਦੇ ਲੱਖਾਂ ਦੇ ਹਿਸਾਬ ਨਾਲ ਪ੍ਰਤਿਆਸ਼ੀ ਹਜ਼ਾਰ ਦਾ ਸਟਾਂਪ ਲਾ ਕੇ ਉੱਥੇ ਪਹੁੰਚਦੇ ਨੇ। ਇਹ ਸੁਪਰੀਮ ਕੋਰਟ 'ਚ ਕਿਸੇ ਬੰਦੇ ਨੂੰ ਖੜਾ ਕਰਕੇ ਤੇ ਫਿਰ ਪੋਸਟਮਾਰਟਮ ਕਰਾ ਲੈਂਦੇ ਨੇ। ਆਪਦੇ ਬੰਦੇ ਖੜੇ ਕਰ ਲੈਂਦੇ ਨੇ, ਆਪਦੇ ਬੰਦੇ ਖੜੇ ਕਰਦੇ ਨੇ। ਇਹ ਤਿੰਨੇ ਖਿਡਾਰੀ ਨੇ ਬੜੇ ਤਕੜੇ। ਇਹ ਨਾ ਤਾਂ ਉਹ ਕਾਂਗਰਸ ਹੈ ਜਿਹੜੀ ਲਾਲ ਬਹਾਦਰ ਸ਼ਾਸਤਰੀ ਵਾਲੀ, ਤੇ ਨਾ ਉਹ ਅਕਾਲੀ ਦੇ ਜਿਹੜੇ ਖੜਕ ਸਿੰਘ ਵੇਲੇ ਦੇ ਜੀ। ਇਹ ਸਾਰੇ ਖਿਡਾਰੀ ਪੈਦਾ ਹੋਏ ਨੇ ਅੱਜ, ਸਿਆਸਤ ਦੇ ਖਿਡਾਰੀ, ਸਿਆਸਤ ਦੇ ਖਿਡਾਰੀ ਨੇ ਜੀ। ਹਾਂਜੀ ਸਦੇਵਾ ਜੀ, ਕੀ ਕਹਿਣਾ ਹੈ? ਜਿਹੜੀ ਜ਼ਮੀਨ ਕੈਂਸਲੇਸ਼ਨ ਦਾ ਮੁੱਦਾ ਸਰਦਾਰ ਜੀ ਨੇ ਚੱਕਿਆ, ਇਹ ਬਿਲਕੁਲ ਸਹੀ ਚੱਕਿਆ ਜੀ। 1991 ਦੇ ਵਿੱਚ ਪਾਲਿਸੀ ਆਈ ਸੀ 97 ਦੇ ਵਿੱਚ ਕਿ ਜਿਨ੍ਹਾਂ ਲੋਕਾਂ ਦੇ ਕੋਲ 1991 ਤੋਂ ਲੈ ਕੇ ਸੈਂਟਰ ਗਵਰਨਮੈਂਟ ਜਾਂ ਪੰਜਾਬ ਗਵਰਨਮੈਂਟ ਦੀ ਜ਼ਮੀਨ ਦੇ ਉੱਪਰ ਕਬਜ਼ਾ ਹੈ, ਉਹਨਾਂ ਨੂੰ ਪੁਰਾਣੇ ਕਬਜ਼ੇ ਦੇ ਆਧਾਰ ਤੇ 6000 ਰੁਪਏ ਏਕੜ ਦੇ ਹਿਸਾਬ ਦੇ ਨਾਲ ਜ਼ਮੀਨਾਂ ਪੱਕੀਆਂ ਕੀਤੀਆਂ ਜੀ ਜੀ, ਮੈਂ ਠੀਕ ਕਹਿ ਰਿਹਾ? ਲੋਕਾਂ 6000 ਰੁਪਏ ਜੀ, ਪਹਿਲੇ 15000 ਦੀ ਪਾਲਿਸੀ, ਪਹਿਲੇ 12000 ਦੀ ਪਾਲਿਸੀ ਸੀ, ਫਿਰ 93 ਦੇ ਬੇਸ ਤੇ ਫਿਰ 6000 ਦੀ ਪਾਲਿਸੀ ਆਈ। 6000 ਦੇ ਉੱਪਰ ਜ਼ਮੀਨਾਂ ਪੱਕੀਆਂ ਹੋਈਆਂ, 12000 ਵਾਲੀਆਂ ਜ਼ਮੀਨਾਂ ਪੱਕੀਆਂ ਹੋਈਆਂ। ਬਾਅਦ ਵਿੱਚ ਬਾਦਲ ਸਾਹਿਬ ਦੇ ਕਿਸੇ ਇੱਕ ਰਿਲੇਟਿਵ ਨੇ ਉਹਨੂੰ ਚੈਲੰਜ ਕੀਤਾ, ਲੋਕਾਂ ਦੇ ਨਾਂ ਤੇ ਇੰਤਕਾਲ ਵੀ ਹੋ ਗਏ, ਲੋਕਾਂ ਤੋਂ ਪੈਸੇ ਵੀ ਲੈ ਲਏ, ਲਗਾਨ ਵੀ ਜਮ੍ਹਾਂ ਕਰਾ ਲਿਆ, ਕੀਮਤਾਂ ਵੀ ਜਮ੍ਹਾਂ ਕਰਾ ਲੀਆਂ। ਉਹਨਾਂ ਦੇ ਇੱਕ ਕੰਡੀਸ਼ਨ ਸੀ, ਕਿਹੜਾ ਰਿਲੇਟਿਵ ਦਾ ਨਾਮ? ਜੀ 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 ਜੀ, ਇੱਕ ਕੰਡੀਸ਼ਨ ਸੀ। ਤੁਸੀਂ ਪੁੱਛ ਰਹੇ ਹੋ, ਬੀਜੇਪੀ ਰਿਲੇਟਿਵ ਦਾ ਨਾਮ ਪੁੱਛ ਰਹੀ ਆ। ਇੱਕ ਕੰਡੀਸ਼ਨ ਸੀ ਜੀ ਜੀ, ਉਹਦੇ ਚ ਕੰਡੀਸ਼ਨ ਸੀ ਕਿ 5 ਏਕੜ ਤੋਂ ਵੱਧ ਜ਼ਮੀਨ ਪੱਕੀ ਨਹੀਂ ਹੋਣੀ, ਕਿਉਂਕਿ ਮੈਂ ਖੁਦ ਲੋਕਾਂ ਦੀ ਜ਼ਮੀਨਾਂ 5 ਏਕੜ ਤੋਂ ਵੱਧ ਪੱਕੀਆਂ ਕਰਾਈਆਂ ਜੀ। ਪਿੰਡ ਟੰਡੀ ਕਦੀਮ, ਚੁੱਗੇ ਗੁਲਾਬ ਸਿੰਘ, ਲਮੋਚੜ ਖੁਰਦ, ਲਮੋਚੜ ਕਲਾਂ, ਚੱਕ ਬਜੀਦਾ, ਚੱਕ ਟਾਲੀ ਵਾਲਾ, ਮੈਂ 12-15 ਪਿੰਡਾਂ ਦੇ ਵਿੱਚ ਲੋਕਾਂ ਦੀ ਜ਼ਮੀਨਾਂ ਮੈਂ ਪੱਕੀਆਂ ਆਪ ਕਰਾਈਆਂ ਮਿਹਨਤ ਕਰਕੇ, ਕਿਉਂਕਿ ਮੈਂ ਬਤੌਰ ਵਕੀਲ ਵੀ ਕੰਮ ਕਰਦਾ। ਇਹਨਾਂ ਦੇ ਇੱਕ ਰਿਲੇਟਿਵ ਨੇ ਉਹ ਸੁਪਰੀਮ ਨਾਮ ਦੱਸ ਦਿਓ ਜੀ, ਬੀਜੇਪੀ ਵਾਲਾ ਨਾਮ ਪੁੱਛ ਰਹੇ, ਨਾਮ ਦੱਸ ਦਿਓ। ਸਭ ਕੁਝ ਪਤਾ ਇਹਨਾਂ ਨੂੰ ਜੀ, ਇਹ ਓਪਨ ਸੀਕ੍ਰੇਟ ਹੈ। ਔਰ ਉੱਥੇ ਜਿਹੜੀ ਸਰਾਰੀ ਸਾਹਿਬ ਨੇ ਗੱਲ ਕਹੀ ਹੈ, ਉਹ ਉੱਥੇ ਇਹਨਾਂ ਨੇ ਵਕੀਲ ਜਿਹੜਾ ਬਿਲਕੁਲ ਨਹੀਂ ਖੜਾ ਕੀਤਾ। ਅਗਰ ਸਰਕਾਰ ਨੇ ਵਕੀਲ ਨਹੀਂ ਕੀਤਾ, ਅਗਰ ਸਰਕਾਰ ਵੱਲੋਂ ਪੈਰਵੀ ਕੀਤੀ ਜਾਂਦੀ ਤੇ ਅੱਜ ਕੋਈ ਵੀ ਕਿਸਾਨ ਜ਼ਮੀਨ ਤੋਂ ਵਾਂਝਾ ਨਾ ਰਹਿੰਦਾ। ਇਹ ਬਿਲਕੁਲ ਸਹੀ ਹੈ। ਔਰ ਸਰਕਾਰ ਦੀ ਉਸ ਵਕਤ ਦੀ ਸਰਕਾਰ ਦੀ ਨਲਾਇਕੀ ਦੇ ਕਾਰਨ ਅੱਜ ਜਿਹੜੇ ਜ਼ਿਮੀਂਦਾਰ ਸੀ, ਜਿਨ੍ਹਾਂ ਨੂੰ ਅਸੀਂ ਲੈਂਡ ਲਾਰਡ ਕਹਿਣਾ ਸ਼ੁਰੂ ਕਰਤਾ ਸੀ, ਅੱਜ ਫਿਰ ਮਜ਼ਦੂਰੀ ਕਰਨ ਤੇ ਮਜਬੂਰ ਹੋਏ ਆ। ਚਲੋ, ਇਹ ਬਹੁਤ ਵੱਡਾ। ਹਾਂਜੀ, ਕੀ ਕਹਿਣਾ ਸੀ ਤੁਸੀਂ? ਨਾਮ ਤੁਹਾਨੂੰ ਪਤਾ ਦੱਸ ਦਿਓ ਜੀ, ਓਪਨ ਸੀਕ੍ਰੇਟ ਹੈ ਕਹਿੰਦੇ। ਬੀਜੇਪੀ ਨੇ ਅੱਜ ਤੱਕ ਕਿਸੇ ਨਾਲ ਵੀ ਵਾਅਦਾ ਘਾਟਾ ਨਹੀਂ ਕੀਤਾ। ਠੀਕ ਹੈ, ਉਹ ਸਾਡੇ ਨੇ ਓਪਰੇ ਨੇ। ਇਹਨਾਂ ਨੂੰ ਸਚਦੇਵਾ ਜੀ ਨੂੰ ਪੁੱਛੋ, ਇਹ ਵਕੀਲ ਨੇ, ਬਈ ਸਾਡੀ ਸਰਕਾਰ ਨੇ ਤੁਹਾਨੂੰ ਨੋਟਰੀ ਵਾਸਤੇ ਦਿੱਤਾ ਕਿ ਨਹੀਂ ਦਿੱਤਾ? ਤੁਹਾਨੂੰ ਨੋਟਰੀ ਬਣਾਇਆ ਕਿ ਬਣਾਇਆ? ਜੇ ਸਾਡੇ ਮਨ 'ਚ ਪਾਪ ਹੋਵੇ ਤੁਹਾਨੂੰ ਕਿਉਂ ਬਣਾ ਦੇ? ਇਹ ਬੀਜੇਪੀ ਸਰਕਾਰ ਕੰਮ ਕਰਦੀ ਹੈ, ਉਹਦੇ ਵਾਸਤੇ ਕੋਈ ਮਰਜ਼ੀ ਆਵੇ, ਉਹ ਕਿਸੇ ਨੂੰ ਇਹ ਨਹੀਂ ਕਰਦੀ ਹੈ ਮੇਰਾ ਉਹ ਤੇਰਾ ਉਹ ਮੇਰਾ। ਉਹ ਹਿੰਦੁਸਤਾਨ ਦਾ ਮਾਲਕ ਹੈ ਮੋਦੀ, ਔਰ ਉਹ ਸਭ ਦੀ ਸੇਵਾ ਕਰਦਾ ਹੈ। ਔਰ ਇੰਨਾ ਰਹਿਮਦਿਲੀ ਇਨਸਾਨ ਅੱਜ ਤੱਕ ਨਹੀਂ। ਆਪਾਂ ਲੋਕਾਂ ਦਾ ਜਵਾਬ ਲੈ ਲੈਂਦੇ ਹਾਂ, ਲੋਕਾਂ ਦਾ ਜਵਾਬ। ਜੀ 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 ਜੀ, ਹਾਂਜੀ ਖੜੇ ਹੋ ਜਾਓ। ਕੀ ਨਾਮ ਹੈ? ਮੇਰਾ ਨਾਮ ਜੀ ਸਪਤਰਿਸ਼ੀ ਹੈ ਜੀ। ਮੇਰਾ ਬਸ ਇੱਕੋ ਹੀ ਕਾਂਗਰਸ ਸਰਕਾਰ ਤੋਂ ਸਵਾਲ ਹੈ ਜੀ, ਸਾਫ਼ ਪਾਣੀ ਪੀਣਾ ਕੀ ਮਾੜੀ ਗੱਲ ਹੈ ਜੀ?
ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਬਾਦਲ ਆਪਣੇ ਪ੍ਰਕਾਸ਼ ਸਿੰਘ ਬਾਦਲ ਜੀ ਨੇ ਆਰਓ ਸਿਸਟਮ ਲਗਾਏ ਸੀਗੇ, ਠੀਕ ਹੈ, ਉਹ ਸਾਰੇ ਦੇ ਸਾਰੇ ਬੰਦ ਕਰ ਦਿੱਤੇ ਹੈਗੇ। ਇਹ ਕੀ ਸਾਡੇ ਤੇ ਮਤਲਬ ਕਿ ਗਲਤ ਕਰ ਰਿਹਾ ਪਾਣੀ ਆਪਾਂ ਮੁੱਦੇ। ਚਲੋ ਪਾਣੀ ਦਾ ਬੜਾ ਪੰਜਾਬ ਨੂੰ ਪਾਣੀ ਪੀਣ ਦੇ ਲਈ ਤਰਸਣਾ ਪੈ ਰਿਹਾ ਹੈ, ਇਹ ਵੱਡਾ ਮੁੱਦਾ ਹੈ। ਦੇਖੋ ਜੀ, ਕਿਸੇ ਵੀ ਪਿੰਡ ਦੇ ਵਿੱਚ ਕੋਈ ਵੀ ਆਰਓ ਜਿਹੜਾ ਐਗਜ਼ਿਸਟਿੰਗ ਪੋਜੀਸ਼ਨ ਦੇ ਵਿੱਚ ਸੀ ਅੱਜ ਵੀ ਚੱਲ ਰਿਹਾ ਬੰਦ ਹੈ ਜੀ, ਬਿਲਕੁਲ ਅੱਜ ਵੀ ਚੱਲ ਰਹੇ ਨੇ। ਇਹ ਹੋ ਸਕਦਾ ਅੰਡਰ ਰਿਪੇਅਰ ਹੋਵੇ, ਲੇਕਿਨ ਇਹ ਨਹੀਂ ਉਹਨੂੰ ਅਸੀਂ ਉਸ ਨੂੰ ਰਿਮੂਵ ਕੀਤਾ ਹੋਵੇ। ਇਹ ਖਰਾਬ ਹੋ ਸਕਦਾ ਹੈ, ਅੰਡਰ ਰਿਪੇਅਰ ਹੋ ਸਕਦਾ ਹੈ, ਲੇਕਿਨ ਬੰਦ ਨਹੀਂ ਕੀਤਾ, ਚੱਕੇ ਨਹੀਂ, ਸ਼ਿਫਟ ਨਹੀਂ ਕੀਤਾ। ਉਹ ਕਹਿੰਦੇ 5 ਸਾਲਾਂ ਤੋਂ ਬੰਦ ਸਵਾਲ ਹੀ ਪੈਦਾ ਨਹੀਂ ਹੁੰਦਾ। ਮੈਂ ਕਹਿੰਦਾ ਇੱਕ ਪਿੰਡ ਦੇ ਵਿੱਚ ਇਹ ਨਹੀਂ ਹੈਗਾ ਜੀ ਸਾਫ ਪਾਣੀ। ਇਵਨ ਅਸੀਂ ਤਾਂ ਰਾਦਰ ਸ਼ਹਿਰ ਦੇ ਵਿੱਚ ਵੀ 13 ਆਰਓ ਅਲੱਗ-ਅਲੱਗ ਵਾਰਡਾਂ ਦੇ ਵਿੱਚ ਲਗਾਉਣ ਜਾ ਰਹੇ ਆ। ਲੋਕਾਂ ਦੀ ਮੂਲ ਦੇਣ ਵਾਸਤੇ ਜੀ ਕਦੋਂ 5 ਸਾਲ ਤੇ ਇਹਨਾਂ ਨੇ ਲਗਾਤੇ ਇਹ ਆਰੋ ਲੱਗ ਜਾਣੇ, ਇਹ ਆਰੋ ਲਾਣ ਲੱਗੇ ਨੇ। ਇਹਨਾਂ ਨੂੰ ਪੁੱਛੋ ਤੁਸੀਂ ਰਵੋਗੇ ਤਾਂ ਲਾਵਾਂਗੇ, ਇਹ ਕਹੀਏ ਕਿ ਸਰਕਾਰ ਆ ਗਈ ਅਸੀਂ ਲਾਵਾਂਗੇ। ਸਰਕਾਰ ਦਾ ਦਾਵਾ ਆਮ ਪਾਰਟੀ ਕਰਦੀ ਹੈ। ਜੀ ਮੈਂ ਇਹਨਾਂ ਤੇ ਪੁੱਛਣਾ ਚਾਹ ਰਹੀ ਹਾਂ ਕਿ ਅੱਜ ਤੱਕ ਰਾਜ ਇਹਨਾਂ ਨੇ ਜਨਤਾ ਵਾਸਤੇ ਕੀਤਾ ਕੀ ਹੈ? ਇਹ ਸਾਰੇ ਜਨਤਾ ਇਹ ਪੁੱਛੇ ਇਹਨਾਂ ਨੂੰ ਫਾਜ਼ਿਲਕਾ ਜਨਤਾ ਵਾਸਤੇ ਕੀਤਾ ਕੀ ਹੈ? ਕਿਹਨੂੰ ਪੁੱਛਣਾ ਇਹ ਦੱਸ ਦਿਓ, ਆਪਾਂ ਕਿਹਨੂੰ ਪੁੱਛ ਜਵਾਬ ਦੇਣਗੇ। ਸੈਂਟਰ ਉਹਨਾਂ ਦੀ ਸਰਕਾਰ ਹੈ ਬੀਜੇਪੀ ਦੀ, ਠੀਕ ਹੈ, ਸਟੇਟ ਵਿੱਚ ਸਾਡੇ ਕਾਂਗਰਸ ਸਰਕਾਰ ਰਹੀ ਹੈ। ਕੀਤਾ ਕੀ ਜਨਤਾ ਵਾਸਤੇ? ਜਨਤਾ ਕੋਲ ਤਾਂ ਬੇਸਿਕ ਫੈਸਿਲਿਟੀਜ਼ ਨਹੀਂ ਆਈਆਂ। ਅੱਛਾ, ਇੱਕ ਸਵਾਲ ਮੈਂ ਵੀ ਆਮ ਤੁਹਾਡੇ ਤੋਂ ਕਰਨਾ ਚਾਹੁੰਦਾ। ਤੁਹਾਡੀ ਪਾਰਟੀ ਹੈ, ਉਹ ਇਹਨਾਂ ਸਾਰਿਆਂ ਦਾ ਸਵਾਲ ਸ਼ਾਇਦ ਹੋਊਗਾ। ਜੇ ਸਵਾਲ ਤੁਹਾਡਾ ਹੋਇਆ ਤਾੜੀਆਂ ਮਾਰ ਦਿਓ, ਨਾ ਹੋਇਆ ਤਾਂ ਨਾ ਮਾਰਿਓ। ਗੱਲ ਇਹ ਹੈ, ਕਹਿੰਦੇ ਬੀਬੀਆਂ ਵਾਸਤੇ 1000 ਰੁਪਏ ਦਾ ਐਲਾਨ ਪੰਜਾਬ 'ਚ ਕਰਤਾ ਹੈ। ਦਿੱਲੀ 'ਚ ਸਰਕਾਰ ਹੈ, ਦਿੱਲੀ 'ਚ ਕਈ ਵਾਰੀ ਮੌਕਾ ਮਿਲ ਗਿਆ, ਬੀਬੀਆਂ ਨੂੰ ਉੱਥੇ ਕਿਉਂ ਨਹੀਂ ਮਿਲਦਾ 1000 ਰੁਪਇਆ? ਸਵਾਲ ਹੈ ਜੀ ਸਰ। ਮੈਂ ਇਹਦੇ ਵਾਸਤੇ ਸਿਰਫ ਇੱਕੋ ਚੀਜ਼ ਕਹਾਂਗੀ ਜੀ ਕਿ ਜਿਹੜੀ ਕੁਆਲਿਟੀ ਚੀਜ਼ ਹੈ ਨਾ, ਮੀਨਸ ਐਜੂਕੇਸ਼ਨ ਹੋ ਗਈ, ਹੈਲਥ ਹੋ ਗਈ, ਜਾਂ ਆਪਣੀ ਰੋਜ਼ਗਾਰ ਹੋ ਗਿਆ, ਉਹਨਾਂ ਮੁੱਦਿਆਂ 'ਤੇ ਕੰਮ ਕੀਤਾ ਗਿਆ ਹੈ। ਦਿੱਲੀ ਦੇ ਵਿੱਚ ਸੋਸ਼ਲ ਸਿਕਿਉਰਿਟੀ ਨਾਂ ਦੀ ਚੀਜ਼ ਨਹੀਂ ਚਾਹੀਦੀ। ਬਿਲਕੁਲ ਹੈ ਸਰ, CCTV ਕੈਮਰਾਸ ਲਗਾਏ ਗਏ ਨੇ। ਸ਼ਹਾਦਰਾ ਦੇ ਵਿੱਚ ਇੱਕ ਰੇਪ ਹੋਇਆ, ਨਿਰਭੈ ਕਾਂਡ ਹੁੰਦਾ ਆ, ਦਿੱਲੀ 'ਚ ਕ੍ਰਾਈਮ ਸਭ ਤੋਂ ਵੱਧ ਹੈ, ਉਹਦੇ 'ਤੇ ਕਿਉਂ ਨਹੀਂ ਬੋਲਦੇ? ਸਰ ਇਹ ਚੀਜ਼ਾਂ ਅਵੇਲੇਬਲ ਨੇ, ਬਿਲਕੁਲ ਨਹੀਂ। ਜਿਹੜੀ ਸਿਕਿਉਰਿਟੀ ਹੈ ਉਹ ਬਹੁਤ ਜ਼ਰੂਰੀ ਹੈ, ਲੇਕਿਨ ਇਹਦੇ ਵਾਸਤੇ ਜਿਹੜੀ ਆਪਾਂ ਸਿਰਫ ਇੱਕ ਸਰਕਾਰ ਨੂੰ ਜ਼ਿੰਮੇਵਾਰ ਨਹੀਂ ਕਹਿ ਸਕਦੇ। ਇਹਦੇ ਵਾਸਤੇ ਕਿਤੇ ਨਾ ਕਿਤੇ ਸਾਡੀ ਜਿਹੜੀ ਥਿੰਕਿੰਗ ਹੈ ਉਹ ਵੀ ਇਹਦੇ ਵਾਸਤੇ ਜ਼ਿੰਮੇਵਾਰ ਹੁੰਦੀ ਹੈ। ਥਿੰਕਿੰਗ ਹੁੰਦੀ ਹੈ, ਪਰ ਸਰਕਾਰ ਨੇ ਲਾਅ ਐਂਡ ਆਰਡਰ ਬਣਾਉਣਾ ਹੁੰਦਾ। ਇੱਕ ਮਿੰਟ ਜੀ, ਲੋਕਾਂ ਦਾ ਸਵਾਲ ਲੈ ਲਈਏ। ਜੀ ਲੋਕਾਂ ਦਾ ਸਵਾਲ ਲੈ ਲਈਏ। ਹਾਂਜੀ ਸਰ, ਨਾਮ ਦੱਸਿਓ, ਆ ਛੱਡ ਦਿਓ ਪਲੀਜ਼। ਅੰਕੁਸ਼ ਜੀ। ਮੈਂ ਆਮ ਆਦਮੀ ਪਾਰਟੀ ਜਿਹੜੇ ਹੈ ਕੇਜਰੀਵਾਲ ਨੂੰ ਇਹ ਪੁੱਛਣਾ ਚਾਹਨਾ ਕੇਜਰੀਵਾਲ ਸਾਹਿਬ ਨੂੰ, ਜਿਨ੍ਹਾਂ ਨੇ ਇਹ ਆਪਣੇ ਪੰਜਾਬ ਦੇ ਵਿੱਚ ਲਗਭਗ 65-70 ਸੀਟਾਂ ਜਿਹੜੀਆਂ 3-3 ਕਰੋੜ 2-2 ਕਰੋੜ ਰੁਪਇਆ ਦੇ ਕੇ ਉੱਤੋਂ ਕਹਿੰਦੇ ਅਸੀਂ ਭ੍ਰਿਸ਼ਟਾਚਾਰ ਕਰਪਸ਼ਨ ਖਤਮ ਕਰਾਂਗੇ। ਅੱਛਾ, ਜੇ ਉਹ ਗਲਤੀ ਨਾਲ ਕਰੇ ਐਮਐਲਏ ਬਣ ਗਏ ਸਰ, ਉਹ ਪਹਿਲੇ ਆਪਦੇ ਪੈਸੇ ਕਰਨਗੇ ਕਿ ਜਨਤਾ ਦੀ ਸੇਵਾ? ਇਹ ਸਿਰਫ ਆਪ ਪਾਰਟੀ ਨੇ ਕੀਤਾ, ਕਿਸੇ ਹੋਰ ਤੇ ਵੀ ਦੋਸ਼ ਲੱਗਦਾ ਹੈ? ਸਰ ਆਮ ਆਦਮੀ ਪਾਰਟੀ ਦਾ ਬਿਲਕੁਲ ਸਭ ਨਾਲ ਵੱਡਾ ਏਜੰਡਾ ਚੱਲ ਰਿਹਾ ਜੀ, ਔਰ ਸਭ ਨਾਲ ਵੱਡਾ ਹੌਟ ਲਿਸਟ ਤੇ ਚੱਲ ਰਿਹਾ ਵੀ ਜਿਨ੍ਹਾਂ ਇਹਨਾਂ ਨੇ 65-70 ਸੀਟਾਂ ਪੂਰੀਆਂ ਵਿਕਾਊ ਕੀਤੀਆਂ ਨੇ ਜੀ। ਚਲੋ ਆਪਾਂ ਉਹਨਾਂ ਕੋਲ ਜਵਾਬ ਲੈ ਲੈਂਦੇ ਆ। ਇੱਕ ਮਿੰਟ ਆ ਗਿਆ ਅਤਿੰਦਰ ਜੀ, ਤੁਹਾਡੇ ਕੋਲ ਆ ਗਿਆ। ਉਹ ਕਹਿੰਦੇ ਜੀ 60-65 ਸੀਟਾਂ ਨੇ ਵਿਕਾਊ ਕਰਤੀਆਂ, ਵੇਚੀਆਂ ਨੇ ਟਿਕਟਾਂ। ਸਰ ਇਹ ਸਿਰਫ ਬੇਬੁਨਿਆਦ ਚੀਜ਼ ਹੈ ਕਿ ਸਾਬਿਤ ਕਰ ਦੇਣ ਕਿੱਥੇ ਸੀਟਾਂ ਵਿਕੀਆਂ ਨੇ। ਸਾਰੇ ਲੋਕ ਹੀ ਆਮ ਆਦਮੀ ਪਾਰਟੀ ਦੇ ਜਿਹੜੇ ਗਰਾਊਂਡ ਲੈਵਲ ਤੇ ਨਾਲ ਜੁੜੇ ਹੋਏ ਨੇ, ਸਾਰੇ ਆਪਣੇ ਲੈਵਲ ਤੇ ਕੰਮ ਕਰ ਰਹੇ ਨੇ ਜੀ। ਇਹ ਸਾਬਿਤ ਕਰ ਦੇਣ, ਇਹਦੇ ਕੀ ਗੱਲ ਹੈ? ਜੀ ਹਾਂਜੀ, ਕੁਝ ਕਹਿਣਾ ਹੈ ਜੀ? ਹਾਂਜੀ ਇਹ ਨਰਿੰਦਰ ਸਮਣਾ ਕੋਈ ਪੈਸੇ ਦੇਣ ਵਾਲਾ ਹੈ? ਮਲੰਗ ਹੋਏਗਾ ਪਾਰਟੀ ਨੂੰ? ਇੱਕ ਮਿੰਟ, ਪਾਰਟੀ ਨੇ ਉਹਨੂੰ ਜਿਹੜਾ ਨਾ ਉਹਦੇ ਕੰਮ ਦੇ ਆਧਾਰ ਤੇ ਉਹਨੂੰ ਟਿਕਟ ਦਿੱਤੀ। ਬਾਕੀ ਜਿਹੜੀ ਇਹ 3 ਪਾਰਟੀਆਂ ਬੈਠੀਆਂ ਨੇ ਇਹਨਾਂ ਦੇ ਬਾਰੇ ਜਿਹੜਾ ਨਾ ਕਦੇ ਗੁਮਾਰੀ ਨੇ ਆਪਣਾ ਬਾਂਡਾ, ਉਹ ਆਪਣਾ ਬਾਂਡਾ ਹੀ ਚਲਾਉਂਦੀ ਹੈ ਭਾਵੇਂ ਉਹ ਪੂਰਾ ਹੋਵੇ। ਚਾਹੇ ਕਾਂਗਰਸ ਦੀ ਗੱਲ ਕਰੀਏ ਵੀ ਇਹਨਾਂ ਵਿਕਾਸ ਬੜਾ ਕੀਤਾ ਕਿ ਕਰੋਨਾ ਕਾਲ ਵਿੱਚ ਦਵਿੰਦਰ ਘੁਬਾਇਆ ਨੇ ਲੋਕਾਂ ਦੀ ਮਦਦ ਕੀ ਕੀਤੀ? ਉਹ ਤਾਂ ਨੋਟ ਇਕੱਠੇ ਕਰਦਾ ਰਿਹਾ, 2-2000 ਦਾ ਕੂਪਨ ਵੇਚਿਆ ਹੈ। ਕੂਪਨ ਕਾਹਦਾ ਕੂਪਨ ਵੇਚਿਆ? ਕਾਹਦਾ ਰਾਸ਼ਨ ਕਾਰਡ? ਅੱਛਾ, 2-2000 ਦਾ ਕੂਪਨ ਵੇਚਿਆ। ਅੱਜ ਉਹ ਪਿੰਡਾਂ 'ਚ 5 ਸਾਲ ਇਹਨਾਂ ਨੂੰ ਯਾਦ ਨਹੀਂ ਆਇਆ। ਅੱਜ ਪਿੰਡਾਂ ਵਿੱਚ ਪਿੱਲੀ ਇੱਟ 4 ਨੰਬਰ ਇੱਟ ਛੱਡ ਰਹੇ ਨੂੰ, ਟੁੱਟੇ ਟਰਾਲੀ ਤੇ ਜਿਹੜੇ ਗੁੱਲੇ ਲਿਆਉਂਦੇ ਨੇ ਲੋਕ ਇੱਟ, ਉਹ ਜਿਹੜੀ ਟਰਾਲੀ ਪਲਟਦੇ ਨੇ ਤੇ ਅੱਧੇ ਟੁੱਟ ਜਾਂਦੇ ਨੇ। ਉਹ ਨਾ ਕੰਮ, ਇਹ ਤਰੱਕੀ ਉਹਨਾਂ ਜ਼ਰੂਰ ਕੀਤੀ। ਹੋਰ ਇਹਨਾਂ ਦੱਸੋ ਬਾਕੀ? ਇੱਕ ਮਿੰਟ, ਬਾਕੀ ਗੱਲ ਰਹਿ ਗਈ, ਗਰਮ ਨਹੀਂ ਹੋਣਾ ਆਪਾਂ, ਵਿਚਾਰਾਂ ਦੀ ਗੱਲ ਹੈ। ਬਾਕੀ ਰਹਿ ਗਈ ਗੱਲ ਬੀਜੇਪੀ ਦੀ। ਇਹਨਾਂ ਨੇ 800 ਕਿਸਾਨ ਮਰਵਾਤਾ। ਇਹ ਕਹਿੰਦੇ ਨੇ ਜੀ ਆਹ ਤਰੱਕੀ ਅਸੀਂ ਮੰਨਦੇ ਹਾਂ ਵੀ ਇਹਨਾਂ ਕਿਸਾਨ ਮਰਵਾਉਣੇ 'ਚ ਬੜੀ ਤਰੱਕੀ ਕੀਤੀ।
ਬੀਜੇਪੀ ਨੇ ਔਰ ਅਕਾਲੀ ਦਲ ਦੀ ਵੀ ਚਲੋ ਆਪਾਂ ਇੱਕ ਮਿੰਟ ਸੁਖਬੀਰ ਬਾਦਲ ਨੇ ਵੀ ਜਿਹੜਾ ਨਾ ਇਹ ਕਰੋਨਾ ਕਾਲ ਵਿੱਚ ਬੜਾ ਕੰਮ ਕੀਤਾ। ਕੀ ਕੰਮ ਕੀਤਾ? ਉਹ ਲੋਕਾਂ ਦਾ ਅੱਜ ਤੱਕ 2 ਸਾਲ ਉਹਨੂੰ ਐਮਪੀ ਬਣੇ ਨੂੰ ਅੱਜ ਤੱਕ ਲੋਕਾਂ ਤੋਂ ਉਹਨੇ ਦਰਬਾਦ ਨਹੀਂ ਕੀਤਾ ਔਰ ਪੂਰਾ ਪੰਜਾਬ ਉਜਾੜਤਾ ਤੇ ਐਕਸ ਪਾਰਟੀ ਸਾਰੀ ਲੋਕਾਂ ਦੇ ਜਿਹੜੇ ਦਰ ਦੇ ਧੱਕੇ ਖਾਦੇ ਫਿਰਦੇ ਲੋਕ। ਨਾਮਧਾਰੀ ਸਾਹਿਬ ਤੁਹਾਡੇ ਤੇ ਸਵਾਲ ਆ ਗਿਆ ਜੀ, ਆ ਗਿਆ ਤੁਹਾਡੇ ਕੋਲ, ਉਹ ਤੁਹਾਡਾ ਵੀ ਆ ਗਿਆ। ਉਹ ਕਹਿੰਦੇ ਜੀ 800 ਕਿਸਾਨ ਮਰਵਾਉਣਾ ਇਹਨਾਂ ਦੀ ਪ੍ਰਾਪਤੀ ਹੈ। ਸਭ ਤੋਂ ਪਹਿਲਾਂ ਸਰਦਾਰ ਸਾਹਿਬ ਨੇ ਗੱਲ ਕਹੀ ਸੀ ਜੀ ਵੀ ਕਰੋਨਾ ਉੱਥੇ ਵਿਖਾ ਦਿੱਤਾ, ਸਾਡਾ ਕੋਈ ਕਿਸਾਨ ਨਹੀਂ ਮਰਿਆ, ਇਹਨਾਂ ਗੱਲ ਕਹੀ ਸੀ। ਕਰੋਨਾ ਨਾਲ ਨਹੀਂ ਮਰਿਆ ਉਹ ਕਹਿੰਦੇ। ਜੀ ਸਰਦੀ ਨਾਲ ਮਰ ਗਏ, ਗਰਮੀ ਨਾਲ ਮਰ ਗਏ। ਕੋਈ ਮਿੰਟ ਦੱਸੋ, ਇੱਕ ਕਿਸੇ ਸਾਡੀ ਸਰਕਾਰ ਕਹਿੰਦੇ ਨੇ ਇਹ ਸਾਰੇ ਦੀ ਸਾਂਝੀ ਸਰਕਾਰ ਹੈ, ਮੋਦੀ ਸਾਰਾ ਦਾ ਸਾਂਝਾ। ਕੋਈ ਇੱਕ ਵੀ ਮੈਨੂੰ ਦੱਸੋ ਵੀ ਕਿਸੇ ਨੂੰ ਗੋਲੀ ਮਾਰੀ ਹੋਵੇ, ਕਿਸੇ ਨੂੰ ਡੰਡਾ ਮਾਰਿਆ ਹੋਵੇ, ਕਿਸੇ ਨੂੰ ਗਾਹ ਕੱਢੀ ਹੋਵੇ। ਸਤਪਾਲ ਮਲਿਕ ਇਹ ਪਹਿਲਾ ਪ੍ਰਧਾਨ ਮੰਤਰੀ ਹੈ ਜਿਹਨੇ ਮਾਫੀ ਮੰਗ ਕੇ ਤਨਾ ਉਠਾਇਆ। ਸਤਪਾਲ ਮਲਿਕ ਮੇਘਾਲਿਆ ਦੇ ਇੰਦਰਾ ਗਾਂਧੀ ਹੁੰਦੀ ਉਹ ਗੋਲੀ ਚਲਵਾ ਦਿੰਦੀ, ਇਹਦੀ ਥਾਂ ਤੇ ਕੋਈ ਹੋਰ ਹੁੰਦਾ ਉਹ ਗੋਲੀ ਚਲਵਾ ਦਿੰਦਾ। ਮੇਘਾਲਿਆ ਦੇ ਰਾਜਪਾਲ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ? ਜਦੋਂ ਕਹਿੰਦੇ ਮੈਂ ਮਿਲਣ ਗਿਆ, ਕਹਿੰਦੇ ਮੈਂ ਉਹਨਾਂ ਨੂੰ ਕਿਹਾ ਬਈ ਹੁਣ ਤਾਂ ਜਿੱਦ ਛੱਡ ਦਿਓ, ਇਹ ਜਿੱਦ ਛੱਡ ਦਿਓ, ਕਹਿੰਦੇ ਵੀ ਇੰਨੇ ਕਿਸਾਨਾਂ ਦੀ ਜਾਨ ਚਲੀ ਗਈ। ਤਾਂ ਉਹਨਾਂ ਨੇ ਜੋ ਕਿਹਾ, ਕਹਿੰਦੇ ਨਰਿੰਦਰ ਮੋਦੀ ਨੇ ਮੈਨੂੰ ਇਹ ਗੱਲ ਕਹੀ ਮੇਰੇ ਲਈ ਮਰੇ ਨੇ ਜਾਂ ਮੇਰੇ ਕਰਕੇ ਮਰੇ ਨੇ। ਇਹ ਬਿਆਨ ਵੀ ਤਾਂ ਹੈਗਾ। ਸੁਣੋ, ਇਹ ਜਿਹੜਾ ਬਿਆਨ ਹੈ ਨਾ, ਇਹ ਜਿਹੜੇ ਪ੍ਰੈਸ ਵਾਲੇ ਨੇ ਨਾ, ਇਹ ਬੜਾ ਵਧਾ ਚਲਾ ਕੇ ਗੱਲ ਕਰਦੇ ਨੇ। ਕੋਈ ਇਹਦੀ ਸਤਪਾਲ ਮਲਿਕ ਨੇ ਆਪ ਬਿਆਨ ਦਿੱਤਾ ਜਦੋਂ ਨਹੀਂ, ਜਦੋਂ ਮੀਡੀਆ ਦੇ ਸਵਾਲ ਦਾ ਜਵਾਬ ਨਹੀਂ ਦਿੱਤਾ ਜਾਂਦਾ, ਤੁਸੀਂ ਮੀਡੀਆ ਤੇ ਪਾ ਦਿੰਦੇ ਹੋ। ਇਹ ਸਹੀ ਚੰਗੀ ਗੱਲ ਨਹੀਂ ਹੈਗੀ। ਜੀ ਸਰ, ਤੂੰ 2 ਵਾਰੀ ਮੈਨੂੰ ਮਿਸ ਕਰ ਗਿਆ ਤੇ ਮੇਰੇ ਕੋਲ ਤਾਂ ਹੁਣ ਜਵਾਬ ਨਹੀਂ, ਮੇਰੇ ਕੋਲ ਤਾਂ ਮੁੱਦੇ ਹੀ ਨੇ। ਮੁੱਦੇ ਗਿਣਾਓ ਨਾ। ਪਾਣੀ ਦੀ ਗੱਲ ਕੀਤੀ, ਫਰੈਸ਼ ਪਾਣੀ ਆਰਓ ਦੀ ਗੱਲ ਕੀਤੀ ਤੇ ਗੰਗਾ ਤੇ ਤਾਂ 30,000 ਕਰੋੜ ਇਹਨਾਂ ਨੇ ਖਰਚ ਕਰ ਦਿੱਤਾ, ਬਜਟ ਲਾਤਾ ਤੇ ਕਿਉਂ ਮਿਲਿਆ ਪਾਣੀ? ਜੇ ਇਦੋਂ ਤਾਂ ਗੰਗੋਤਰੀ ਤੋਂ 600 ਜ਼ਿਲ੍ਹੇ ਸੀ, ਇੱਕ ਪਾਈਪ ਪਾ ਦਿੰਦੇ ਪਾਣੀ ਤਾਂ ਲੋਕ ਸਵੱਛ ਪਾਣੀ ਤਾਂ ਪੀ ਲੈਂਦੇ, ਉਹ ਵੀ ਦੇਣ ਜੋਗੇ ਨਹੀਂ ਹੈਗੇ। ਬਾਕੀ ਇਹਨਾਂ ਨੇ 100 ਤਰ੍ਹਾਂ ਦੀ ਗੱਲਾਂ ਕੀਤੀਆਂ। ਮੋਦੀ ਸਾਹਿਬ ਬੜਾ ਅੱਛਾ ਹੈ। ਉਹ ਕਹਿੰਦੇ ਜੀ ਸਭ ਦੇ ਸਾਂਝੇ ਨੇ, ਕਿਸਾਨਾਂ ਦੀ ਗੱਲ ਉਹ ਕਰਦੇ ਸੀ, ਕਹਿੰਦੇ ਸਭ ਦੇ ਸਾਂਝੇ। ਸਭ ਦੇ ਸਾਂਝੇ ਨੇ, ਸਭ ਨੂੰ ਮਾਂਜੀ ਆਉਂਦੇ ਨੇ, ਛੱਡਿਆ ਕਿ ਚਲੋ ਹਾਂਜੀ, ਤੁਸੀਂ ਬੜਾ, ਜਦੋਂ ਉਹਨਾਂ ਨੇ ਇਹ ਗੱਲ ਕਹੀ ਤੁਸੀਂ ਬੜਾ ਹੱਸੇ ਹੋ। ਤੁਹਾਡੇ ਦਾ ਭਾਈਵਾਲ ਰਹੇ ਨੇ, ਦੁੱਖ ਨਹੀਂ ਹੁੰਦਾ ਵੀ ਟੁੱਟ ਗਈ ਐਤਕੀ ਵੋਟ ਜਾਵੜਨ ਦੀਆਂ? ਅੱਜ ਦੇ ਹਾਲਾਤਾਂ ਤੇ ਜੀ ਜੋ ਗੱਲ ਕੀਤੀ ਉਹਨਾਂ ਨੇ, ਅੱਜ ਤਾਂ ਵਾਕਈ ਉਹ ਡਾਂਗ ਸੋਟੇ ਤਰ੍ਹਾਂ ਛਾਂਗੀ ਤੁਰੇ ਆਉਂਦੇ ਨੇ। ਕੋਈ ਵਪਾਰੀ ਵਰਗ ਨਹੀਂ ਛੱਡਿਆ, ਕੋਈ ਕਿਸੇ ਨੂੰ ਨਹੀਂ ਛੱਡਿਆ। ਕਿਸਾਨਾਂ ਦਾ ਹਾਲ ਤਾਂ ਵੇਖ ਹੀ ਲਿਆ ਸਾਰਿਆਂ ਦਾ। ਸੋ ਗੱਲ ਇਹ ਹੈ ਵੀ ਨਹੀਂ, ਅੱਜ ਦੇ ਟਾਈਮ ਵਿੱਚ ਅਸੀਂ ਨਹੀਂ ਉਹਨਾਂ ਨੂੰ ਆਪਣਾ ਕਹਿ ਸਕਦੇ। ਹਾਂਜੀ ਸਦੇਵਾ ਜੀ, ਕੀ ਕਹਿਣਾ ਚਾਹੁੰਦੇ ਹੋ? ਕਹਿੰਦੇ ਅੱਜ ਦੇ ਟਾਈਮ 'ਚ ਅਸੀਂ ਆਪਣਾ ਨਹੀਂ ਕਹਿੰਦੇ। ਗੱਲ ਇਹ ਹੈ, ਜਦੋਂ ਤਾਂ ਇਕੱਠੇ ਸੀ ਉਦੋਂ ਤਾਂ ਚੰਗੇ ਸੀ, ਇਹ ਮਲਾਈਆਂ ਵੰਡ ਕੇ ਖਾਂਦੇ ਰਹੇ। ਤੇ ਕਿਸਾਨੀ ਜਿਹੜਾ ਬਿੱਲ ਆਇਆ ਉਹਦੇ ਵਿੱਚ ਅਕਾਲੀ ਦਲ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਜੀ ਨੇ ਕਿਹਾ, ਬੀਬੀ ਹਰਸਿਮਰਤ ਕੌਰ ਬਾਦਲ ਜੀ ਉਸ ਮੀਟਿੰਗ ਵਿੱਚ ਹਾਜ਼ਰ ਸੀ ਕਿ ਇਹ ਜਿਹੜੇ ਬਿੱਲ ਨੇ ਬਿਲਕੁਲ ਸਹੀ ਨੇ, ਕਿਸਾਨਾਂ ਦੇ ਹਿਤੈਸ਼ੀ ਨੇ। ਤੇ ਜਦੋਂ ਪੰਜਾਬ ਦੇ ਵਿੱਚ ਵੜੇ ਤੇ ਲੋਕਾਂ ਨੇ ਅੱਗੋਂ ਲਿੱਤਰ ਵਿਖਾਏ ਤੇ ਫਿਰ ਕਹਿੰਦੇ ਬਿੱਲ ਤਾਂ ਮਾੜੇ ਨੇ, ਅਸੀਂ ਮੰਤਰੀ ਬਣ ਛੱਡਦੇ ਆ, ਅਸੀਂ ਵੱਖਰੇ। ਚਲੋ ਇਹ ਲੋਕਾਂ ਦੀ ਗੱਲ ਹੈ। ਜੀ ਇੱਕ ਮਿੰਟ ਹਾਂਜੀ ਅੱਗੇ ਆਇਓ। ਕੀ ਨਾਮ ਹੈ ਤੁਹਾਡਾ? ਮਨੋਜ ਕੁਮਾਰ ਸ਼ਰਮਾ ਜੀ। ਇੱਕ ਵੀਰ ਜੀ ਨੇ, ਮੈਂ ਸੌਰੀ ਨਾਮ ਭੁੱਲ ਗਿਆ, ਇਹਨਾਂ ਨੇ ਸਵਾਲ ਚੱਕਿਆ ਸੀ ਵੀ ਜੀ ਆਮ ਆਦਮੀ ਪਾਰਟੀ ਦੀ ਟਿਕਟਾਂ ਵਿਕੀਆਂ ਨੇ। ਨੋ ਡਾਊਟ ਇੱਕ ਰਿਲੇਸ਼ਨ ਹਰ ਕਿਸੇ ਦਾ ਹੈਗਾ, ਪਰ ਉਹ ਰਿਲੇਸ਼ਨ ਦੇ ਵਾਸਤੇ ਪਾਰਟੀ ਪਹਿਲਾਂ ਜ਼ਰੂਰੀ ਹੈ, ਰਿਲੇਸ਼ਨ ਪਹਿਲਾਂ ਜ਼ਰੂਰੀ ਹੈ। ਤਾਂ ਮੈਂ ਪੂਜਾ ਜੀ ਨੂੰ ਠੀਕ ਹੈ, ਕਰਨ ਗਲੋਤਰਾ ਨੋ ਡਾਊਟ ਅਕਾਲੀ ਪਰਿਵਾਰ ਸਾਰਾ ਜੇ ਸਹਿਮਤ ਗਾੜੀਆਂ ਮਾਰ ਠੀਕ ਹੈ ਜੀ। ਉਹ ਉਹਨਾਂ ਦਾ ਪ੍ਰਚਾਰ ਕਰ ਰਹੇ ਨੇ, ਇਹਨਾਂ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਦਾ ਧੰਨਵਾਦ ਕਰ ਰਹੇ ਨੇ ਮੀਡੀਆ ਤੇ ਟਿਕਟ ਮਿਲਣ ਤੋਂ। ਜੀ ਉਸ ਤੋਂ ਬਾਅਦ ਰਾਘਵ ਸੱਡਾ ਦਿੱਲੀ ਤੋਂ ਆਉਂਦਾ ਹੈ, ਲੁਧਿਆਣੇ ਕਾਨਫਰੰਸ ਕਰਦਾ ਹੈ, ਲੋਕੀ ਉਹਨੂੰ ਵਜਾਉਂਦੇ ਨੇ ਕਿ ਉਹ ਟਿਕਟ ਵੇਚਣ ਆਇਆ ਸੀ ਜਾਂ ਕੋਈ ਮਸਲਾ ਹੱਲ ਕਰਨ ਆਇਆ ਸੀਗਾ। ਲੋਕਾਂ ਨੇ ਉਹਨੂੰ ਕਿਉਂ ਵਜਾਇਆ? ਜੀ ਇਹ ਤੁਹਾਡੇ ਤੇ ਸਵਾਲ ਹੈ ਜੀ, ਤੁਹਾਡੇ ਤੇ ਸਵਾਲ ਹੈ ਇਹ ਵੀ ਜੇ ਲੋਕਾਂ ਦੇ ਮਸਲੇ ਹੱਲ ਕਰਨ ਆਏ ਸੀ ਤਾਂ ਲੋਕ ਵਿਰੋਧ ਕਿਉਂ ਕਰਦੇ ਨੇ? ਦੇਖੋ ਵਿਰੋਧੀ ਪਾਰਟੀਆਂ ਦਾ ਕੰਮ ਹੀ ਹੁੰਦਾ ਹੈ। ਕਰਨ ਗਲੋਤਰਾ ਦੀ ਗੱਲ ਕਰ ਰਹੇ ਨੇ ਜੀ। ਉਹ ਮੈਂ ਦੱਸ ਰਹੀ ਹਾਂ ਕਰਨ ਗਲੋਤਰਾ ਜੀ ਨੇ ਜੋ ਵੀ ਕਿਹਾ, ਉਹਨਾਂ ਨੇ ਇਹ ਕਿਹਾ ਕਿ ਫਾਜ਼ਿਲਕਾ ਦੇ ਬੇਟੇ ਨੂੰ ਟਿਕਟ ਦਿੱਤੀ ਗਈ ਹੈ। ਅਗਰ ਆਪਾਂ ਗੱਲ ਕਰੀਏ ਦਵਿੰਦਰ ਘੁਬਾਇਆ ਜੀ ਦੀ, ਤਾਂ ਉਹ ਘੁਬਾਈ ਪਿੰਡ ਦੇ ਨੇ, ਠੀਕ ਹੈ। ਔਰ ਅਗਰ ਆਪਾਂ ਗੱਲ ਕਰੀਏ ਅਕਾਲੀ ਜੋਸਨ ਜੀ ਦੀ, ਉਹ ਵੀ ਜਲਾਲਾਬਾਦ ਦੇ ਕਿਸੇ ਪਿੰਡ ਦੇ ਨੇ। ਅਗਰ ਆਪਾਂ ਗੱਲ ਕਰੀਏ ਜਾਨੀ ਜੀ ਦੀ, ਉਹ ਕਟਹਿਰੇ ਦੇ ਨੇ। ਤਾਂ ਇਹਨਾਂ ਨੂੰ ਕੋਈ ਲੋਕਲ ਕੈਂਡੀਡੇਟ ਹੀ ਨਹੀਂ ਮਿਲਦਾ।
ਜੇ ਐਮਐਲਏ ਵਾਸਤੇ ਲੜਾਉਣਾ ਚਾਹੁੰਦੇ ਨੇ ਤਾਂ ਫਾਜ਼ਿਲਕਾ ਦੇ ਲੋਕਾਂ ਨੂੰ ਕਿਉਂ ਛੱਡਿਆ ਜਾਂਦਾ ਹੈ? ਜੀ ਉਹਨਾਂ ਨੂੰ ਜੀ ਕਾਂਗਰਸ ਦਿੱਤੀ ਜਾਂਦੀ ਜੀ ਜੀ ਜੋ ਦੇ ਰਹੇ ਬਿਲਕੁਲ ਬਿਲਕੁਲ ਫਾਜ਼ਿਲਕਾ ਦੇ ਬੰਦੇ ਕਿਉਂ ਛੱਡ ਜੀ ਜੀ ਪਹਿਲਾਂ ਹਾਂਜੀ ਮੈਨੂੰ ਪੁੱਛਿਆ ਕਰਨ ਗਲੋਤਰਾ ਬਾਰੇ ਜੀ ਤੇ ਉਹ ਤਾਂ ਬ੍ਰਹਮਾ ਵਿਸ਼ਨੂੰ ਮਹੇਸ਼ ਹੈ, ਪਿਓ ਉਧਰ ਅਕਾਲੀਆਂ 'ਚ ਤੇ ਉਹ ਬੀਜੇਪੀ 'ਚ ਤੇ ਪੁੱਤਰ ਕਾਂਗਰਸ 'ਚ, ਉਹ ਤਾਂ ਤਿੰਨੇ ਖਾਤੇ ਉਹਨਾਂ ਦੇ ਪਰਿਵਾਰ 'ਚ ਵਿਚਾਰਕ ਮਤਭੇਦ ਨੇ ਤੁਸੀਂ ਕਹਿ ਰਹੇ ਹੋ ਵਿਚਾਰਕ ਮਤਭੇਦ ਨਹੀਂ ਜੀ। ਤਿੰਨੇ ਟੌਪ ਦੀ ਉਹਨਾਂ ਕੋਲੇ, ਉਹਨਾਂ ਤੋਂ ਕੰਮ ਲੈਂਦੇ ਨੇ, ਸਾਰਾ ਸਿਸਟਮ ਹੀ ਉਹਨਾਂ ਨੇ ਸਰਵ ਸਾਂਝੀ ਸਿਆਸਤ ਜੀ। ਸੁਰਜੀਤ ਕੁਮਾਰ ਜੈਨੀ 40 ਸਾਲ ਹੋ ਗਏ ਫਾਜ਼ਿਲਕਾ ਦੀ ਸੇਵਾ ਕਰ ਰਹੇ। ਸਵਨਾ ਜੀ ਅਕਾਲੀ ਦਲ ਵਿੱਚੋਂ ਆਪ ਚ ਆ ਗਏ, ਜੋਸਨ ਜੀ ਕਾਂਗਰਸ ਵਿੱਚੋਂ ਅਕਾਲੀ ਦਲ ਜਾ ਗਏ, ਤੇ ਸੁਰਜੀਤ ਕੁਮਾਰ ਜੈਨੀ ਜੀ ਜਿੱਥੇ ਸਟੈਂਡ ਸੀ ਉੱਥੇ ਹੀ ਖੜੋਤੇ ਨੇ। ਇਹਨਾਂ ਨੇ ਸੇਵਾ ਕੀਤੀ ਔਰ ਲੋਕਾਂ ਨੇ ਇਹਨਾਂ ਨੂੰ ਪਿਆਰ ਦਿੱਤਾ, ਉਹ ਪਿਆਰ ਸੇਵਾ ਕਰਦੇ ਰਹਿਣਗੇ, ਉਹ ਪਿਆਰ ਕਰਦੇ ਰਹਿਣਗੇ ਲੋਕ। ਪਰ ਜਿਸ ਤਰੀਕੇ ਨਾਲ ਕਿਹਾ ਜਾਂਦਾ ਉਮੀਦਵਾਰ ਬਾਹਰੋਂ ਆਉਂਦੇ ਨੇ, ਉਮੀਦਵਾਰ ਕਿਉਂ ਨਹੀਂ ਮਿਲਦੇ ਫਾਜ਼ਿਲਕਾ? ਕਰਨੀ ਖੇੜੇ ਜੋਸਨ ਸਾਹਿਬ ਦੀ ਜ਼ਮੀਨ ਹੈ, ਲਗਭਗ ਸਾਰਿਆਂ ਨੂੰ ਪਤਾ। ਸਿਵਲ ਲਾਈਨ ਉਹਨਾਂ ਦੀ ਕੋਠੀ ਹੈ, ਤੁਸੀਂ ਦੇਖ ਲਓ, ਰਜਿਸਟਰੀਆਂ ਦਿਖਾ ਦੇਣਾ ਤੁਹਾਨੂੰ, ਜ਼ਮੀਨ ਦੀਆਂ ਰਜਿਸਟਰੀਆਂ ਵੀ ਦਿਖਾ ਦਿੰਨੇ, ਬਾਹਰੀ ਕਿੱਥੋਂ ਹੋਏ। ਚਲੋ ਇਹ ਲੋਕਾਂ ਲਈ। ਹਾਂਜੀ, ਤੁਹਾਡੇ ਤੇ ਸਵਾਲ ਇਹ ਉੱਠਦਾ ਕਿ ਪਰਿਵਾਰਵਾਦ 'ਚ ਰਹਿ ਜਾਂਦੀ ਹੈ ਕਾਂਗਰਸ ਹਮੇਸ਼ਾ। ਦੱਸੋ ਵੀ ਇਹ ਸਵਾਲ ਮੇਰੇ ਖਿਆਲ ਤੁਹਾਨੂੰ ਮਾਈਕ ਪਹਿਲਾਂ ਉਧਰ ਸੀਗਾ ਪੁੱਛ ਲੈਂਦੇ ਵੀ ਮੈਂ ਕਾਂਗਰਸ ਦੇ ਤਾਂ ਇਹਨਾਂ ਘੁਬਾਇਆ ਪਰਿਵਾਰ ਜੀ ਜੀ ਉੱਥੇ ਆ ਰਿਹਾ। ਪਰਿਵਾਰਵਾਦ ਦੇ ਵਿੱਚ ਦਾ ਤੋਂ ਕੀ ਮਤਲਬ ਤੁਸੀਂ ਲੈਂਦੇ ਹੋ? ਅਗਰ ਪਰਿਵਾਰ ਦੇ ਵਿੱਚ ਕੋਈ ਇੰਟੈਲੀਜੈਂਟ ਬੱਚਾ ਹੈ, ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਅਗਰ ਸੁਖਬੀਰ ਸਿੰਘ ਬਾਦਲ ਆ ਗਿਆ, ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਜੀ ਆ ਗਏ, ਉਸ ਤੋਂ ਬਾਅਦ ਸੇਖੋਂ ਸਾਹਿਬ ਆ ਗਏ, ਤੇ ਪਿਛਲੀ ਸਰਕਾਰ ਦੇ ਵਿੱਚ ਤਾਂ ਰਹੀ ਬਾਦਲ ਪਰਿਵਾਰ ਦੀ ਸਾਰੀ। ਕਿਹੜੀ ਪਾਰਟੀ ਦੇ ਵਿੱਚ ਪਰਿਵਾਰਵਾਦ ਨਹੀਂ ਹੈ? ਤੁਸੀਂ ਮੈਨੂੰ ਦੱਸੋ, ਕੋਈ ਇੱਕ ਪਾਰਟੀ ਗਿਣਾ ਦਿਓ। ਰਾਜਨਾਥ ਸਿੰਘ ਜੀ ਨੇ, ਉਹਨਾਂ ਦਾ ਬੇਟਾ ਇਲੈਕਸ਼ਨ ਲੜਦਾ ਹੈ। ਸਾਡੇ ਅਡਵਾਣੀ ਜੀ ਨੇ, ਉਹਨਾਂ ਦੀ ਬੇਟੀ ਇਲੈਕਸ਼ਨ ਲੜਦੀ ਹੈ। ਕਿਹੜੇ ਪਰਿਵਾਰ ਦੇ ਪਰਿਵਾਰਵਾਦ ਨਹੀਂ ਹੈ? ਕਿਹੜੀ ਪਾਰਟੀ ਵਿੱਚ ਨਹੀਂ ਹੈਗਾ? ਅਗਰ ਕੋਈ ਬੰਦਾ ਡਿਜ਼ਰਵ ਕਰਦਾ, ਪਾਰਟੀ ਨੇ ਇਹ ਦੇਖਣਾ ਹੁੰਦਾ ਵਿਨੇਬਿਲਿਟੀ ਕੀ ਹੈਗੀ ਹੈ, ਉਹਦਾ ਫੈਮਿਲੀ ਬੈਕਗ੍ਰਾਉਂਡ ਕੀ ਹੈ। ਕਾਂਗਰਸ ਨੇ ਹਮੇਸ਼ਾ ਵਿਕਾਸ ਦੇ ਮੁੱਦਿਆਂ ਤੇ, ਨਿਆਂ ਦੇ ਮੁੱਦਿਆਂ ਤੇ, ਭੈ ਮੁਕਤ ਪ੍ਰਸ਼ਾਸਨ ਦੇ ਮੁੱਦਿਆਂ ਤੇ ਇਲੈਕਸ਼ਨ ਲੜਿਆ ਔਰ ਅੱਜ ਵੀ ਲੜਨ ਜਾ ਰਹੀ। ਚਲੋ ਜੀ 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 ਆ ਜਾਓ, ਖੜੇ ਹੋ ਜਾਓ। ਨਾਮ ਦੱਸਿਓ ਆਪਦਾ। ਮੇਰਾ ਨਾਮ ਸੁਨੀਲ ਕਸ਼ਯਪ ਹੈ ਜੀ। ਮੈਂ ਵੈਸੇ ਤਾਂ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਹਾਂ। ਠੀਕ ਹੈ। ਪਰ ਮੈਂ ਇੱਕ ਫਾਜ਼ਿਲਕਾ ਦਾ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਸਾਰੀ ਪਾਰਟੀਆਂ ਦੇ ਵਿੱਚ ਗੱਲ ਕਰ ਰਿਹਾ ਤੇ ਮੀਡੀਆ ਦੇ ਵਿੱਚ ਚੱਲ ਰਿਹਾ। ਆਮ ਆਦਮੀ ਪਾਰਟੀ ਦੀ ਟਿਕਟਾਂ ਵਿਕੀਆਂ, ਕਿਸਾਨਾਂ ਨੂੰ ਇਹ ਨਹੀਂ ਮਿਲਿਆ, ਤੁਹਾਡਾ ਪਰਿਵਾਰਵਾਦ ਹੈ, ਅਸੀਂ ਇਹ ਕੰਮ ਨਹੀਂ ਕੀਤਾ। ਅੱਜ ਫਾਜ਼ਿਲਕਾ ਵਾਸਤੇ ਡਿਬੇਟ ਹੋ ਰਹੀ ਹੈ। ਮੈਂ ਇਹ ਸਮਝਦਾ ਕਿ ਆਪਾਂ ਕਿਸਾਨਾਂ ਦੀ ਗੱਲ, ਚਲੋ ਕਿਸਾਨ ਦੇ ਹੱਕ 'ਚ ਕਰੀਏ, ਉਹ ਗੱਲ ਵੱਖਰੀ ਹੈ। ਪਾਰਟੀ ਜਿਹੜੀ ਟਿਕਟਾਂ ਵਿਕੀ ਹੈ ਉਹ ਗੱਲ ਵੱਖਰੀ ਹੈ। ਤੁਸੀਂ ਫਾਜ਼ਿਲਕਾ ਵਾਸਤੇ ਕੀ ਕਰੋਗੇ ਇਹ ਦੱਸੋ ਮੈਨੂੰ। ਬਿਲਕੁਲ, ਤੇ ਏਜੰਡਾ ਚਾਹੀਦਾ ਹੈ ਫਾਜ਼ਿਲਕਾ ਵਾਸਤੇ। ਹੁਣ ਮੈਂ ਦੱਸਦਾ ਸਾਰਿਆਂ ਨੇ ਕਿਹਾ ਵੀ ਇੱਥੇ ਆਏ ਉੱਥੋਂ ਆਏ, ਤੇ ਹੁਣ ਮੈਂ ਇੱਕ ਗੱਲ ਜਿਹੜੀ ਆ ਉਹ ਜੈਨਮਨ ਕਰਾਂਗਾ। ਜਿਹੜੀ ਆਪਣੀ ਸੈਂਟਰ ਦੇ ਵਿੱਚ ਮੋਦੀ ਸਰਕਾਰ ਹੈ ਜੀ, ਤੇ ਪੰਜਾਬ ਜਿਹੜਾ ਉਹ ਪਹਿਲਾਂ ਹੀ ਆਪਣੇ ਕਾਂਗਰਸੀਆਂ ਨੇ ਕਹਿਤਾ ਸੀ ਖਜ਼ਾਨਾ ਖਾਲੀ ਹੈ, ਖਜ਼ਾਨਾ ਖਾਲੀ ਹੈ। ਜੇ ਅਕਾਲੀ ਆ ਜਾਊਗਾ ਫਿਰ ਉਹ ਕਹਿ ਦੂਗਾ ਖਜ਼ਾਨਾ ਖਾਲੀ ਹੈ, ਖਜ਼ਾਨਾ ਖਾਲੀ ਹੈ। ਆਮ ਆਦਮੀ ਪਾਰਟੀ ਆ ਜਾਏਗੀ, ਉਹ ਵੀ ਕਹੇਗਾ ਖਜ਼ਾਨਾ ਖਾਲੀ ਹੈ। ਫਿਰ ਕਿਸਾਨਾਂ ਦਾ ਕਰਜ਼ਾ ਮਾਫ ਕੌਣ ਕਰੂਗਾ? ਹਰ ਵਾਰ ਦੇ ਵਿੱਚ ਕਿਸਾਨਾਂ ਦੀ ਗੱਲ ਹੁੰਦੀ ਹੈ। ਜਰਨਲ ਵਰਗ ਵੀ ਬੈਠਾ ਸਾਰਾ ਜਰਨਲ ਵਰਗ ਬੈਠਾ ਹੈ, BC ਵਰਗ ਵੀ ਬੈਠਾ ਹੈ, SC ਵਰਗ ਵੀ ਬੈਠਾ। ਉਹਨਾਂ ਨੂੰ ਕੀ ਦਿਓਗੇ ਜਾਂ ਕਿਸਾਨਾਂ ਨੂੰ ਸਾਰਾ ਕੁਝ ਦਿਓਗੇ? ਤਾਂ ਚਲੋ ਇਹ ਇੱਕ ਸਵਾਲ ਆ ਗਿਆ, ਏਜੰਡੇ ਦੇ ਵਿੱਚ ਸਵਾਲ ਆ ਗਿਆ ਜੀ, ਏਜੰਡੇ ਦੇ ਲਈ ਜੀ। ਨਾਮ ਦੱਸ ਕੇ। ਮੇਰਾ ਨਾਮ ਰੋਹਿਤ ਚੌਕ ਹੈ ਜੀ। ਮੇਰਾ ਸਵਾਲ ਆਮ ਆਦਮੀ ਪਾਰਟੀ ਵਾਲੇ ਮੈਡਮ ਤੋਂ ਹੈ। ਗੱਲ ਚੱਲੀ ਜਾਂਦੀ ਸੀ ਵਿੱਚੋਂ ਪਾਣੀ ਦੀ। SYL ਨਹਿਰ ਜਿਹੜੀ ਹੋਈ ਸੀ ਉਹਦੇ ਤੇ ਕੀ ਸਟੈਂਡ ਹੈ ਕੇਜਰੀਵਾਲ ਦਾ? ਇਹਨਾਂ ਕੋਲ ਬਿਲਕੁਲ ਇਹ ਵੀ ਸਵਾਲ ਜ਼ਰੂਰ ਲਾਵਾਂਗੇ, ਤੁਹਾਨੂੰ ਸਪਸ਼ਟ ਕਰਾਵਾਂਗੇ ਜੀ। ਕਿਸੇ ਹੋਰ ਨੇ ਸਵਾਲ ਪੁੱਛਣਾ ਹੋਵੇ? ਹਾਂਜੀ, ਮੇਰਾ ਤਾਂ ਇਹੀ ਕਾਂਗਰਸ ਨੂੰ ਸਵਾਲ ਹੈ ਜੀ, ਕਿਹੜਾ ਆਪਣਾ ਸੁਵਿਧਾ ਸੈਂਟਰ ਕਿਹੜੇ ਆਪਣੇ ਪਿੰਡਾਂ 'ਚ ਖੋਲੇ ਗਏ ਸੀਗੇ, ਹਰ ਪਿੰਡ 'ਚ ਖੋਲੇ ਗਏ, ਉਹ ਬੰਦ ਕਿਉਂ ਨੇ ਜੀ? ਪਿਛਲੇ 5 ਸਾਲਾਂ ਤੋਂ ਬੰਦ ਹੈ ਨਾ ਜੀ ਸੁਵਿਧਾ ਸੈਂਟਰ। ਚਲੋ ਏਜੰਡਿਆਂ ਦੀ ਗੱਲ ਹੋ ਰਹੀ ਆ, ਨਾਲ ਉਹਨਾਂ ਦਾ ਕਹਿੰਦੇ ਸੁਵਿਧਾ ਨੂੰ ਪਹਿਲਾਂ ਆਮ ਆਦਮੀ ਪਾਰਟੀ ਤੋਂ ਆ ਜਾਈਏ। ਕਿਸੇ ਦੀ ਮੇਰੀ ਗੱਲ ਤਾਂ ਸੁਣ ਲਿਆ ਕਰੋ। ਆਮ ਆਦਮੀ ਪਾਰਟੀ ਦੀ ਗੱਲ ਤੇ ਆ ਜਾਈਏ ਜੀ। ਉਹਨਾਂ ਨੇ SYL ਦੀ ਗੱਲ ਕੀਤੀ, ਪਾਣੀ ਦੇ ਮੁੱਦੇ ਦੀ ਗੱਲ ਕੀਤੀ ਆ। ਸਟੈਂਡ ਕੀ ਆ? ਨਾਲ ਆਪਦਾ ਏਜੰਡਾ ਸਪਸ਼ਟ ਕਰ ਦਿਓ ਵੀ ਫਾਜ਼ਿਲਕਾ ਲਈ ਆਮ ਆਦਮੀ ਪਾਰਟੀ ਦਾ ਏਜੰਡਾ ਕੀ ਹੈ। ਦੇਖੋ ਸਰ, ਮੈਂ ਇਹੀ ਕਹਾਂਗੀ ਕਿ ਸਭ ਤੋਂ ਪਹਿਲੇ ਤਾਂ ਫਾਜ਼ਿਲਕਾ ਦੇ ਜਿਹੜੇ ਲੋਕੀ ਨੇ ਉਹਨਾਂ ਨੂੰ ਸੜਕਾਂ, ਨਾਲੀਆਂ, ਗਲੀਆਂ, ਸੀਵਰੇਜ, ਇਹਨਾਂ 4 ਮੁੱਦਿਆਂ ਤੋਂ ਉੱਪਰ ਨਹੀਂ ਆਉਣ ਦਿੱਤਾ ਜਾਂਦਾ। ਠੀਕ ਹੈ। ਸਭ ਤੋਂ ਵੱਡੀ ਗੱਲ ਤਾਂ ਇਹੀ ਹੋਈ ਹੈ। ਜਦ ਅਗਰ ਅਸੀਂ ਜਾਵਾਂਗੇ, ਅਸੀਂ ਮੰਨ ਲਓ ਡੋਰ ਟੂ ਡੋਰ ਜਾ ਰਹੇ ਹਾਂ, ਅਸੀਂ ਬੜੇ ਮਹੱਲਿਆਂ ਦੇ ਵਿੱਚ ਇਹੀ ਹਾਲ ਦੇਖ ਰਹੇ ਹਾਂ ਕਿ ਸੀਵਰੇਜ ਦਾ ਪਾਣੀ ਬਾਹਰ ਆ ਗਿਆ, ਨਾਲੀਆਂ ਦਾ ਬੁਰਾ ਹਾਲ ਹੈ, ਗਲੀਆਂ ਦਾ ਬੁਰਾ ਹਾਲ ਹੈ। ਮੈਂ ਹਾਲੇ ਜਸਟ ਸਾਲ ਹੀ ਹੋਇਆ ਕਿ ਮੈਂ MC ਬਣੀ ਹਾਂ, ਔਰ
ਜਿਹੜਾ ਵਾਰਡ ਦੀ ਮੈਂ ਐਮਸੀ ਆ ਉੱਥੇ ਵੀ ਪ੍ਰੋਬਲਮਸ ਵੀ ਹੈ। ਮੈਂ ਆਪਣੇ ਡੇਲੀ ਦੇ ਰੂਟੀਨ ਦੇ ਵਿੱਚ ਉਸ ਪ੍ਰੋਬਲਮ ਨੂੰ ਸੋਲਵ ਕਰਨ ਦੀ ਬਹੁਤ ਕੋਸ਼ਿਸ਼ ਕਰ ਰਹੀ ਹਾਂ ਔਰ ਆਪਣੇ ਲੈਵਲ ਤੇ ਮੈਂ ਜਿੰਨਾ ਹੱਲ ਕਰ ਸਕਦੀ ਹਾਂ ਉਹ ਕਰਦੀ ਵੀ ਪਈ ਹਾਂ। ਲੋਕਾਂ ਨੂੰ ਜਦੋਂ ਸਰ ਬੇਸਿਕ ਮੁੱਦਿਆਂ ਤੋਂ ਉੱਪਰ ਧਿਆਨ ਦਿੱਤਾ ਜਾਵੇਗਾ ਤਾਂ ਮੈਨੂੰ ਲੱਗਦਾ ਹੈ ਏਜੰਡਾ ਦੱਸ ਦਿਓ ਨਾ ਤੁਸੀਂ, ਉਹੀ ਗੱਲ ਏਜੰਡਾ ਦੱਸ ਦਿਓ ਆਪਦਾ ਵੀ ਫਾਜ਼ਿਲਕਾ ਏਜੰਡਾ ਇਹ ਆ ਜੀ। SYL ਦਾ ਸਵਾਲ ਵੀ ਸੀ ਨਾਲੇ ਉਹਨਾਂ ਦਾ। ਬਿਲਕੁਲ ਬਿਲਕੁਲ। ਨਾ ਤਾਂ ਉਹ ਐਜੂਕੇਸ਼ਨ ਦੀ ਗੱਲ ਕਰਨਗੇ, ਠੀਕ ਹੈ। ਨਾ ਹੀ ਉਹ ਰੋਜ਼ਗਾਰ ਦੀ ਗੱਲ ਕਰ ਸਕਦੇ, ਠੀਕ ਹੈ। ਨਾ ਹੀ ਆਪਾਂ ਇਹ ਸਮਝ ਲਓ ਕਿ ਸਰ ਕੁਆਲਿਟੀ ਦੀ ਗੱਲ ਨਹੀਂ ਹੋ ਸਕਦੀ ਹੁਣ ਦੇਰ ਤੱਕ ਜਿੰਨੇ ਤੱਕ ਅਸੀਂ ਜਿਹੜੇ ਨੇ ਇਹਨਾਂ ਮੁੱਦਿਆਂ ਤੋਂ ਆਪਣੇ ਫਾਜ਼ਿਲਕਾ ਨੂੰ ਬਾਹਰ ਨਹੀਂ ਆਉਣ ਦੇ। ਅਗਰ ਤੇ ਡਿਬੇਟ ਚੱਲ ਰਹੀ ਤਾਂ ਮੈਂ ਵੀ ਉਹਨਾਂ ਦੀ ਗੱਲਾਂ ਬਿਲਕੁਲ ਸਹਿਮਤ ਹਾਂ ਕਿ ਇੱਥੇ ਆਪਾਂ ਬਾਹਰ ਦੇ ਆ ਗਿਆ ਜੀ, ਆ ਗਿਆ ਸਰ, ਆਪਣੇ ਫਾਜ਼ਿਲਕਾ ਦੇ ਮੁੱਦਿਆਂ ਨੂੰ ਚੱਕੀਏ ਕਿ ਫਾਜ਼ਿਲਕਾ ਦੇ ਵਿੱਚ ਐਕਚੁਅਲ ਡਿਵੈਲਪਮੈਂਟ ਵਾਸਤੇ ਕੀ ਹੋ ਸਕਦਾ ਹੈ। ਠੀਕ ਹੈ। ਅਗਰ ਗੱਲ ਮੈਂ ਉਹੀ ਏਜੰਡਾ ਹੀ ਪੁੱਛ ਰਿਹਾ ਜੀ, ਸੰਖੇਪ ਚ ਦੱਸਿਓ ਆਪਦਾ ਏਜੰਡਾ ਕੀ ਹੈ। ਐਜੂਕੇਸ਼ਨ ਕੁਆਲਿਟੀ ਤੁਸੀਂ ਗੱਲ ਕਰ ਰਹੇ ਹੋ, ਏਜੰਡਾ ਕੀ ਹੈ? ਫਾਜ਼ਿਲਕਾ ਨੂੰ ਕੀ ਕੋਈ ਸਰਕਾਰੀ ਕਾਲਜ, ਮੈਡੀਕਲ ਕਾਲਜ ਜਾਂ ਕੋਈ ਸਕੂਲ ਕੀ ਦਵੋਗੇ? ਐਜੂਕੇਸ਼ਨ ਜਿਹੜੀ ਆਪਣੇ ਸਰਕਾਰੀ ਸਕੂਲ ਨੇ, ਸਿਰਫ ਕਹਿਣ ਨੂੰ ਸਰਕਾਰੀ ਸਕੂਲ ਨੇ, ਇੱਕ ਵਾਰ ਉਹ ਰੰਗ ਪੋ ਦਿੱਤਾ ਗਿਆ ਔਰ ਜੀ ਸਰਕਾਰੀ ਸਕੂਲ ਬਣ ਗਏ, ਸਮਾਰਟ ਸਕੂਲ ਬਣਾਤੇ ਅਸੀਂ। ਅੰਦਰ ਜਾਓ ਸਕੂਲਾਂ ਵਿੱਚ ਕੁਝ ਨਹੀਂ ਸਰ, ਆਨਲਾਈਨ ਕਲਾਸਿਸ ਚੱਲ ਰਹੀਆਂ ਨੇ। ਬਹੁਤ ਬੱਚੇ ਆ ਜਿਨ੍ਹਾਂ ਕੋਲੋਂ ਸਮਾਰਟਫੋਨ ਹੀ ਨਹੀਂ ਹੈਗੇ, ਉਹ ਵਿਚਾਰੇ ਕਲਾਸਿਸ ਕਿੱਥੋਂ ਲਗਾਉਣਗੇ? ਉਹਨਾਂ ਦੇ ਪੇਪਰ ਕੌਣ ਅਟੈਂਡ ਕਰਦੇ ਨੇ? ਉਹਨਾਂ ਦੇ ਪੇਰੈਂਟਸ। ਔਰ ਅਗਰ ਮੰਨ ਲਓ ਪੇਰੈਂਟਸ ਕੋ ਨਹੀਂ ਹੈ, ਕਿਉਂਕਿ ਕਹਿੰਦੇ ਅਸੀਂ ਖੇਤਾਂ 'ਚ ਕੰਮ ਕਰ ਰਹੇ ਹਾਂ ਜੀ, ਠੀਕ ਹੈ, ਤਾਂ ਫਿਰ ਪੇਪਰ ਕੌਣ ਕਰਦੇ ਨੇ? ਵਿਚਾਰੇ ਟੀਚਰਸ। ਉਹਨਾਂ ਉੱਤੇ ਡੰਡਾ ਹੁੰਦਾ ਹੈ ਪੇਪਰ ਪੂਰੇ ਕਰਕੇ ਦਿਓ, ਔਰ ਬੱਚੇ ਨਕਲ ਮਾਰ ਕੇ ਕਰ ਰਹੇ ਨੇ। ਟੀਚਰਸ ਕਿਵੇਂ ਕਰ ਰਹੇ ਨੇ ਕੁਝ ਨਹੀਂ ਪਤਾ। ਰੋਜ਼ਗਾਰ ਦੀ ਗੱਲ ਕਰੀਏ, ਭਾਵੇਂ ਉਹ ਟੀਚਰਸ ਨੇ, ਭਾਵੇਂ ਠੇਕਾ ਮੁਲਾਜ਼ਮ ਨੇ, ਭਾਵੇਂ ਆਸ਼ਾ ਵਰਕਰ ਨੇ ਸਰ, ਸਾਰੇ ਧਰਨਿਆਂ ਤੇ ਬੈਠੇ ਨੇ। ਜੇ ਇੱਥੇ ਚੰਨੀ ਜੀ ਆਏ ਤਾਂ ਉਹਨਾਂ ਨੂੰ ਲਾਠੀਆਂ ਤੋਂ ਇਲਾਵਾ ਕੁਝ ਨਹੀਂ ਮਿਲਿਆ। ਚਲੋ ਤੁਸੀਂ ਐਜੂਕੇਸ਼ਨ ਦੀ ਗੱਲ ਕਰਦੇ ਹੋ ਜੀ। ਜੀ ਆ ਗਿਆ ਤੇਂਦਰ ਜੀ, ਆ ਗਿਆ, ਤੁਹਾਡੇ ਕੋਲ ਵੀ ਆ ਗਿਆ, ਸਾਰਿਆਂ ਨੂੰ ਸੁਣਿਆ। ਹਾਂਜੀ ਹਰਮਨ ਜੀ ਕੀ ਕਹਿਣਾ? ਇਹਨਾਂ ਨੇ ਗੱਲ ਕੀਤੀ ਵੀ ਜਾਨੀ ਸਾਹਿਬ ਦੀ ਪ੍ਰਾਪਤੀ ਹੈ ਵੀ ਆਪਦੀ ਥਾਂ ਤੇ ਖੜਾ ਰਿਹਾ ਜੀ। ਜਾਨੀ ਸਾਹਿਬ ਹਿੱਲ ਹੀ ਨਹੀਂ ਸਕਦਾ। CBI ਮਗਰੇ, SCSD ਮਗਰੇ, ਕਈ ਮਹਿਕਮੇ ਨੇ ਉਹਦੇ ਕੋਲ। ਉਹ ਤਾਂ ਬਾਦਲ ਸਾਹਿਬ ਨੂੰ ਆਖੇ ਨਾ ਵੀ ਆ ਮੇਰੀ ਪਾਰਟੀ 'ਚ, ਤੇ ਬਾਦਲ ਸਾਹਿਬ ਨੂੰ ਆਉਣਾ ਪਏਗਾ ਕਿਉਂਕਿ ਉਹਨਾਂ ਵੀ ਸੁਸ਼ਮਾ ਸਵਰਾਜ ਬਣਾਇਆ। ਗੱਲ ਏਜੰਡਿਆਂ ਦੀ ਆ, ਗੱਲ ਏਜੰਡਾ ਦੱਸੋ। SSM ਦਾ ਫਾਜ਼ਿਲਕਾ ਲਈ ਕੀ ਏਜੰਡਾ ਆ? ਐਸਐਮ ਦਾ ਫਾਜ਼ਿਲਕਾ ਇਹੀ ਏਜੰਡਾ ਵੀ ਸਾਡਾ ਪ੍ਰਤਿਆਸ਼ੀ ਰੁਪਈਆ ਨਹੀਂ ਖਾਏਗਾ, ਸਾਡਾ ਮੂੰਹ ਕਾਲਾ ਕਰ ਦਿਆ ਜੀ। ਇਹਨਾਂ ਸਾਰਿਆਂ ਨੇ ਮਾਲ ਖਾਦਾ ਹੋਇਆ। ਭ੍ਰਿਸ਼ਟਾਚਾਰੀ ਨਹੀਂ, ਭ੍ਰਿਸ਼ਟਾਚਾਰੀ ਨੂੰ ਭ੍ਰਿਸ਼ਟਾਚਾਰੀਆਂ ਨੂੰ ਫੜਾਂਗੇ, SIT ਬਣਾਵਾਂਗੇ। ਸਾਡਾ ਤਾਂ ਖਿਆਲ ਵੀ ਸੈਂਟਰ 'ਚ ਸਰਕਾਰ ਬਣਾ ਕੇ 47 ਤੋਂ ਲੈ ਕੇ SIT ਜਿਹੜੇ ਲੋਕਾਂ ਦੇ ਅਰਬਾਂ ਰੁਪਈਏ ਸੁਸ਼ਮਾ ਪਾਵਰ ਜਾਂ ਉਹ ਫਾਰਮ ਬਣਾਈ ਬੈਠੇ ਨੇ, ਸਭ ਦੀ ਇਨਕੁਆਇਰੀ ਕਰਕੇ ਉਹ ਪੈਸਾ ਇਕੱਠਾ ਕਰਕੇ ਲਾਉਂਗੇ ਕਿੱਥੇ? ਫਾਜ਼ਿਲਕਾ ਤੇ ਕਿੱਥੇ ਲਾਉਂਗੇ ਉਹ ਪੈਸਾ ਜੀ? ਕਿੱਥੇ ਕੀ ਬਣਾਓਗੇ? ਲੋਕਾਂ ਨੂੰ ਜ਼ਰੂਰਤ ਹੈ ਸਵੱਛ ਪਾਣੀ ਦੀ, ਪੜ੍ਹਾਈ ਦੀ, ਦਵਾਈ ਦੀ, ਤਿੰਨੇ ਜ਼ਰੂਰਤਾਂ ਕਿੱਥੇ ਪੂਰੀਆਂ ਹੋ ਰਹੀਆਂ ਨੇ? ਸਭ ਤੋਂ ਜ਼ਰੂਰੀ ਇਹ ਕੰਮ ਕਰਦੇ ਹੀ ਨਹੀਂ ਕਿਉਂ ਇਹਦੇ ਵਿੱਚ ਇਹਨਾਂ ਨੂੰ ਬਚਦਾ ਕੁਝ ਨਹੀਂ। ਇਸ ਕਰਕੇ ਨਵੇਂ ਹਜ਼ਾਰਾਂ ਫਾਰਮੂਲੇ ਦਿੰਦੇ ਨੇ ਜਿੰਦੇ ਵਿੱਚ ਛੱਕਦੇ ਨੇ ਜੀ। ਪੜ੍ਹਾਈ ਤੇ ਦਵਾਈ 'ਚ ਇਹਨਾਂ ਨੂੰ ਮਿਲਦਾ ਕੁਝ ਨਹੀਂ। ਚਲੋ ਤਾਂ ਜੀ ਤੇਂਦਰ ਜੀ ਤੁਸੀਂ ਦੱਸ ਦਿਓ, ਏਜੰਡਾ ਦੱਸਿਓ ਬੀਜੇਪੀ ਦਾ ਖਾਸ ਤੌਰ ਤੇ ਫਾਜ਼ਿਲਕਾ ਲਈ ਕੀ ਏਜੰਡਾ ਹੈ? ਸੁਣੋ ਜੀ, ਗੱਲ ਇਹ ਵੀ ਸਰਾਜ ਸਾਹਿਬ ਨੂੰ ਕੁਝ ਨਹੀਂ ਪਤਾ, ਇੱਕ ਬੁਰਾਈ ਕਰ ਦੋ ਬਗੈਰ। ਦੂਸਰੀ ਗੱਲ ਬੁਰਾਈ ਕਰਦੀ, ਦੂਸਰੀ ਗੱਲ ਜੀ ਵਿਚਾਰਾਂ ਦੀ ਗੱਲ ਰਹਿਣ ਦਿਓ ਜੀ, ਵਿਚਾਰਾਂ ਦੀ ਗੱਲ ਰਹਿਣ ਦਿਓ, ਵਿਚਾਰਾਂ ਦੀ ਗੱਲ ਰਹਿਣ ਦਿਓ। ਉੱਥੇ ਬੈਠੋ ਜੀ ਬੈਠੋ ਉੱਥੇ ਬੈਠੋ ਜੀ। ਮੈਂ ਸਭ ਤੋਂ ਪਹਿਲਾਂ ਮੈਂ ਉਹਨਾਂ ਦੀ ਗੱਲ ਸੁਣਦਾ ਜੀ। ਹਾਂਜੀ ਕੀ ਨੇ ਜੀ? ਬੋਲੋ। ਤੁਸੀਂ ਕਹਿੰਦੇ ਜੇ ਸਬੂਤ ਵਿਖਾਇਆ ਜੀ ਵੋਟ ਦੇ ਜੀ। ਜਦੋਂ ਵੋਟਾਂ ਪਾਉਣ ਵੇਲੇ ਫਾਜ਼ਿਲਕਾ ਦੇ ਲੋਕਾਂ ਨੂੰ ਸੁਨੇਹਾ ਦੇਣਾ, ਮੈਂ ਕੈਂਡੀਡੇਟ SSM ਦਾ ਜੀ। MR ਕਾਲਜ ਤੋਂ ਲੈ ਕੇ ਤੇ ਹਨੂਮਾਨ ਮੰਦਿਰ ਤੱਕ ਡਿਵਾਈਡਰ ਵੇਖ ਕੇ, SD ਸਕੂਲ ਵਾਲਾ ਡਿਵਾਈਡਰ ਵੇਖ ਕੇ, ਇਹ ਅੱਜ ਜ਼ਿਲ੍ਹਾ ਕੰਪਲੈਕਸ ਵੇਖ ਕੇ, ਇਹ ਸਾਦਕੀ ਵਾਲਾ ਮੀਟਿੰਗ ਰੂਮ ਵੇਖ ਕੇ, ਹਸਪੀਟਲ ਪੁਰਾਣਾ ਵੇਖ ਕੇ, ਸਾਰੇ ਅਰਬਾਂ ਕਰੋੜਾਂ ਰੁਪਈਆ ਦੇ ਘਪਲੇ ਨੇ। ਜੇ ਤੁਸੀਂ ਸਬੂਤ ਲੈਣਾ ਹੋਵੇ, ਮੰਮੂ ਖੇੜੇ ਜਾਂਦੇ ਰਿਹਾ ਜੇ, ਦੇਸਰਾਜ ਸਾਨੂੰ ਕਰਮਚੰਦ, ਨਰਿੰਜਨ ਦਾਸ ਕੋਲ ਜਾਂਦੇ ਰਿਹਾ ਜੇ। ਇੱਕੋ ਪਿੰਡ 'ਚ ਬਾਦਲ ਸਰਕਾਰ ਵਿੱਚ ਕਰੋੜਾਂ ਦਾ 1 ਕਰੋੜ ਦਾ ਘਪਲਾ ਇੱਕੋ ਪਿੰਡ 'ਚ। 2 ਕਰੋੜ 16 ਲੱਖ ਰੁਪਏ ਜਾਰੀ ਹੋਏ ਸੀ। 1 ਕਰੋੜ 22 ਲੱਖ ਦੀ ਸਟੇਸ਼ਨਰੀ ਕਦੇ ਤੁਸੀਂ ਲਿਖੀ ਹੈ ਵੀ 1 ਕਰੋੜ 22 ਲੱਖ ਦੀ ਸਟੇਸ਼ਨਰੀ ਲੱਗੀ ਹੋਵੇ? ਇੱਥੇ ਹਰ ਥਾਂ ਤੇ ਲੋਟੇ। ਆ ਤੁਹਾਨੂੰ ਦੱਸ ਦਿਆਂ, ਇਹ ਜੀ 40 ਕਰੋੜ ਦਾ ਬਜਟ ਜਿਹੜਾ ਅਨਾਜ ਮੰਡੀ 'ਚ ਆਇਆ ਸੀ ਉਹ ਮੰਡੀਆਂ ਵਾਸਤੇ, ਉਹਦੇ ਵਿੱਚ ਕਦੇ ਸੀਵਰੇਜ ਵੇਖਿਆ ਜੇ? ਇਹ ਮਿੱਟੀ ਤੇ ਪਿਆ ਹੈ ਕਰੋੜਾਂ ਰੁਪਏ, 10-15 ਕਰੋੜ। ਕਿਹੜੀ ਟਰਮ ਦੀ ਗੱਲ ਹੈ? ਛੱਕ ਗਏ
ਮੰਮੂ ਖੇੜੇ ਦਾ ਵੇਖ ਲਿਆ ਟਰਮ ਕਿਹੜੀ ਦੀ ਗੱਲ ਹੈ ਜੀ, ਕਿਹੜੀ ਟਰਮ ਦੀ ਗੱਲ ਕਰ ਰਹੇ ਹੋ ਤੁਸੀਂ ਜਿਹੜਾ ਪੈਸਾ ਖਾਇਆ? ਹੁਣ ਆਇਆ ਜੀ 2 ਸਾਲ ਕਾਂਗਰਸ ਵੇਲੇ, ਠੀਕ ਹੈ। ਇੱਕ ਜਿਹਦੇ ਸਾਲੀ ਦੇ ਘਰੋਂ 10 ਕਰੋੜ ਵਿਚਾਰੇ ਗਰੀਬ ਰਿਕਸ਼ਾ ਵਾਲਾ ਹੈਗਾ ਸੀ ਜੀ, ਉਹਦੇ ਨਾਲ ਮੈਂ ਵੀ ਹਮਦਰਦੀ ਕਰਨਾ, ਉਹ ਗਰੀਬ ਹੈ ਵਿਚਾਰਾ, ਉਹਨੂੰ ਕੋਈ 10-10 ਰੁਪਏ ਦੇਈਏ ਆਪਾਂ। ਤੇ ਆ ਜਿਹੜੀਆਂ 200-300 ਗੱਡੀਆਂ ਇਲੈਕਸ਼ਨ 'ਚ ਇਹਨਾਂ ਦੀਆਂ ਚੱਲ ਰਹੀਆਂ, 20 ਕਰੋੜ ਸਮਨਾ ਸਾਹਿਬ ਨੇ ਕਿੱਥੋਂ ਆਇਆ? ਮੇਰੇ ਪਟਵਾਰੀ ਦਾ ਮੁੰਡਾ ਹੈ, ਮੇਰਾ ਭਤੀਜਾ ਹੈ, ਉਹਦਾ ਵਿਚਾਰੀ ਰੋਟੀ ਪੂਰੀ ਮਸੇ ਹੁੰਦੀ ਹੈ। ਹੁਣ 20 ਕਰੋੜ ਇਲੈਕਸ਼ਨ ਦਾ ਕਿੱਥੋਂ ਆਇਆ? 2 ਕਰੋੜ ਰੁਪਈਆ ਕਹਿੰਦੇ ਨੇ, ਜਨਤਾ ਕਹਿੰਦੀ ਏ, ਮੈਂ ਨਹੀਂ ਕਹਿੰਦਾ, ਜਨਤਾ 'ਚ ਅਫਵਾਹ ਏ ਵੀ 2 ਕਰੋੜ ਰੁਪਈਆ ਸੇਠ ਨੇ ਦਿੱਤਾ। ਉਹ ਤਾਂ ਵਿਚਾਰਾ ਬਗਲੀ ਦਾ ਬੱਕਰਾ ਹੈ, ਬਲੀ ਦਾ ਬੱਕਰਾ। ਚਲੋ ਲੁੱਟਣ ਆਏ ਨੇ। ਮੈਂ ਸਾਰਿਆਂ ਨੂੰ ਇਹ ਪਹਿਲਾਂ ਦੱਸ ਦੇਣਾ ਚਾਹਨਾ, ਆਮ ਪਾਰਟੀ ਤੋਂ ਬਚ ਜਾਓ, ਇਹ ਝੂਠੇ ਨੇ। ਉਹ ਦੂਜੀ ਗੱਲ, ਇਹ ਕਹਿੰਦੇ ਨੇ ਸਾਨੂੰ ਇੱਕ ਵਾਅਦਾ ਦਿਓ, ਇੱਕ ਸਾਨੂੰ ਟਰਮ ਤੋੜ ਦਿਓ। ਅਸੀਂ ਇਹਨਾਂ ਨੂੰ ਐਮਪੀ ਨਹੀਂ ਬਣਾਏ, ਉਹ ਕਿੱਥੇ ਗਏ? ਅਸੀਂ ਇਹਨਾਂ ਦੇ ਐਮਐਲਏ ਨਹੀਂ ਬਣਾਏ, 20 ਬਾਈ ਬਣੇ ਤੇ 10 ਰਹਿ ਗਏ, ਐਤੀ ਤਾਂ ਵੀ ਨਹੀਂ ਬਣੇ ਤੇ ਫਿਰ ਬਾਕੀ ਕਿੱਥੇ ਰਹਿ ਜਾਣਗੇ? ਜੀ ਭਗਵੰਤ ਮਾਨ ਆਪਣਾ ਇਲੈਕਸ਼ਨ ਪ੍ਰਚਾਰ ਛੱਡ ਕੇ ਉੱਤੇ ਬੋਲ ਕੇ ਆਏ ਨੇ ਮੁੱਦਿਆਂ ਤੇ, ਹੋਰ ਕੌਣ ਗਿਆ? ਪਰ ਇਹ ਵੀ ਕਿਹਾ ਜਾਂਦਾ, ਦੋਸ਼ ਕਾਂਗਰਸ ਨੇ ਇਹ ਵੀ ਲਾਇਆ ਵੀ ਬੀਜੇਪੀ ਦਾ ਸੌਫਟ ਕਾਰਨਰ ਆਮ ਆਦਮੀ ਪਾਰਟੀ ਹੈ ਜੀ। ਅੱਛਾ, ਭਗਵੰਤ ਮਾਨ ਮੇਰੇ ਭਰਾ ਨੂੰ ਮੈਂ ਦੱਸ ਦੇਣਾ ਚਾਹਣਾ, ਤੈਨੂੰ ਇਹਨਾਂ ਨੇ ਮੁੱਖ ਮੰਤਰੀ ਨਹੀਂ ਬਣਾਉਣਾ ਜੀ। ਮੈਂ ਭਗਵੰਤ ਮਾਨ ਨੂੰ ਇਹ ਦੱਸ ਦੇਣਾ ਚਾਹਣਾ, ਉਹਨਾਂ ਨੇ ਕੇਜਰੀਵਾਲ ਨੇ ਇਹਨੂੰ ਮੁੱਖ ਮੰਤਰੀ ਨਹੀਂ ਬਣਾਉਣਾ। ਜਿਹੜਾ ਟਾਈਮ ਆਇਨਾ ਨੇ ਸਭ ਪਿੱਛੇ ਪਾਣਾ ਵਿੱਚ ਉਹਨੇ ਆਪ ਖੜਾ। ਚਲੋ ਏਜੰਡਿਆਂ ਦੀ ਗੱਲ ਹੋ ਰਹੀ ਸੀ, ਜੀ ਏਜੰਡਿਆਂ ਦੀ ਗੱਲ ਹੋ ਰਹੀ ਸੀ। ਏਜੰਡਾ ਦੱਸੋ, ਬੀਜੇਪੀ ਦਾ ਫਾਜ਼ਿਲਕਾ ਲਈ ਕੀ ਏਜੰਡਾ ਆ? ਸਭ ਤੋਂ ਪਹਿਲਾਂ ਅਸੀਂ ਮੈਡੀਕਲ ਕਾਲਜ ਬਣਾਇਆ। ਠੀਕ ਹੈ, ਫਾਜ਼ਿਲਕਾ ਸੁਣ ਲਓ ਏਜੰਡਾ ਸੁਣ ਲਓ ਬੀਜੇਪੀ ਦਾ। ਜੀ ਬੀਜੇਪੀ ਦਾ ਏਜੰਡਾ ਸੁਣ ਲਓ। ਜੀ ਸਭ ਤੋਂ ਪਹਿਲਾਂ ਅਸੀਂ ਮੈਡੀਕਲ ਕਾਲਜ ਬਣਾਵਾਂਗੇ, ਲੜਕੀਆਂ ਵਾਸਤੇ ਕਾਲਜ ਬਣਾਵਾਂਗੇ, ਬਹੁਤ ਵੱਡੇ ਹੋਸਟਲ ਬਣਾਵਾਂਗੇ। ਜਿਹੜੇ ਕੰਮ ਸਾਡੇ ਵਿਕਾਸ ਦੇ ਇਹਨਾਂ ਨੇ ਕਾਗਜ਼ ਲਾ ਕੇ ਰੋਕੇ, ਅਸੀਂ ਉਹ ਪੂਰੇ ਕਰਾਂਗੇ। ਚਲੋ ਰੋਕਾਂਗੇ, ਪੂਰੇ ਕਰਾਂਗੇ। ਹਾਂਜੀ, ਅਕਾਲੀ ਦਲ ਦਾ ਵੀ ਇੱਕ ਵਾਰੀ ਸੁਣ ਲਓ, ਏਜੰਡੇ ਸੁਣ ਲਓ। ਹਾਂਜੀ, ਅਕਾਲੀ ਦਲ ਦਾ ਕੀ ਏਜੰਡਾ ਆ? ਹਾਲਾਂਕਿ 10 ਸਾਲ ਪਹਿਲਾਂ ਸਰਕਾਰ ਰਹੀ ਹੈ। ਅਕਾਲੀ ਦਲ ਦਾ ਏਜੰਡਾ ਫਾਜ਼ਿਲਕਾ, ਬਿਲਕੁਲ ਫਾਜ਼ਿਲਕਾ ਲਈ ਖਾਸ ਤੌਰ ਤੇ ਫਾਜ਼ਿਲਕਾ ਅਸੀਂ ਗਰਲਸ ਕਾਲਜ, ਜਿਹੜਾ ਵੂਮਨ ਗਰਲਸ ਕਾਮਨ ਕਾਲਜ ਬਣਾਵਾਂ। ਜਿਹੜਾ ਇਹ ਕਾਲਜ ਇਹਨੂੰ ਅਪਗ੍ਰੇਡ ਕੀਤਾ ਜਾਏਗਾ, ਇਹਦੇ ਪ੍ਰੋਫੈਸਰ ਲੈਕਚਰਰ ਸਾਰੇ ਫਿਲ ਕੀਤੇ ਜਾਣਗੇ। ਸਾਦਕੀ ਬਾਰਡਰ ਸਾਡਾ ਸੁਲੇਮਾਨ ਕੀ ਸੋਰੀ ਜੀ ਇੱਥੇ ਬਿਜ਼ਨਸ ਦੇ ਲਈ ਇਹਨੂੰ ਖੁਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਠੀਕ ਹੈ। ਔਰ ਹਰ ਵਰਗ ਦੇ ਬੱਚੇ ਜਿਹੜੇ ਅੱਜ ਪੜ੍ਹਨ ਤੋਂ ਰਹਿ ਜਾਂਦੇ ਆ, ਉਹਨਾਂ ਵਾਸਤੇ 10 ਲੱਖ ਰੁਪਏ ਦਾ ਲੋਨ, ਠੀਕ ਹੈ ਜੀ, ਉਹ 3 ਸਾਲਾਂ ਬਾਅਦ ਵਿਦਆਊਟ ਇੰਟਰਸਟ ਵਾਪਸ ਕਰਨਗੇ ਜਦੋਂ ਰੋਜ਼ਗਾਰ ਉਹਨੂੰ ਮਿਲ ਜਾਏਗਾ। ਵਪਾਰੀ ਵਰਗ ਵਾਸਤੇ ਵੀ ਸਾਰਿਆਂ ਵਾਸਤੇ ਕਰ ਰਹੇ ਕਿ ਬਿਜਲੀ 400 ਯੂਨਿਟ ਹਰ ਮਹੀਨੇ ਮਾਫ ਕੀਤੇ ਜਾਣਗੇ। ਚਲੋ ਥੈਂਕ ਯੂ। ਕਾਂਗਰਸ ਦੀ ਗੱਲ, ਇੱਕ ਮਿੰਟ ਜੀ, ਇੱਕ ਗੱਲ, ਕਾਂਗਰਸ ਰਹਿ ਗਏ, ਤੁਹਾਡੀ ਸਰਕਾਰ ਰਹੀ ਹੈ ਵੈਸੇ। ਚਲੋ ਤੁਸੀਂ ਆਪ ਇੱਕ ਗੱਲ ਕਹਿੰਦੇ ਹੋ, ਤੁਹਾਡੇ ਆਪ ਦੇ ਮੰਤਰੀ ਵਿਧਾਇਕ ਕਹਿੰਦੇ ਨੇ ਕਿ ਕੈਪਟਨ ਅਮਰਿੰਦਰ ਕੰਮ ਨਹੀਂ ਕਰਦੇ ਸੀ ਤਾਂ ਪਾਸੇ ਕੀਤਾ। ਜੇ ਮੌਕਾ ਮਿਲਦਾ ਹੈ, ਏਜੰਡਾ ਕੀ ਆ? ਫਾਜ਼ਿਲਕਾ ਨੂੰ ਕੀ ਤੋਹਫਾ ਕੀ ਦਵੋਗੇ? ਜੀ ਇਤਿਹਾਸਿਕ ਕੰਮ ਨੇ, ਚਾਹੇ ਤਾਂ ਬਜ਼ੁਰਗ ਦੀ ਪੈਨਸ਼ਨ ਦਾ ਹੋਵੇ, ਚਾਹੇ ਸ਼ਗਨ ਸਕੀਮ ਦਾ ਹੋਵੇ, ਚਾਹੇ ਨੌਕਰੀਆਂ ਦਾ ਮੁੱਦਾ ਹੋਵੇ। ਜੇ ਮੈਂ ਗੱਲ ਕਰਾਂ ਫਾਜ਼ਿਲਕਾ ਦੇ ਮੁੱਦੇ ਦੀ, ਤੇ ਸਾਡਾ ਜਿਹੜਾ ਵਿਜ਼ਨ ਹੈ ਉਹ ਇਹ ਹੈ ਕਿ ਜਿਹੜੇ ਕੰਮ ਡਿਵੈਲਪਮੈਂਟ ਦੇ ਬਕਾਇਆ ਹੈ ਉਹਨਾਂ ਨੂੰ ਕੰਪਲੀਟ ਕਰਨਾ, ਐਜੂਕੇਸ਼ਨ ਦੇ ਉੱਪਰ ਕੰਮ ਕਰਨਾ, ਹੈਲਥ ਦੇ ਉੱਪਰ ਕੰਮ ਕਰਨਾ, ਇੱਕ ਭੈ ਮੁਕਤ ਔਰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇ। ਹੁਣ ਕਿਉਂ ਨਹੀਂ ਕਰ ਪਾਏ? ਜੀ ਹੁਣ ਵੀ ਕੀਤਾ ਕੰਮ। ਇਹ ਪਿੱਛੇ ਵੀ ਇੱਕ ਗੱਲ ਆਈ ਸੀ ਵੀ ਇਹ 5 ਸਾਲ ਦਾ ਤੁਹਾਡੀ ਕੋਲ ਟੈਨਿਓਰ ਸੀ, 5 ਸਾਲ ਦੀ ਸੜਕਾਂ ਸ਼ਹਿਰ ਦੀਆਂ ਕਿਉਂ ਨਹੀਂ ਬਣਾ ਦਿੱਤੀਆਂ? ਬਿਲਕੁਲ, ਮੈਂ 2 ਮਿੰਟ ਦੇ ਤੁਹਾਨੂੰ ਜਵਾਬ ਦੇ ਦਿੰਦਾ ਜੀ। ਪਿਛਲੇ ਇਸ ਪਲਾਨ ਤੋਂ ਪਹਿਲਾਂ 2 ਵਾਰ ਲਗਾਤਾਰ ਬੀਜੇਪੀ ਦਾ ਨਗਰ ਕੌਂਸਲ ਦੇ ਉੱਪਰ ਕਬਜ਼ਾ ਰਿਹਾ। ਠੀਕ ਹੈ, ਇਹ ਤੁਹਾਨੂੰ ਵੀ ਪਤਾ ਹੈ ਕਿ ਐਮਐਲਏ ਸਾਹਿਬ ਨੇ ਸਕੀਮ ਮੈਚੁਰ ਕਰਾਣੀ ਹੁੰਦੀ ਤਾਂ ਫੰਡਸ ਲੈ ਕੇ ਆਣੇ ਹੁੰਦੇ ਨੇ। ਉਹਦੀ ਜਿਹੜੀ ਐਗਜ਼ੀਕਿਊਟਿਵ ਏਜੰਸੀ ਹੁੰਦੀ ਹੈ ਉਹ ਮਿਊਨਿਸਪਲ ਕੌਂਸਲ ਹੁੰਦੀ ਹੈ। ਮਿਊਨਿਸਪਲ ਕੌਂਸਲ ਦੇ ਉੱਪਰ ਜਿਹੜਾ ਹੈ ਬੀਜੇਪੀ ਦਾ ਕਾਂਗਰਸ ਦਾ ਬੋਰਡ ਬਣੇ ਨੂੰ ਸਿਰਫ 10 ਮਹੀਨੇ ਹੋਏ ਆ, ਔਰ 10 ਮਹੀਨਿਆਂ ਦੇ ਵਿੱਚ ਜਿਹੜੀ ਕਾਰਗੁਜ਼ਾਰੀ ਹੈ ਉਹ ਕਿਸੇ ਨੂੰ ਛੁੱਟੀ ਨਹੀਂ ਹੈ। ਸ਼ਹਿਰ ਕੋਈ ਵੀ ਅਜਿਹਾ ਵਾਰਡ ਨਹੀਂ ਹੈ ਜਿਹਦੇ ਵਿੱਚ ਅਸੀਂ ਬਰਾਬਰ ਦੇ ਬਿਨਾਂ ਭੇਦਭਾਵ ਦੇ ਕੰਮ ਨਹੀਂ ਕਰਾਏ। ਹੁਣ ਸਵਾਲ ਇਹ ਹੈ ਕਿ ਅੱਜ ਤੋਂ 10 ਮਹੀਨੇ ਤੋਂ ਪਿੱਛੇ ਚਲੇ ਜਾਈਏ ਤੇ 9 ਸਾਲ 2 ਮਹੀਨੇ ਲਗਾਤਾਰ ਬੀਜੇਪੀ ਦਾ ਔਰ ਅਕਾਲੀ ਦਲ ਦਾ ਜਿਹੜਾ ਕਬਜ਼ਾ ਰਿਹਾ ਬੋਰਡ ਦੇ ਉੱਪਰ,
ਇਹ ਸਵਾਲ ਇਹਨਾਂ ਨੂੰ ਪੁੱਛਣਾ ਚਾਹੀਦਾ ਹੈ ਵੀ 9 ਸਾਲ 2 ਮਹੀਨੇ ਏਜੰਡਾ ਦੇ ਦਿਓ ਨਾ, ਏਜੰਡਾ ਦੇ ਦਿਓ, ਫਾਜ਼ਿਲਕਾ ਦਾ ਏਜੰਡਾ ਦੇ ਦਿਓ। ਏਜੰਡਾ ਤੁਹਾਨੂੰ ਮੈਂ ਦੇ ਦਿੱਤਾ ਜੀ, ਏਜੰਡਾ ਤੁਹਾਨੂੰ ਮੈਂ ਦੇ ਦਿੱਤਾ। ਸਭ ਤੋਂ ਪਹਿਲਾਂ ਤਾਂ ਫਾਜ਼ਿਲਕਾ ਦੇ ਵਿੱਚ ਜਿੰਨੀਆਂ ਵੀ ਹਿਸਟੋਰੀਕਲ ਬਿਲਡਿੰਗਸ ਨੇ ਉਹਨਾਂ ਨੂੰ ਅਸੀਂ ਜਿਹੜਾ ਹੈ ਉਹ ਟੂਰਿਜ਼ਮ ਦੇ ਵਾਸਤੇ ਬਣਾਵਾਂਗੇ, ਚਾਹੇ ਘੰਟਾਘਰ ਹੈ, ਚਾਹੇ ਰਘੁਵਰ ਭਵਨ ਹੈ, ਚਾਹੇ ਲਾਲ ਕੋਠੀ ਹੈ, ਇਹ ਹਿਸਟੋਰੀਕਲ ਬਿਲਡਿੰਗ ਨੇ। ਫਾਜ਼ਿਲਕਾ ਸ਼ਹਿਰ ਵੀ ਇੱਕ ਹਿਸਟੋਰੀਕਲ ਹੈ, ਇਹ ਬੂਲ ਮਾਰਕੀਟ ਦੀ ਏਸ਼ੀਆ ਦੀ ਮੰਡੀ ਹੁੰਦੀ ਸੀ ਬਿਲਕੁਲ, ਇਸ ਕਰਕੇ ਹਿਸਟੋਰੀਕਲ ਬਿਲਡਿੰਗ ਨੂੰ ਅਸੀਂ ਜਿਹੜਾ ਹੈ ਰੈਨੋਵੇਟ ਕਰਨਾ ਔਰ ਉਹਨਾਂ ਨੂੰ ਉਹਦਾ ਸੌਂਦਰਯਕਰਨ ਕਰਨਾ ਔਰ ਇੱਕ ਟੂਰਿਸਟ ਹੱਬ ਬਣਾਉਣਾ, ਇਹ ਜਿਹੜੀ ਪਹਿਲ ਹੈਗੀ ਹੈ। ਸੈਕੰਡਲੀ ਐਜੂਕੇਸ਼ਨ ਹੈ, ਥਰਡ ਹੈਲਥ ਹੈ, ਚੌਥੀ ਜਿਹੜੀ ਹੈ ਮੂਲਭੂਤ ਸੁਵਿਧਾਵਾਂ ਜਿਹੜੀਆਂ ਲੋਕਾਂ ਨੂੰ ਜ਼ਰੂਰੀ ਹੁੰਦੀਆਂ ਨੇ ਉਹਨਾਂ ਦੇ ਆਧਾਰ ਤੇ ਅਸੀਂ ਇਹ ਏਜੰਡਾ ਲੈ ਕੇ। ਥੈਂਕ ਯੂ। ਸਾਰਿਆਂ ਦਾ ਏਜੰਡਾ ਸੇਮ ਹੈ, ਸਾਰਿਆਂ ਦਾ ਏਜੰਡਾ ਸੇਮ ਜਿਹਾ ਹੀ ਆ। ਜਸਟ ਲਾਸਟ ਸਵਾਲ ਸਾਰਿਆਂ ਦਾ ਮੈਨੂੰ ਇੱਕ ਜਵਾਬ ਦੇ ਦਿਓ, ਕਿਹਨੂੰ ਪਸੰਦ ਆਇਆ? ਜੀ ਮੈਂ ਪਹਿਲਾਂ ਗੱਲ ਕਰਾਂ, ਪ੍ਰਧਾਨ ਨੂੰ ਮੈਂ 4 ਵਾਰੀ ਫੋਨ ਲਾਇਆ ਜੀ। ਪਾਣੀ ਐਡਾ ਸੀਵਰੇਜ ਦਾ ਗੰਦਾ ਆ ਰਿਹਾ ਹੈ, ਪਰ ਇਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ। ਕਹਿੰਦੇ ਜਿੱਥੇ 2 ਮਹੀਨੇ ਹੋ ਗਏ, ਜਿੱਥੇ 2 ਮਹੀਨੇ ਹੋ ਗਏ, ਉੱਥੇ ਕਹਿੰਦੇ 5 ਦਿਨ ਹੋਰ ਰੁਕ ਜਾਓ। ਫਿਰ ਮੈਂ ਗੱਲ ਕਰਾਂ ਬੀਜੇਪੀ ਵਾਲਿਆਂ ਨਾਲ, ਬੀਜੇਪੀ ਵਾਲੇ ਕਹਿੰਦੇ ਅਸੀਂ ਮੈਡੀਕਲ ਕਾਲਜ ਬਣਾਵਾਂਗੇ, ਉਹ ਕਰਾਂਗੇ। ਤੁਸੀਂ ਪਹਿਲਾਂ ਕਿਉਂ ਨਹੀਂ ਬਣਾਇਆ? ਇਹਨਾਂ ਨੂੰ ਰਿਸ਼ਕੇ ਦੇ ਚਲੋ, ਇਹ ਏਜੰਡਾ ਇਹਨਾਂ ਨੂੰ ਪਸੰਦ ਨਹੀਂ ਆਉਂਦਾ, ਲੇਕਿਨ ਜੇ ਏਜੰਡੇ ਦੀ ਗੱਲ ਕਰਦੇ ਆ, ਕਿਹਦਾ ਏਜੰਡਾ ਪਸੰਦ ਆਇਆ? ਏਜੰਡਾ ਪਸੰਦ ਕਿਹਦਾ ਆਉਂਦਾ ਆ? ਏਜੰਡੇ ਤੇ ਇਹਨਾਂ ਚੋਂ ਕੋਈ ਨਹੀਂ ਬੋਲਿਆ। ਮੈਂ ਦੱਸਦਾ ਕੀ ਏਜੰਡਾ ਹੈ। ਜੀ ਸਾਹਿਬ ਕੋਲੋਂ ਸਵਾਲ ਪੁੱਛਿਆ ਗਿਆ ਸੀ, ਇਹਨਾਂ ਨੇ ਕਿਹਾ ਸ਼ਰਾਬ ਫੈਕਟਰੀ ਦਾ। ਜਿਹੜੀ ਸ਼ਰਾਬ ਫੈਕਟਰੀ ਦਾ ਵਿਰੋਧ ਕਰਨ ਪਹਿਲੇ ਦਿਨ ਮੈਂ ਗਿਆ, ਨਿਊਜ਼ ਲੱਗੀ ਹੈ, ਸਾਰਿਆਂ ਨੂੰ ਪਤਾ ਹੈ। ਘੁਬਾਇਆ ਸਾਹਿਬ ਗਏ ਹੈ, ਜਾ ਕੇ ਉਹਨਾਂ ਨੇ ਕਹਿੰਦੇ ਸ਼ਰਾਬ ਫੈਕਟਰੀ ਦਾ ਕੰਮ ਬੰਦ ਕਰਾਉਂਦੇ ਆ, ਹੱਥ ਖੜੇ ਕਰੋ, ਤੁਸੀਂ ਧਰਨਾ ਚੱਕਦੇ ਹੋਗੇ। ਇੰਨਾ ਕਹਿੰਦੇ ਆਂ ਕਿਸਾਨਾਂ ਨੇ ਕਹਿਤਾ ਵੀ ਅਸੀਂ ਕਰ ਦਿਆਂਗੇ, ਤੇ ਜਦੋਂ ਇਹਨਾਂ ਨੇ ਪੁਲਿਸ ਦੀ ਗੱਡੀ ਭੇਜੀ ਹੈ, ਉਹ ਅੱਗੋਂ ਦੀ ਲੰਘ ਗਈ, ਕੋਈ ਕੰਮ ਬੰਦ ਨਹੀਂ ਕਰਾਇਆ। ਉਹ ਲੋਕਾਂ ਦੇ ਵਿਰੋਧ ਤੋਂ ਬਾਅਦ ਬੰਦ ਹੋਈ ਹੈ, ਨਾ ਕਿ ਇਹਨਾਂ ਤੋਂ। ਦੂਜੀ ਗੱਲ, ਆਮ ਆਦਮੀ ਪਾਰਟੀ ਦੀ ਮੈਂ ਗੱਲ ਕਰਦਾ, ਮੈਂ ਦੱਸਦਾ, ਅਮਨ ਅਰੋੜਾ ਜੀ ਦੇ ਨਾਲ ਮੇਰੀ ਫੋਟੋ ਹੈ, ਮੈਂ ਦਿਖਾ ਦਿੰਨਾ। ਮੈਂ ਇਹਨਾਂ ਦੇ ਕੋਲ ਗਿਆ, ਉਹਨਾਂ ਨੇ ਆ ਵੇਖੋ ਹਰਾ ਸਾਫਾ ਇਹ 'ਚ ਪਾਇਆ, ਪਿੱਛੇ ਖੜਾ ਮੈਂ। ਉਹਨਾਂ ਨੂੰ ਇੱਕ ਸਵਾਲ ਕੀਤਾ ਗਿਆ ਸੀਗਾ, ਉਹ ਕਹਿੰਦੇ ਤੂੰ ਕਿਸਾਨਾਂ ਦੇ ਮੁੱਦੇ ਕੀ ਹੈ, ਕਿਸਾਨ ਯੂਨੀਅਨ 'ਚ ਰਿਹਾ, ਮੁੱਦੇ ਕੀ ਹੈ? ਮੈਂ ਕਿਹਾ ਸਾਹਿਬ ਜੀ, ਇੱਕ ਤਾਂ ਪ੍ਰਾਈਵੇਟ ਬੈਂਕ ਹੈ, ਡਬਲ ਸ਼ੋਰਟੀ ਲੈਂਦਾ, ਉਹ ਡਬਲ ਸ਼ੋਰਟੀ ਲੈਂਦਾ, ਇੱਕ ਪਾਸੇ ਜ਼ਮੀਨ ਜ਼ਬਤ ਕਰਦਾ, ਪਲਜ ਕਰਦਾ, ਦੂਜੇ ਪਾਸੇ ਖਾਲੀ ਚੈੱਕ ਲੈਂਦਾ। ਉਹਦੀ ਇਨਕੁਆਇਰੀ ਕਰਵਾ ਦਿਓ, 60% ਕਿਸਾਨ ਜੀ ਜਾਣਗੇ ਤੇ ਉਹਨੂੰ ਪੁੱਠਾ ਤਾਲਾ ਲੱਗ ਜੂਗਾ। ਕਹਿੰਦੇ ਮੈਨੂੰ ਪਤਾ ਹੈ। ਮੈਂ ਕਿਹਾ ਮੁੱਦਾ ਨਹੀਂ ਉਠਾਇਆ ਜੀ, ਕਰਜ਼ ਮਾਫੀ ਦਾ ਮੁੱਦਾ ਨਹੀਂ ਉਠਾਇਆ ਜੀ। ਕਿਹੜੇ ਮੁੱਦੇ ਤੇ ਬੋਲੇ ਹੈ? ਇਲਜ਼ਾਮ ਲਾਉਣੇ ਸੌਖੇ ਹੈ, ਇਲਜ਼ਾਮ ਮੈਂ ਵੀ ਲਾ ਸਕਦਾ, ਪਰ ਕੰਮ ਨਹੀਂ ਹੋਇਆ। ਥੈਂਕ ਯੂ ਇਲਜ਼ਾਮ ਲਾਉਣੇ ਸੌਖੇ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ? ਵਕੀਲ ਹੋ? ਹਾਂਜੀ ਬਿਲਕੁਲ। ਅੱਛਾ, ਏਜੰਡੇ ਸੁਣੇ ਸਭ ਦੇ? ਪਸੰਦ ਕਿਹਦਾ ਆਇਆ? ਪਸੰਦ ਕਿਸੇ ਦਾ ਕੋਈ ਵਿਜ਼ਨ ਨਹੀਂ ਹੈ ਫਾਜ਼ਿਲਕਾ ਦੇ ਪ੍ਰਤੀ, ਕੋਈ ਅਸੀਂ ਪਿਛਲੇ ਟਾਈਮ ਤੋਂ ਦੇਖਦੇ। ਮੇਰਾ ਸਵਾਲ ਹੈ ਕਾਂਗਰਸ ਪਾਰਟੀ ਨੂੰ। ਇਹ ਕਹਿੰਦੇ ਸੀ ਜਾਤੀਵਾਦ ਦੀ ਰਾਜਨੀਤੀ ਨਹੀਂ ਕਰਦੇ। ਸੁਨੀਲ ਜਾਖੜ ਨੂੰ 42 ਵੋਟ ਪਈਆਂ। ਹਿੰਦੂ ਚਿਹਰਾ ਹੋਣ ਦੇ ਕਾਰਨ ਉਹਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ, ਸਿੱਖ ਚਿਹਰੇ ਨੂੰ ਬਣਾਇਆ। ਸਾਡੇ ਦਵਿੰਦਰ ਘੁਬਾਇਆ ਜਿਹੜੇ ਇੱਥੇ ਐਮਐਲਏ, ਉਹਨਾਂ ਨੇ ਵਿਰੋਧ ਕੀਤਾ। ਕੀ ਉਹ ਜਾਤੀਵਾਦ ਦੀ ਰਾਜਨੀਤੀ ਨਹੀਂ ਕਰਦੇ? ਜੀ ਬਿਲਕੁਲ ਜੀ। ਇਹ ਹੈ ਕਰਪਸ਼ਨ ਦੇ ਅਗੇਂਸਟ ਤੁਸੀਂ ਸਾਰੇ ਕਹਿੰਦੇ ਜੀ ਹੈਗੇ। ਪਿੰਡਾਂ ਦੇ ਵਿੱਚ ਅੱਜ ਵੀ ਮਕਾਨ ਜਿਹੜਾ ਸੈਂਟਰ ਗਵਰਨਮੈਂਟ ਵੱਲੋਂ ਆਉਂਦਾ 30,000 ਰੁਪਏ ਰਿਸ਼ਵਤ ਲੈ ਜਾਂਦੀ ਹੈ। ਫਾਜ਼ਿਲਕਾ ਦਾ ਪਹਿਲਾ ਡਾਟਾ ਜਿਹੜਾ ਗਿਆ ਹੈ ਕਿ 500 ਰੁਪਏ ਦੀ ਰਿਸ਼ਵਤ ਰਾਸ਼ਨ ਕਾਰਡ ਦੀ ਵਸੂਲ ਕੀਤੀ ਗਈ। ਚਲੋ 500, ਕੋਈ 2000 ਕਹਿੰਦਾ, ਕੋਈ 2000 ਕਹਿੰਦਾ ਆ। ਇਹ ਜਨਤਾ ਦੇ ਸਵਾਲ ਨੇ। ਇਹ ਜੀ ਬੋਲੋ। ਮੇਰੇ ਤੇ ਰੋਪ ਲਾਇਆ, ਮੈਨੂੰ ਪਤਾ ਕੁਛ ਨਹੀਂ। ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ, ਇਹ ਪਿਆ ਸੀ ਸਰਕਾਰ ਵੇਲੇ 800 ਸਵਿਸ ਬੈਂਕ ਤੋਂ ਖਾਤੇ ਆਏ ਸੀ, ਇਹ ਭ੍ਰਿਸ਼ਟ ਲੋਕ ਨੇ, ਤੇ ਉਹਨਾਂ ਨੇ ਯੂਪੀਏ ਸਰਕਾਰ ਨੇ ਲਿਫਾਫਾ ਬੰਦ ਕਰਕੇ ਸੁਪਰੀਮ ਕੋਰਟ ਨੂੰ ਫੜਾਤੇ। ਤੇ ਮੋਦੀ ਸਾਹਿਬ ਦੀ ਹਿੰਮਤ ਨਹੀਂ ਪੈਂਦੀ ਵੀ 800 ਐਸਆਈਟੀ ਬਣਾਈ ਆ ਕਾਲਾ ਧਨ ਵਾਸਤੇ, ਇੱਕ ਬੰਦਾ ਵੀ ਨਹੀਂ ਲੱਭਿਆ। 800 ਸਾਹਮਣੇ ਪਏ ਨੇ, ਉਹਨਾਂ ਨੂੰ ਉਜਾਗਰ ਕਿਉਂ ਨਹੀਂ ਕਰਦੇ? ਬਿਲਕੁਲ ਇਹ ਵੱਡੇ ਸਵਾਲ ਨੇ ਜੀ। ਆਖਰੀ ਸਵਾਲ ਦਾ ਜਵਾਬ ਹੈ ਜੀ। ਉਹਨਾਂ ਨੇ ਦਵਿੰਦਰ ਘੁਬਾਇਆ ਤੇ ਸਵਾਲ ਚੱਕਿਆ ਆ, ਕੀ ਕਹਿਣਾ ਚਾਹੁੰਦੇ? ਦੇਖੋ, ਜਦੋਂ ਦਵਿੰਦਰ ਘੁਬਾਇਆ ਜੀ ਐਮਐਲਏ ਬਣੇ ਸੀ, ਉਦੋਂ 27,240 ਰਾਸ਼ਨ ਕਾਰਡ ਬਣੇ ਹੋਏ ਸੀ। 5 ਸਾਲ ਦੇ ਵਿੱਚ ਜੀ ਜਵਾਬ ਲੈ ਲਓ ਜੀ। ਜਿਹੜੇ ਬੰਦੇ ਇਹ ਇਲਜ਼ਾਮ ਲਗਾ ਰਹੇ ਕਿ 2000 ਰੁਪਇਆ ਜੀ ਚੁੱਪ ਜਿਹੜੇ ਬੰਦੇ ਜੀ ਤੁਸੀਂ ਬੋਲੋ। ਬੰਦੇ ਇਹ ਇਲਜ਼ਾਮ ਲਗਾ ਰਹੇ ਹੈ ਕਿ 2000 ਰੁਪਏ ਦਾ ਟੋਕਨ ਮਿਲਦਾ ਹੈ, ਇਹਨਾਂ ਨੂੰ ਪੁੱਛੋ ਇਹਨਾਂ ਨੇ ਦਿੱਤੇ?
ਜੇ ਇਹਨਾਂ ਨੂੰ ਦਿੱਤੇ ਹੈ ਤੇ ਕੀ ਰਿਸ਼ਵਤ ਦੇਣਾ ਗੁਨਾਹ ਨਹੀਂ। ਇਹ ਮੁੱਦਾ ਉਦੋਂ ਕਿਉਂ ਨਹੀਂ ਉਜਾਗਰ ਕੀਤਾ ਗਿਆ ਕਿ ਸਾਡੇ ਕੋਲ ਪੈਸੇ ਮੰਗੇ ਜਾਂਦੇ। ਸੋ ਮੁੱਦੇ ਕਈ ਨੇ, ਸਵਾਲ ਕਈ ਉੱਠਦੇ ਨੇ। ਲੋਕ ਇਸ ਵਕਤ ਜਵਾਬ ਦੇਣਗੇ, ਲੋਕ ਜਵਾਬ ਦੇਣਗੇ 2022 ਦੀਆਂ ਚੋਣਾਂ ਦੇ ਵਿੱਚ। ਲੋਕ ਜਵਾਬ ਦੇਣਗੇ ਇਸ 20 ਤਰੀਕ ਨੂੰ ਕਿ 10 ਤਰੀਕ ਨੂੰ ਕਿਹਦੇ ਸਿਰ ਤੇ ਤਾਜ ਸਜੇਗਾ, ਲੋਕਾਂ ਦੀ ਪ੍ਰਵਾਨਗੀ ਕਿਸ ਦੇ ਨਾਂ ਤੇ ਹੋਵੇਗੀ ਤੇ ਲੋਕਾਂ ਦੀ ਵੋਟ ਦੀ ਮੋਹਰ ਕਿਹਦੇ ਲੱਗੇਗੀ ਤੇ ਮੁੱਖ ਮੰਤਰੀ ਦਾ ਤਾਜ ਕਿਹਦੇ ਸਿਰ ਸਜੇਗਾ। ਮੈਂ ਸੁਰਖਾਬ ਆਪਣੇ ਸਹਿਯੋਗੀ ਜੱਸੀ ਦੇ ਨਾਲ ਰੋਜ਼ਾਨਾ ਸਪੋਕਸਮੈਨ ਵਿਧਾਨ ਸਭਾ ਹਲਕਾ ਫਾਜ਼ਿਲਕਾ।